ਜਦੋਂ ਡੈਡੀ ਨਾਲ ਸੀਗੇ ਉਹ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਖਾਨ ਸਾਹਿਬ ਪੁੱਤ ਜਿਹੜੀ ਔਲਾਦ ਹੁੰਦੀ ਹੈ ਨਾ ਉਹਦੀ ਜਿਹੜੀ ਬਾਦਸ਼ਾਹਤ ਹੁੰਦੀ ਹੈ ਉਹਦੇ ਪਿਓ ਦੇ ਨਾਲ ਹੁੰਦੀ ਹੈ। ਮੈਂ ਕਲੀਨ ਸਲੇਟ ਸੀਗਾ, ਮੈਨੂੰ ਕੁਛ ਨਹੀਂ ਪਤਾ ਸੀਗਾ, ਕੋਰਾ ਕਾਗਜ਼ ਸੀਗਾ, ਦੁਨੀਆਦਾਰੀ ਦਾ ਪਤਾ ਨਹੀਂ ਸੀ। ਇੱਕਦਮ ਡੈਡੀ ਦੇ ਜਾਣ ਤੋਂ ਬਾਅਦ ਥੋੜ੍ਹਾ ਜਿਹਾ ਪ੍ਰੋਬਲਮ ਆਈ ਮੈਨੂੰ, ਔਰ ਬਹੁਤ ਸਾਰੇ ਲੋਕਾਂ ਨੇ ਯੂਜ਼ ਕੀਤਾ, ਬਹੁਤ ਸਾਰੇ ਲੋਕਾਂ ਦੀ ਮੈਂ ਗੱਲਾਂ ਦੇ ਵਿੱਚ ਵੀ ਆਇਆ, ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਮੈਂ ਆਪਣਾ ਨੁਕਸਾਨ ਵੀ ਕਰਾਇਆ। ਡੈਡੀ ਦੀ ਇਹ ਵਰਡਿੰਗ ਹੁੰਦੀ ਸੀਗੀ ਕਿ ਕਹਿੰਦੇ ਬੇਟਾ ਚੜ੍ਹਦੇ ਸੂਰਜ ਨੂੰ ਹਮੇਸ਼ਾ ਸਲਾਮਾਂ ਹੁੰਦੀਆਂ ਆ। ਉਹ ਹਮੇਸ਼ਾ ਬੈਠ ਕੇ ਜਾਂ ਲੇਟ ਕੇ ਹਮੇਸ਼ਾ CCTV ਕੈਮਰਾ ਦੇਖਦੇ ਰਹਿੰਦੇ ਹੁੰਦੇ ਸੀਗੇ, ਸਪੈਸ਼ਲੀ ਸਾਡੇ ਗੇਟ ਵਾਲਾ, ਕਿ ਕੋਈ ਆਏਗਾ ਮੈਨੂੰ ਮਿਲਣ। ਬਹੁਤ ਜ਼ਿਆਦਾ ਸਕਿਨੀ ਹੋ ਗਏ ਉਹਨਾਂ ਦੇ ਜਿਹੜੇ ਗੁੱਟ ਸੀਗੇ, ਜਿਹੜੇ ਰਿਸਟ ਸੀਗੇ, ਉਹ ਵੀ ਮਤਲਬ ਇੰਨੇ ਹੋ ਗਏ ਸੀਗੇ ਜੀ। ਮੈਂਟਲੀ ਜਿੰਨਾ ਅਸਰ ਹੋਇਆ ਇਸ ਚੀਜ਼ ਦਾ ਕਿ ਯਾਰ ਅੱਜ ਮੈਂ ਬਿਮਾਰ ਹੋ ਗਿਆ, ਅੱਜ ਮੈਂ ਘਰ ਬੈਠ ਗਿਆ ਤੇ ਅੱਜ ਮੇਰੀ ਵੈਲਿਊ ਖਤਮ ਕਰ ਦਿੱਤੀ। Not even a single person from the industry? No. ਉਹਨਾਂ ਨੂੰ ਡ੍ਰਿਪ ਲੱਗਾ ਹੋਇਆ ਸੀਗਾ, ਔਰ ਡ੍ਰਿਪ ਲੱਗੇ ਗੋਡ ਨੋਜ਼ ਪਤਾ ਨਹੀਂ ਕੀ ਹੋਇਆ, ਅਚਾਨਕ ਚਲਦੇ ਉਹਨਾਂ ਦਾ ਹਾਰਟ ਬੰਦ ਹੋ ਗਿਆ। ਮੇਰੇ ਤੋਂ ਕੰਟਰੋਲ ਨਹੀਂ ਹੋਇਆ, ਮੈਂ ਰੋ ਪਿਆ, ਮੇਰੇ ਅੱਖਾਂ 'ਚ ਪਾਣੀ ਆ ਗਿਆ। ਓਏ ਮੈਨੂੰ ਕਹਿੰਦੇ ਸਟਰੋਂਗ ਬਣ, ਤੂੰ ਪੂਰਾ ਪਰਿਵਾਰ ਸੰਭਾਲਣਾ। ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਮਾਂ ਆਉਣ ਵਾਲਾ ਸ਼ਾਇਦ, ਤਾਂ ਸੌਰੀ ਮੈਂ ਥੋੜ੍ਹਾ ਜਿਹਾ ਜਿਹੜੇ 2015 ਤੋਂ ਬਾਅਦ ਤਾਂ ਇੰਨਾ ਜ਼ਿਆਦਾ ਮੇਰਾ ਉਹਨਾਂ ਦੇ ਨਾਲ ਅਟੈਚਮੈਂਟ ਇੰਨੀ ਵੱਧ ਗਈ ਸੀਗੀ ਕਿ ਈਵਨ ਕਿ ਮੈਂ ਬਾਜ਼ਾਰ ਵੀ ਜਾਂਦਾ ਸੀਗਾ ਉਹ ਬੇਚੈਨ ਹੋ ਜਾਂਦੇ ਸੀਗੇ। ਮੰਮੀ ਨੂੰ ਕਹਿੰਦੇ ਹੁੰਦੇ ਸੀ ਉਹਨੂੰ ਫੋਨ ਕਰ ਕਿੱਥੇ ਆਓ, ਖਾਣਾ ਤੱਕ ਮੇਰੇ ਹੱਥੋਂ ਖਾਂਦੇ ਸੀਗੇ। ਕਦੀ ਇਹ ਚੀਜ਼ ਸੋਚੀ ਵੀ ਨਹੀਂ ਸੀ, ਸੁਪਨੇ 'ਚ ਵੀ ਨਹੀਂ ਸੋਚੀ ਸੀ ਕਿ ਜਿਨ੍ਹਾਂ ਹੱਥਾਂ ਦੇ ਨਾਲ ਉਹਨਾਂ ਨੇ ਸਾਨੂੰ ਚੱਕ ਕੇ ਸਕੂਲਾਂ ਦੇ ਵਿੱਚ ਛੱਡਿਆ ਹੋਇਆ, ਮੈਂ ਉਸੇ ਇਨਸਾਨ ਨੂੰ ਆਪਣੇ ਹੱਥਾਂ 'ਚ ਚੱਕ ਕੇ ਹਸਪੀਟਲ ਲੈ ਕੇ ਜਾਊਂਗਾ। ਹਾਰੇ ਹੋਏ ਮਨ ਨਾਲ ਅੱਛਾ ਅੱਖ ਛੱਡੀ ਦਾ, ਗੁੰਮ ਹੋਏ ਚਿਹਰਿਆਂ ਨੂੰ ਫੋਟੋਆਂ 'ਚ ਲੱਭੀ ਦਾ, ਸਾਏ ਵਾਂਗੂ ਨਾਲ ਸੀ ਜੋਰੇ ਜਿੰਦੇ ਮੇਰੀਏ, ਸਾਏ ਵਾਂਗੂ ਨਾਲ ਸੀ ਜੋਰੇ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਹਾਂ ਗਏ ਜਿੰਦੇ ਮੇਰੀਏ, ਹਾਂ ਗਏ ਜਿੰਦੇ ਮੇਰੀਏ। ਕਿਸੇ ਫਨਕਾਰ ਕਲਾਕਾਰ ਨੇ ਇੱਕ ਗੱਲ ਕਹੀ ਸੀ ਤੇ ਮੈਂ ਉਸ ਗੱਲ ਨੂੰ ਆਪਣੇ ਪੱਲੇ ਬੰਨ ਲਿਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਮੱਛੀ ਨੂੰ ਕਦੇ ਕੋਈ ਤੈਰਨਾ ਨਹੀਂ ਸਿਖਾ ਸਕਦਾ, ਪਰ ਉਹਨਾਂ ਨੇ ਇਹ ਗੱਲ ਕਹੀ ਸੀ ਆਪਦੇ ਹੀ ਬੇਟੇ ਦੇ ਲਈ। ਕਿਹਨੇ ਕਹੀ ਸੀ, ਕਿਹਦੇ ਲਈ ਕਹੀ ਸੀ, ਜ਼ਰੂਰ ਦੱਸਾਂਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਾਰੇ ਦੇਖ ਰਹੇ ਹੋ ਸਿਨੇ ਪੰਜਾਬੀ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਮੈਂ ਹਾਂ ਕਮਾਇਨੀ ਸ਼ਰਮਾ। ਇੱਕ ਗੱਲ ਕਹੀ ਸੀ ਮਹਿਰੂਮ ਕਲਾਕਾਰ, ਸੈਡ ਸੌਂਗ ਦੇ ਕਿੰਗ ਸਾਬਰ ਕੋਟੀ ਜੀ ਨੇ ਆਪਣੇ ਬੇਟੇ ਐਲੈਕਸ ਲਈ। ਅੱਜ ਸਾਡੇ ਨਾਲ ਮੌਜੂਦ ਨੇ, ਤੁਹਾਨੂੰ ਰੂਬਰੂ ਕਰਵਾਵਾਂਗੀ ਔਰ ਸਵਾਗਤ ਕਰਾਂਗੀ ਤੁਹਾਡਾ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਸੋ ਇੱਕ ਮੁਲਾਕਾਤ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ, ਤੁਹਾਡਾ ਬਹੁਤ ਤਾਰੀਫ ਕੀਤੀ ਸੀ, ਔਰ ਉਹਨਾਂ ਨੇ ਕਿਹਾ ਸੀਗਾ ਕਿ ਜਿਸ ਤਰ੍ਹਾਂ ਮੱਛੀ ਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ, ਉਸੇ ਤਰ੍ਹਾਂ ਐਲੈਕਸ ਹੈ, ਉਹਨਾਂ ਨੂੰ ਸੰਗੀਤ ਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਵਿਰਾਸਤ ਦੇ ਵਿੱਚ ਸੰਗੀਤ ਮਿਲਿਆ ਜੀ। ਸੋ ਕਿਸ ਤਰ੍ਹਾਂ ਅੱਜ ਜਦੋਂ ਪਿੱਛੇ ਝਾਤ ਮਾਰਦੇ ਹੋ ਐਲੈਕਸ, ਜੇ ਆਪਾਂ ਫਾਦਰ ਸਾਹਿਬ ਦੇ ਨਾਲ ਗੱਲ ਕਰੀਏ ਹੈ ਨਾ, ਕਿਸ ਤਰ੍ਹਾਂ ਦਾ ਮਾਹੌਲ ਬਣਦਾ ਸੀ, ਕਿਸ ਤਰ੍ਹਾਂ ਉਹ ਤੁਹਾਨੂੰ ਗਾਇਕੀ ਦੇ ਗੁਰ ਦੱਸਦੇ ਸੀ, ਔਰ ਕਿਸ ਤਰ੍ਹਾਂ ਅੱਜ ਤੁਸੀਂ ਉਹਨਾਂ ਦੀ ਘਾਟ ਮਹਿਸੂਸ ਕਰਦੇ ਹੋ? ਕਹਾਣੀਆਂ ਬਹੁਤ ਲੰਬੀਆਂ ਨੇ, ਯਾਦਾਂ ਨੇ, ਕਿਉਂਕਿ ਉਹ ਐਸੀ ਸ਼ਖਸੀਅਤ ਸਨ ਕਿ ਉਹਨਾਂ ਨੇ ਛੋਟਿਆਂ ਨੂੰ ਵੀ ਉਨਾ ਹੀ ਪਿਆਰ ਕੀਤਾ, ਵੱਡਿਆਂ ਨੂੰ ਵੀ ਉਨਾ ਹੀ ਪਿਆਰ ਕੀਤਾ। ਆਪਣੀ ਹਮ ਉਮਰ ਦੇ ਲੋਕਾਂ ਨਾਲ ਉਹ ਆਪਣੇ ਹਮ ਉਮਰ ਦੀ ਗੱਲਾਂ ਕਰਦੇ ਸੀ, ਬਜ਼ੁਰਗਾਂ ਨਾਲ ਬਜ਼ੁਰਗ ਬਣ ਜਾਣਾ, ਨਿਆਣਿਆਂ ਨਾਲ ਨਿਆਣੇ ਬਣ ਜਾਣਾ ਜੀ। ਔਰ ਸਾਨੂੰ ਜਿਹੜੇ ਅਸੀਂ ਬੱਚੇ ਸੀ ਕਰਦੇ, ਸਾਨੂੰ ਉਹਨਾਂ ਨੇ ਮੈਚਿਓਰ ਇੱਦਾਂ ਕੀਤਾ ਕਿ ਉਹਨਾਂ ਦੇ ਕੋਈ ਟਾਈਮ ਨਹੀਂ ਹੁੰਦਾ ਸੀਗਾ। ਉਹਨਾਂ ਦਾ ਕਹਿਣਾ ਇਹ ਸੀਗਾ ਕਿ
ਗਾਣਾ ਵਜਾਣਾ ਜਿਹੜਾ ਆ ਉਹ ਇਬਾਦਤ ਦੀ ਤਰ੍ਹਾਂ ਆ। ਜੀ। ਇਬਾਦਤ ਤੁਸੀਂ ਚਾਹੇ 1 ਘੰਟਾ ਕਰੋ ਚਾਹੇ 10 ਘੰਟੇ ਕਰੋ ਫਿਰ ਵੀ ਘੱਟ ਹੈ। ਔਰ ਜਦੋਂ ਉਹਨਾਂ ਦਾ ਮੂਡ ਹੁੰਦਾ ਸੀਗਾ, ਚਾਹੇ ਦਿਨ ਹੈ ਚਾਹੇ ਰਾਤ ਹੈ, ਕਿਸੇ ਟਾਈਮ ਐਦਾਂ ਦਾ ਹੋ ਜਾਂਦਾ ਸੀਗਾ ਕਿ ਅਸੀਂ ਸ਼ਾਮ ਨੂੰ 7 ਵਜੇ ਬੈਠਦੇ ਸੀਗੇ ਔਰ ਸਵੇਰੇ 6-7 ਵਜੇ ਹਾਰਮੋਨੀਅਮ ਬੰਦ ਹੁੰਦਾ ਸੀਗਾ। ਜੀ। ਯਾਦਾਂ ਬਹੁਤ ਨੇ, ਹੌਲੀ ਹੌਲੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਮੈਂ ਇੱਕ ਗੱਲ ਮੈਨੂੰ ਇੰਟਰਸਟਿੰਗ ਲੱਗੀ, ਆਈ ਐਮ ਸ਼ੋਰ ਕਿ ਉਸ ਦੇ ਪਿੱਛੇ ਕੋਈ ਨਾ ਕੋਈ ਸਟੋਰੀ ਜਾਂ ਰੀਜ਼ਨ ਤਾਂ ਜ਼ਰੂਰ ਹੋਏਗਾ। ਜੀ। ਤੁਸੀਂ 3 ਬ੍ਰਦਰ ਸਿਸਟਰ ਹੋ ਜੀ, ਲੇਕਿਨ ਤੁਹਾਡਾ ਤੇ ਤੁਹਾਡੇ ਬ੍ਰਦਰ ਦਾ ਨਾਮ ਬਹੁਤ ਡਿਫਰੈਂਟ ਹੈ, ਐਲੈਕਸ ਐਂਡ ਵਿਲੀਅਮ। ਜੀ। ਮੈਂ ਜ਼ਰੂਰ ਜਾਣਨਾ ਚਾਹਾਂਗੀ ਜਿਹੇ ਨਾਮ ਇੰਗਲਿਸ਼ ਟੋਨ ਦੇ ਇਹ ਨਾਮ ਰੱਖਣ ਦੀ ਕੋਈ ਖਾਸ ਵਜ੍ਹਾ? ਐਕਚੁਅਲੀ ਮੇਰੇ ਜਿਹੜੇ ਨਾਨਾ ਜੀ ਸੀ ਉਹ ਆਰਮੀ ਤੋਂ ਰਿਟਾਇਰਡ ਸਨ ਜੀ। ਅਤੇ ਉਹਨਾਂ ਦੀ ਇਹ ਚਾਹ ਸੀਗੀ ਜਦੋਂ ਮੈਂ ਪੈਦਾ ਹੋਇਆ ਅਤੇ ਉਹਨਾਂ ਨੇ ਮੇਰੀ ਮੈਨੂੰ ਦੇਖਦੇ ਹੀ ਅਚਾਨਕ ਕਿ ਉਹਨਾਂ ਦੇ ਜ਼ੁਬਾਨ 'ਤੇ ਇੱਕੋ ਹੀ ਨਾਮ ਆਇਆ ਕਿ ਇਹਦਾ ਨਾਮ ਇਹ ਰੱਖਣਾ। ਅਤੇ ਉਸ ਟਾਈਮ ਚਲੋ ਖੈਰ ਅਸੀਂ ਓਬਜੈਕਸ਼ਨ ਨਹੀਂ ਕਰ ਸਕਦੇ ਸੀਗੇ, ਨਾਮ ਅੱਜ ਕੱਲ੍ਹ ਦੀ ਪਬਲਿਕਲੀ ਥੋੜ੍ਹਾ ਜਿਹਾ ਔਖਾ ਪੈਂਦਾ ਜੀ। ਬਟ ਨਾਮ ਨੂੰ ਅਗਰ ਤੁਸੀਂ ਇਹ ਕਹੀਏ ਕਿ ਉਹਨਾਂ ਨੇ ਜਿਹੜਾ ਸੋਚ ਕੇ ਨਾਮ ਰੱਖਿਆ ਸੀਗਾ, ਆਈ ਡਿਡਨਟ ਐਕਸਪੈਕਟਡ ਕਿ ਮੈਂ ਸੋਚਿਆ ਨਹੀਂ ਸੀ ਕਿ ਉਹਦਾ ਮੈਨੂੰ ਇਹ ਰਿਜ਼ਲਟ ਮਿਲੇਗਾ। ਡੈਡੀ ਨੇ ਮੇਰੇ ਨਾਮ ਨੂੰ ਔਰ ਮੈਨੂੰ ਦੋਨਾਂ ਨੂੰ ਪੋਲਿਸ਼ ਕੀਤਾ ਬਹੁਤ ਜ਼ਿਆਦਾ। ਬਟ ਇੱਕ ਉਹਨਾਂ ਦੀ ਗੱਲ ਜਿਹੜੀ ਅੱਜ ਵੀ ਮੈਨੂੰ ਯਾਦ ਹੈ, ਮੈਨੂੰ ਔਰ ਮੇਰੀ ਫੈਮਿਲੀ ਨੂੰ, ਕਿ ਮੈਂ ਇਸ ਟਾਈਮ ਆਈ ਐਮ ਰਨਿੰਗ ਇਨ 32, ਮੈਂ 32 ਸਾਲ ਦਾ ਹੋ ਗਿਆ। ਬਟ ਉਹਨਾਂ ਨੇ ਅੱਜ ਤੱਕ ਕਦੀ ਵੀ ਸਾਡੇ 'ਤੇ ਕਿਸੇ 'ਤੇ ਵੀ, ਚਾਹੇ ਮੈਂ ਆ ਚਾਹੇ ਮੇਰਾ ਬ੍ਰਦਰ ਹੈ ਚਾਹੇ ਮੇਰੀ ਸਿਸਟਰ ਹੈ, ਕਦੀ ਸਾਡੇ 'ਤੇ ਹੱਥ ਨਹੀਂ ਚੱਕਿਆ। ਅੱਛਾ। ਬਿਕੋਜ਼ ਉਹਨਾਂ ਦੀ ਇੱਕ ਥਿਊਰੀ ਸੀ ਕਿ ਅੱਜ ਦੇ ਜਿਹੜੇ ਰਿਸ਼ਤੇ ਆ ਉਹ ਇੱਕ ਬੈਲੂਨ ਦੀ ਤਰ੍ਹਾਂ, ਗੈਸ ਵਾਲੇ ਬੈਲੂਨ ਦੀ ਤਰ੍ਹਾਂ। ਜੀ। ਜੇ ਤੁਸੀਂ ਉਹਨੂੰ ਬਹੁਤ ਜ਼ਿਆਦਾ ਟਾਈਟਲੀ ਹੱਗ ਕਰੋਗੇ ਉਹ ਫਟ ਜਾਏਗਾ। ਓਕੇ। ਔਰ ਅਗਰ ਤੁਸੀਂ ਉਹਨੂੰ ਬਹੁਤ ਲੂਜ਼ ਛੱਡੋਗੇ ਉਹ ਉੜ ਜਾਏਗਾ। ਉਹਨਾਂ ਦੀ ਇਹ ਥਿਊਰੀ ਸੀ। ਔਰ ਉਹਨਾਂ ਨੇ ਮੇਰਾ ਨਾਮ ਜਿਹੜਾ ਹੈ ਪਹਿਲਾਂ ਬਹੁਤ ਟਾਈਮ ਗੱਲ ਚੱਲਦੀ ਰਹੀ ਕਿ ਯਾਰ ਇਹਦਾ ਨਾਮ ਬੜਾ ਹੋਰ ਤਰ੍ਹਾਂ ਦਾ, ਯਾਰ ਲੋਕ ਪੰਜਾਬੀ ਲੋਕ ਇਹਨੂੰ ਕਿੱਦਾਂ ਐਕਸੈਪਟ ਕਰਨਗੇ, ਯਾਰ ਕਿੱਦਾਂ ਨਾਮ ਲੈਣਗੇ ਇਹਦਾ ਯਾਰ। ਫਿਰ ਅਚਾਨਕ ਪਤਾ ਨਹੀਂ ਇੱਕ ਦਿਨ ਕੀ ਉਹਨਾਂ ਦੇ ਮਨ 'ਚ ਆਇਆ, ਕਹਿੰਦੇ ਨਹੀਂ ਤੇਰਾ ਨਾਮ ਬੇਟਾ ਮੈਂ ਇੱਦਾਂ ਹੀ ਰੱਖਣਾ ਹੈ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜੇ ਸਰਦੂਲ ਸਿਕੰਦਰ ਸਾਹਿਬ ਪੰਜਾਬ 'ਚ ਇੱਕੋ ਹੀ ਹੈ, ਹੰਸਰਾਜ ਹੰਸ 'ਚ ਇੱਕੋ ਹੀ ਹੈ, ਮਾਸਟਰ ਸਲੀਮ 'ਚ ਇੱਕੋ ਹੀ ਹੈ, ਸਾਬਰ ਕੋਟੀ ਇੱਕੋ ਹੀ ਹੈ, ਤਾਂ ਮੈਂ ਚਾਹੁੰਦਾ ਕਿ ਮੇਰਾ ਪੁੱਤ ਵੀ ਇੱਕੋ ਹੀ ਹੋਵੇ। ਜੀ। ਔਰ ਉਹਨਾਂ ਨੇ ਸਾਨੂੰ ਜਦੋਂ ਅਸੀਂ ਸਿੰਗਿੰਗ ਦੀ ਲਾਈਨ ਦੇ ਵਿੱਚ ਆਉਣਾ ਸੀ, ਹਲੇ ਆਏ ਨਹੀਂ ਸੀ, ਅਜੇ ਸਿੱਖ ਰਹੇ ਸੀਗੇ, ਜੀ। ਉਹਨਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਕਿ ਬੇਟਾ ਗਾਣਾ ਵਜਾਣਾ ਜਿਹੜਾ ਉਹ ਇੱਦਾਂ ਦਾ ਗਾਉਣਾ ਹੈ ਕਿ ਜਿਹਨੂੰ ਤੁਹਾਡੇ ਫੈਮਿਲੀ ਮੈਂਬਰ ਬੈਠ ਕੇ ਸੁਣ ਸਕਣ। ਰਾਈਟ। ਕੋਈ ਗਾਣਾ ਇੱਦਾਂ ਦਾ ਨਾ ਹੋਵੇ, ਉਹਦਾ ਫਿਲਮਾਂਕਣ ਜਿਹੜਾ ਉਹਦਾ ਵੀਡੀਓ ਇੱਦਾਂ ਦਾ ਨਾ ਹੋਵੇ ਕਿ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਆਏ ਤੁਹਾਡੀ ਫੈਮਿਲੀ ਦੇ ਅੱਗੇ ਕਿ ਮੈਂ ਆਹ ਕੀ ਕਰਕੇ ਆਇਆ। ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਪੈਂਡਿਆਂ 'ਤੇ ਤੁਰਨ ਦੀ, ਹਾਲੇ ਕਿ ਮੁਸ਼ਕਲ ਕੰਮ ਹੈ ਬਹੁਤ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ, ਪਰ ਕੋਸ਼ਿਸ਼ ਜਾਰੀ ਹੈ। ਉਸੇ ਕੋਸ਼ਿਸ਼ ਦੇ ਚਲਦੇ ਮੈਂ ਜ਼ਰੂਰ ਰਿਕੁਐਸਟ ਕਰਨਾ ਚਾਹਾਂਗੀ, ਤੁਹਾਡਾ ਇੱਕ ਬਹੁਤ ਪਿਆਰਾ ਗਾਣਾ ਹੈ ਯੁਵਰਾਜ ਐਂਡ ਹਿਮਾਂਸ਼ੀ ਨੇ ਉਸ ਦੇ ਵਿੱਚ ਜੀ ਫੀਚਰ ਕੀਤਾ ਸੀ, ਮੈਂ ਚਾਹਾਂਗੀ ਤੁਸੀਂ ਪਲੀਜ਼ ਸਾਨੂੰ 2 ਲਾਈਨਾਂ ਉਹਦੀਆਂ ਸੁਣਾ ਦਿਓ। ਜੀ ਮੈਂ ਸੁਣਾਉਣਾ ਜ਼ਰੂਰ ਜੀ। ਸੋਹਣੇ ਮਾਹੀ ਦਾ ਹੋਇਆ ਏ ਦੀਦਾਰ, ਸੋਹਣੇ ਮਾਹੀ ਦਾ ਹੋਇਆ ਏ ਦੀਦਾਰ, ਮੈਂ ਰੱਬਾ ਤੇਥੋਂ ਹੋਰ ਕੀ ਮੰਗਾ, ਮੈਂ ਰੱਬਾ ਤੇਥੋਂ ਹੋਰ ਕੀ ਮੰਗਾ, ਰੱਬ ਵਰਗਾ ਏ ਸਾਡਾ ਸੋਹਣਾ ਯਾਰ, ਮੈਂ ਰੱਬਾ ਤੇਥੋਂ ਹੋਰ ਕੀ ਮੰਗਾ, ਸਾਡਾ ਸੱਜਣਾ ਈ ਸਾਡਾ ਸੰਸਾਰ, ਸੋਹਣਾ ਮਾਹੀ ਤੇ ਮੇਰਾ ਦਿਲਦਾਰ, ਮੈਂ ਰੱਬਾ ਤੇਥੋਂ ਹੋਰ ਕੀ ਮੰਗਾ, ਮੈਂ ਰੱਬਾ ਤੇਥੋਂ ਹੋਰ ਕੀ ਮੰਗਾ। ਬਹੁਤ ਪਿਆਰਾ ਗਾਣਾ ਹੈ ਔਰ ਤੁਹਾਡੇ ਕੋਲੋਂ ਸੁਣ ਕੇ ਬਹੁਤ ਵਧੀਆ ਲੱਗਿਆ। ਥੈਂਕ ਯੂ। ਸਾਬਰ ਕੋਟੀ ਜੀ ਦਾ ਸਟਰਗਲ ਅਸੀਂ ਸਾਰੇ ਜਾਣਦੇ ਹਾਂ, ਉਹਨਾਂ ਦੀ ਮਿਹਨਤ, ਉਹਨਾਂ ਦਾ ਸਟਰਗਲ, ਉਹਨਾਂ ਦਾ ਹਾਰਡ ਵਰਕ ਅਸੀਂ ਸਾਰਿਆਂ ਨੇ ਵੇਖਿਆ, ਸੁਣਿਆ, ਜਾਣਿਆ ਉਹਨਾਂ ਕੋਲੋਂ, ਹੈ ਨਾ। ਜੀ ਜੀ। ਰਿਸ਼ਤੇ ਔਰ ਫਰਿਸ਼ਤੇ, ਜੀ। ਬਾਂਹ ਫੜਨ ਵਾਲੇ ਤੇ ਲੱਤ ਖਿੱਚਣ ਵਾਲੇ, ਇਹਨਾਂ ਦੀ ਪਰਖ ਤੁਹਾਨੂੰ ਜ਼ਿੰਦਗੀ 'ਚ ਕਦੋਂ ਹੋਈ ਐਲੈਕਸ? ਅਕਸਰ ਮੈਨੂੰ ਸਾਰੇ ਪੁੱਛਦੇ ਆ ਜਦੋਂ ਕੋਈ ਇੰਟਰਵਿਊ ਕਰਨ ਆਉਂਦਾ ਹੈ ਜਾਂ ਜਿੱਦਾਂ ਕੋਈ ਫੈਨਸ ਮਿਲਦੇ ਹੈ ਜਾਂ ਜਦੋਂ ਕੋਈ ਅਨਨੋਨ ਪਰਸਨ ਜੋ ਬਹੁਤ ਜ਼ਿਆਦਾ ਕੱਟੜ ਫੈਨ ਹੈ ਉਹਨਾਂ ਦਾ, ਅਕਸਰ ਉਹ ਮੈਨੂੰ ਇਹ ਪੁੱਛਦੇ ਆ ਕਿ ਭਾਜੀ ਤੁਹਾਡੀ ਜਿਹੜੀ ਲਾਈਫ ਹੈ ਉਹ ਜਦੋਂ ਉਸਤਾਦ ਜੀ ਤੁਹਾਡੇ ਨਾਲ ਸੀ ਔਰ ਉਸ ਸਮੇਂ ਦੇ ਵਿੱਚ ਔਰ ਉਹਨਾਂ ਤੋਂ ਬਾਅਦ
ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਤੁਹਾਨੂੰ ਡਿਫਰੈਂਸ ਲੱਗਦਾ ਹੈ। ਤੇ ਮੇਰਾ ਉਹਨਾਂ ਨੂੰ ਇੱਕੋ ਇੱਕ ਜਵਾਬ ਹੁੰਦਾ ਹੈ ਕਿ ਮੇਰਾ ਤਾਂ ਜਨਮ ਹੀ 2018 'ਚ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਤਾਂ ਜਦੋਂ ਡੈਡੀ ਨਾਲ ਸੀਗੇ ਉਹ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਖਾਨ ਸਾਹਿਬ ਪੁੱਤ ਜਿਹੜੀ ਔਲਾਦ ਹੁੰਦੀ ਹੈ ਨਾ ਉਹਦੀ ਜਿਹੜੀ ਬਾਦਸ਼ਾਹਤ ਹੁੰਦੀ ਹੈ ਉਹਦੇ ਪਿਓ ਦੇ ਨਾਲ ਹੁੰਦੀ ਹੈ, ਅਤੇ ਜਦੋਂ ਪਿਓ ਦੁਨੀਆ ਤੋਂ ਚਲੇ ਜਾਂਦਾ ਹੈ ਫਿਰ ਗਲੀਆਂ ਦੇ ਜਿਹੜੇ ਕੱਖ ਹੁੰਦੇ ਆ, ਜਿਹੜੀ ਮਿੱਟੀ ਹੁੰਦੀ ਉਹ ਵੀ ਤੁਹਾਡੇ ਵੱਲ ਧਿਆਨ ਨਹੀਂ ਦਿੰਦੀ, ਉਹਦੇ ਲਈ ਤੁਹਾਡੀ ਜਿਹੜੀ ਵੈਲਿਊ ਜ਼ੀਰੋ ਹੋ ਜਾਂਦੀ ਹੈ। ਔਰ ਸਹੀ ਮਾਇਨੇ 'ਚ ਜੇ ਪੁੱਛਿਆ ਜਾਵੇ ਤਾਂ ਮੇਰਾ ਤਾਂ ਜਨਮ ਹੀ 4 ਸਾਲ ਪਹਿਲਾਂ ਹੋਇਆ, ਔਰ ਇਹਨਾਂ 4 ਸਾਲਾਂ ਦੇ ਵਿੱਚ ਡੇ ਬਾਈ ਡੇ, ਘੰਟੇ ਬਾਈ ਘੰਟੇ, ਮਿੰਟ ਬਾਈ ਮਿੰਟ, ਸੈਕਿੰਡ ਬਾਈ ਸੈਕਿੰਡ, ਮੈਂ ਇੱਕ ਇਹ ਕਹਿ ਲਓ ਤੁਸੀਂ ਜੋ ਇਨਸਾਨ 40 ਸਾਲ ਦੀ ਉਮਰ ਦੇ ਵਿੱਚ ਆ ਕੇ ਐਕਸਪੀਰੀਅੰਸ ਕਰਦਾ ਜ਼ਿੰਦਗੀ ਦਾ, ਮੈਂ ਇਹਨਾਂ 4 ਸਾਲਾਂ ਦੇ ਵਿੱਚ ਕਰ ਲਿਆ। ਬਹੁਤ ਸਾਰੇ ਲੋਕ ਇੱਦਾਂ ਦੇ ਜੁੜੇ ਸਟਾਰਟਿੰਗ ਦੇ ਵਿੱਚ ਜਿਨ੍ਹਾਂ ਨੇ ਮੇਰੇ ਤੋਂ ਫਾਇਦਾ ਵੀ ਲਿਆ, ਔਰ ਨੋ ਡਾਊਟ ਮੈਂ ਕਲੀਨ ਸਲੇਟ ਸੀਗਾ, ਮੈਨੂੰ ਕੁਛ ਨਹੀਂ ਪਤਾ ਸੀਗਾ, ਕੋਰਾ ਕਾਗਜ਼ ਸੀਗਾ, ਦੁਨੀਆਦਾਰੀ ਦਾ ਪਤਾ ਨਹੀਂ ਸੀ। ਇੱਕਦਮ ਡੈਡੀ ਦੇ ਜਾਣ ਤੋਂ ਬਾਅਦ ਥੋੜ੍ਹਾ ਜਿਹਾ ਪ੍ਰੋਬਲਮ ਆਈ ਮੈਨੂੰ, ਔਰ ਬਹੁਤ ਸਾਰੇ ਲੋਕਾਂ ਨੇ ਯੂਜ਼ ਕੀਤਾ, ਬਹੁਤ ਸਾਰੇ ਲੋਕਾਂ ਦੀ ਮੈਂ ਗੱਲਾਂ ਦੇ ਵਿੱਚ ਵੀ ਆਇਆ, ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਮੈਂ ਆਪਣਾ ਨੁਕਸਾਨ ਵੀ ਕਰਾਇਆ। ਬਟ ਇਹ ਜ਼ਿੰਦਗੀ ਹੈ, ਲਾਈਫ ਜਿਹੜੀ ਹੈ ਉਹ ਤੁਹਾਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਜੀ। ਔਰ ਮੈਨੂੰ ਹੱਲੇ ਵੀ ਯਾਦ ਹੈ ਡੈਡੀ ਦੀ ਗੱਲ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਖਾਨ ਸਾਹਿਬ ਇਹ ਜਿਹੜੀ ਦੁਨੀਆ ਹੈ ਇੱਕ ਬਗੀਚੇ ਦੀ ਤਰ੍ਹਾਂ ਹੈ ਜੀ, ਇਹਦੇ ਵਿੱਚ ਹਰ ਤਰ੍ਹਾਂ ਦਾ ਫੁੱਲ ਮਿਲੇਗਾ, ਇਹਦੇ ਵਿੱਚ ਤੁਹਾਨੂੰ ਗੁਲਾਬ ਦਾ ਫੁੱਲ ਵੀ ਮਿਲੇਗਾ, ਇਹਦੇ ਵਿੱਚ ਤੁਹਾਨੂੰ ਥੋਰ ਵੀ ਮਿਲੇਗੀ ਜਿਹਨੂੰ ਕੈਕਟਸ ਕਹਿ ਦਿੰਦੇ ਆਪਾਂ, ਉਹ ਵੀ ਮਿਲੇਗਾ। ਉਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਆਏ, ਬਹੁਤ ਸਾਰੇ ਵਾਅਦੇ ਵੀ ਕੀਤੇ ਉਹਨਾਂ ਨੇ, ਔਰ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਨੇ ਵਾਅਦੇ ਕੀਤੇ ਉਹਨਾਂ ਨੇ ਵਾਅਦੇ ਕਦੀ ਨਹੀਂ ਨਿਭਾਏ, ਉਲਟਾ ਯੂਜ਼ ਕੀਤਾ ਔਰ ਆਪਣਾ ਫਾਇਦਾ ਲਿਆ ਗਏ। ਬਟ ਜਿਨ੍ਹਾਂ ਨੇ ਇੱਕ ਵਾਰੀ ਵੀ ਮੂੰਹ ਤੋਂ ਇਹ ਗੱਲ ਨਹੀਂ ਕਹੀ ਕਿ ਅਸੀਂ ਤੁਹਾਡੇ ਨਾਲ ਆ, ਉਹਨਾਂ ਨੇ ਮੇਰੀ ਬਾਂਹ ਫੜੀ ਔਰ ਸਟਿਲ ਮੇਰੇ ਨਾਲ ਅਜੇ ਵੀ ਚੱਲ ਰਹੇ ਨੇ। ਜਿਵੇਂ ਕਿ ਮੇਰੇ ਫਾਦਰ ਸਾਹਿਬ ਦਾ ਪ੍ਰੋਪਰ ਬੈਂਡ ਹੈ ਜਿਹੜਾ ਉਹਨਾਂ ਦਾ, ਔਰ ਮੈਨੂੰ ਬਹੁਤ ਜ਼ਿਆਦਾ ਇਹ ਸੀਗਾ ਕਿਉਂਕਿ ਮੈਂ ਇੰਨਾ ਕੁ ਜ਼ਿਆਦਾ ਚੀਟ ਹੋ ਚੁੱਕਾ ਸੀਗਾ, ਇੰਨਾ ਕੁ ਜ਼ਿਆਦਾ ਡਿਸਹਾਰਟਡ ਹੋ ਚੁੱਕਾ ਸੀਗਾ, ਮੈਨੂੰ ਇਹ ਸੀਗਾ ਕਿ ਯਾਰ ਪਤਾ ਨਹੀਂ ਆਉਣ ਵਾਲਾ ਟਾਈਮ ਕਿੱਦਾਂ ਹੋਏਗਾ, ਕੀ ਹੋਏਗਾ, ਕਿੱਦਾਂ ਮੈਂ ਸਰਵਾਈਵ ਕਰੂੰਗਾ। ਐਟ ਦੈਟ ਟਾਈਮ ਮੇਰੀ ਫੈਮਿਲੀ ਨੇ ਮੇਰਾ ਬਹੁਤ ਸਪੋਰਟ ਕੀਤਾ, ਔਰ ਸਭ ਤੋਂ ਜ਼ਿਆਦਾ ਔਨ ਸਟੇਜ ਅਗਰ ਸਪੋਰਟ ਕੀਤਾ, ਕਿਉਂਕਿ ਮੈਨੂੰ ਐਕਸਪੀਰੀਅੰਸ ਬਿਲਕੁਲ ਨਹੀਂ ਸੀ ਸਟੇਜ ਦਾ। ਮੈਂ ਇੰਨਾ ਕੁ ਨਰਵਸ ਹੋ ਜਾਂਦਾ ਸੀਗਾ ਕਿ ਮਾਈਕ ਜਦੋਂ ਮੈਂ ਹੱਥ ਦੇ ਵਿੱਚ ਫੜਦਾ ਸੀਗਾ ਮੈਂ ਲਿਟਰਲੀ ਵਾਈਬਰੇਟ ਕਰਨ ਲੱਗ ਜਾਂਦਾ ਸੀ ਮਾਈਕ ਦੇ ਉੱਪਰ ਜਾ ਕੇ, ਔਰ ਉਹਨਾਂ ਹੀ ਗਾਣਿਆਂ ਨੂੰ ਗਾਉਣਾ ਜਿਨ੍ਹਾਂ ਨੂੰ ਮੈਂ ਡੈਡੀ ਦੇ ਨਾਲ ਪਿੱਛੇ ਖੜੇ ਹੋ ਕੇ ਗਾਇਆ ਹੋਇਆ, ਤਾਂ ਉਹ ਮੇਰੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਸੀਗਾ। ਮੈਂ ਭਾਵੁਕ ਵੀ ਹੋ ਜਾਂਦਾ ਸੀਗਾ, ਮੈਂ ਰੋ ਵੀ ਪੈਂਦਾ ਸੀਗਾ, ਬਟ ਉਹ ਮੇਰੇ ਭਰਾ ਸੀਗੇ ਜਿਨ੍ਹਾਂ ਨੇ ਮੇਰੀ ਬਾਂਹ ਫੜੀ। ਟਿਲ ਨਾਓ ਹਾਲੇ ਵੀ ਉਹ ਮੇਰੇ ਨਾਲ ਖੜੇ ਹੈ, ਔਰ ਮੇਰੀ ਫੈਮਿਲੀ ਨਾਲ ਹੈ, ਦੋਸਤ ਨਾਲ ਨੇ, ਕੁਝ ਚੱਲ ਰਹੀ ਹੈ, ਜ਼ਿੰਦਗੀ ਚੱਲੀ ਜਾ ਰਹੀ ਹੈ। ਜਦੋਂ ਪਹਿਲੀ ਵਾਰ ਤੁਸੀਂ ਫਾਦਰ ਸਾਹਿਬ ਦੇ ਨਾਲ ਗਏ ਕਿਸੇ ਸ਼ੋਅ 'ਤੇ, ਹੈ ਨਾ ਜੀ, ਤੇ ਤੁਸੀਂ ਸ਼ੌਂਕੀਆ ਤੌਰ 'ਤੇ ਗਏ ਸੀ ਜਾਂ ਫਾਦਰ ਚਾਹੁੰਦੇ ਸੀ ਵੀ ਹਾਂਜੀ ਮੇਰੇ ਤੋਂ ਬਾਅਦ ਹੁਣ ਐਲੈਕਸ ਤੁਸੀਂ ਆਉਣਾ ਹੈ ਅਤੇ ਤੁਸੀਂ ਮੇਰੇ ਨਾਲ ਚੱਲ ਕੇ ਸਿੱਖਣਾ ਸ਼ੁਰੂ ਕਰੋ? ਐਕਚੁਅਲੀ ਮੈਂ 2005 ਦੇ ਵਿੱਚ ਫਸਟ ਟਾਈਮ ਅਮਰੀਕਾ ਟਰੈਵਲ ਕੀਤਾ ਸੀਗਾ ਐਜ਼ ਅ ਸਿੰਗਰ, ਬਟ ਮੇਰੇ ਮਾਈਂਡ ਦੇ ਵਿੱਚ ਇਹ ਬਿਲਕੁਲ ਨਹੀਂ ਸੀਗਾ ਕਿ ਮੈਂ ਐਜ਼ ਅ ਸਿੰਗਰ ਜਾ ਰਿਹਾ। ਕਿਉਂਕਿ ਹੋਲਡ ਔਨ, 2005 ਦੇ ਵਿੱਚ ਜੀ ਐਜ਼ ਅ ਸਿੰਗਰ, ਕੀ ਏਜ ਸੀ ਤੁਹਾਡੀ ਉਦੋਂ? I was I think near about 15 years, 14-15 years, ਹਾਂ ਇੰਨਾ ਕਹੂੰਗਾ। ਓਕੇ, ਉਸ ਟਾਈਮ ਤੇ ਮੈਂਟੈਲਿਟੀ ਉਦੋਂ ਸੀਗੀ, ਉਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ, ਉਦੋਂ ਬਚਪਨਾ ਸੀਗਾ ਬਹੁਤ ਜ਼ਿਆਦਾ, ਉਦੋਂ ਮਾਈਂਡ ਦੇ ਵਿੱਚ ਕੁਛ ਨਹੀਂ ਸੀਗਾ ਕਿ ਮੈਂ ਐਜ਼ ਅ ਸਿੰਗਰ ਜਾ ਰਿਹਾ, ਮੈਂ ਪਰਫੋਰਮ ਕਰਨ ਜਾ ਰਿਹਾ। ਉਦੋਂ ਮੈਨੂੰ ਇਹ ਸੀਗਾ ਕਿ ਯਾਰ ਅਮਰੀਕਾ ਜਾ ਰਹੇ ਹਾਂ, ਘੁੰਮ ਕੇ ਆਵਾਂਗੇ ਯਾਰ, ਇੱਥੇ ਜਾਵਾਂਗੇ ਉੱਥੇ ਜਾਵਾਂਗੇ ਜੀ। ਬਟ ਉੱਥੇ ਜਾ ਕੇ ਇੱਕ ਇਨਸੀਡੈਂਟ ਮੇਰੇ ਨਾਲ ਐਸਾ ਹੋਇਆ ਜਿਹਨੇ ਮੇਰੀ ਲਾਈਫ ਬਦਲ ਕੇ ਰੱਖ ਦਿੱਤੀ। ਅਸੀਂ ਵਾਸ਼ਿੰਗਟਨ DC 'ਚ ਸਾਡਾ ਸ਼ੋਅ ਸੀਗਾ, ਔਰ ਕਾਫੀ ਵੱਡਾ ਆਡੀਟੋਰੀਅਮ ਸੀਗਾ, ਕਾਫੀ ਵੱਡਾ ਹਾਲ ਸੀਗਾ। ਡੈਡ ਨਾਲ ਸੀ? ਡੈਡੀ ਨਾਲ ਸੀਗੇ ਮੇਰੇ। ਬਟ ਜਦੋਂ ਮੈਂ ਗਾਉਣਾ ਸੀਗਾ ਡੈਡੀ ਉਦੋਂ ਸਾਈਡ 'ਤੇ ਹੋ ਗਏ ਕਿ ਯਾਰ ਜ਼ਿੰਦਗੀ ਹੈ, ਇਹਨੂੰ ਸਿੱਖਣਾ ਚਾਹੀਦਾ। ਉਹ ਸਾਈਡ 'ਤੇ ਹੋ ਗਏ, ਉਹਨਾਂ ਨੇ ਦੇਖਿਆ ਮੈਂ ਗਿਆ, ਮੈਂ ਡੈਡੀ ਦੇ ਪੈਰੀ ਹੱਥ ਲਾਏ, ਮੈਂ ਕਿਹਾ ਜੀ ਮੈਂ ਨਰਵਸ ਹੋ ਰਿਹਾ ਬਹੁਤ ਜ਼ਿਆਦਾ। ਕਹਿੰਦੇ ਕੋਈ ਨਹੀਂ, ਜੇ ਮਾਲਕ ਬੇਟਾ ਇੱਥੇ ਲੈ ਕੇ ਆਇਆ ਨਾ, ਉਹਨੇ ਤੇਰੇ ਲਈ ਅੱਗੇ ਵਾਸਤੇ ਵੀ ਕੁਝ ਸੋਚਿਆ ਜੀ, ਕੋਈ ਗੱਲ ਨਹੀਂ, ਰੱਬ ਦਾ ਨਾਮ ਹੈ ਅਤੇ ਸ਼ੁਰੂ ਕਰ। ਮੈਂ ਗਾਇਆ, ਔਰ ਸਾਰੀ ਜਿਹੜੀ ਲਾਈਟ ਸੀਗੀਆਂ ਉਹ ਸਟੇਜ ਦੇ ਉੱਪਰ ਸੀਗੀਆਂ, ਮੈਨੂੰ ਅੱਗੇ ਥੋੜ੍ਹਾ ਦਿਸ ਰਿਹਾ ਸੀਗਾ, ਸੁਣਾਈ ਦੇ ਰਿਹਾ ਸੀਗਾ ਕਿ ਲੋਕ
ਕਮੈਂਟ ਕਰ ਰਹੇ ਆ, ਲੋਕ ਤਾੜੀਆਂ ਵਜਾ ਰਹੇ ਆ, ਤੇ ਸਾਰੀਆਂ ਲਾਈਟਾਂ ਸਟੇਜ ਵੱਲ ਸੀਗੀਆਂ। ਤਾਂ ਮੈਨੂੰ ਥੋੜ੍ਹਾ ਜਿਹਾ ਦਿਸ ਰਿਹਾ ਸੀ ਕਿ ਅੱਗੇ 10-15 ਲੋਕ ਬੈਠੇ ਆ। ਨੋਰਮਲੀ ਡੈਡੀ ਜਦੋਂ ਮੈਨੂੰ ਕਿਤੇ ਲੈ ਕੇ ਜਾਂਦੇ ਸੀਗੇ ਕਿਤੇ ਮਹਿਫਿਲ ਦੇ ਵਿੱਚ ਤਾਂ ਬੈਠੇ ਹੁੰਦੇ ਸੀਗੇ, ਤਾਂ ਮੇਰੇ ਲਈ ਨੋਰਮਲ ਗੱਲ ਸੀ 10-15 ਲੋਕਾਂ ਅੱਗੇ ਗਾਣ ਜੀ। ਮੈਂ ਗਾਇਆ, ਇੱਕ ਗਾਣਾ ਗਾ ਲਿਆ। ਜਦੋਂ ਮੇਰਾ ਸੈਕਿੰਡ ਗਾਣਾ ਸਟਾਰਟ ਹੋਇਆ, ਸੈਕਿੰਡ ਗਾਣੇ ਦੇ ਲਾਸਟ ਅੰਤਰੇ ਦੇ ਵਿੱਚ ਸਾਰੀ ਪਿੱਛੇ ਦੀ ਹਾਲਸ ਦੀ ਲਾਈਟ ਔਨ ਹੋ ਗਈਆਂ ਔਰ ਮੈਂ ਗਾ ਰਿਹਾ, ਮੈਂ ਆਪਣੇ ਧਿਆਨ 'ਚ ਗਾ ਰਿਹਾ। ਜਦੋਂ ਲਾਸਟ ਅੰਤਰਾ ਆਇਆ, ਜਦੋਂ ਪਿੱਛੇ ਦੀ ਲਾਈਟਸ ਔਨ ਹੋਈ ਔਰ ਹਾਲ ਦੇ ਵਿੱਚ ਨਾ ਕਰਦਿਆਂ 6 ਤੋਂ 7 ਹਜ਼ਾਰ ਬੰਦਾ ਹੋਏਗਾ ਔਰ ਮੈਂ ਲਾਈਨ ਭੁੱਲ ਗਿਆ। ਮੈਂ ਇੱਦਾਂ ਕਰਨ ਲੱਗ ਗਿਆ, ਮੈਂ ਪੂਰਾ ਵਾਈਬਰੇਟ ਕਰਨ ਲੱਗ ਗਿਆ, ਮੇਰੇ ਹੱਥ ਬਿਲਕੁਲ ਵਾਈਟ ਹੋ ਗਏ। ਡੈਡੀ ਨੂੰ ਪਤਾ ਲੱਗ ਗਿਆ ਕਿ ਨਰਵਸ ਹੋ ਗਿਆ। ਡੈਡੀ ਹੌਲੀ ਹੌਲੀ ਆਏ, ਉਹਨਾਂ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ, ਮੈਨੂੰ ਕਹਿੰਦੇ ਖਾਨ ਸਾਹਿਬ ਬੇਟਾ ਜਿਹੜਾ ਕੰਮ ਹੁਣ ਸ਼ੁਰੂ ਕੀਤਾ ਉਹਨੂੰ ਮੁਕੰਮਲ ਤਾਂ ਕਰਨਾ ਪੈਣਾ। ਕੋਈ ਗੱਲ ਨਹੀਂ, ਲੈ ਬਾਬੇ ਦਾ ਨਾਂ, ਕੋਈ ਗੱਲ ਨਹੀਂ, ਗਾ ਤੂੰ, ਕੋਈ ਗੱਲ ਨਹੀਂ। ਫਿਰ ਡੈਡੀ ਨੇ ਮੇਰੇ ਨਾਲ ਖੜ੍ਹੇ ਹੋ ਕੇ ਮੈਨੂੰ ਗਵਾਇਆ। ਮੈਂ 2 ਗਾਣੇ ਗਾਏ ਉਹ ਸ਼ੋਅ ਦੇ ਵਿੱਚ ਔਰ ਮੈਂ ਸਭ ਤੋਂ ਯੰਗੈਸਟ ਸਿੰਗਰ ਮੈਂ ਸੀ ਉਸ ਗਰੁੱਪ ਦੇ ਵਿੱਚ। ਔਰ ਅਸੀਂ ਆਏ, ਸ਼ੋਅ ਖਤਮ ਹੋਇਆ ਔਰ ਸਾਡੇ ਜਿਹੜੇ ਪ੍ਰਮੋਟਰ ਸਾਹਿਬ ਸੀਗੇ ਉਹ ਸਾਨੂੰ ਲੈ ਗਏ। ਉਹਨਾਂ ਨੇ ਸਾਨੂੰ ਗੱਡੀ 'ਚ ਬਿਠਾ ਦਿੱਤਾ ਕਿ ਪਬਲਿਕ ਤੁਹਾਨੂੰ ਪਰੇਸ਼ਾਨ ਕਰੇਗੀ ਵਗੈਰਾ ਵਗੈਰਾ। ਅਸੀਂ ਬਹਿ ਗਏ ਜੀ। ਜਦੋਂ ਸਾਰਾ ਕੁਛ ਰੈਪ ਅਪ ਹੋ ਗਿਆ, 2 ਬਾਊਂਸਰ ਸੀਗੇ ਔਰ ਮਜ਼ੇ ਦੀ ਗੱਲ ਇਹ ਹੈ ਕਿ ਉਹ ਇੰਡੀਅਨ ਨਹੀਂ ਸੀਗੇ, ਉਹ ਸ਼ਾਇਦ ਸਾਊਥ ਅਫਰੀਕਨ ਸੀਗੇ ਸ਼ਾਇਦ, ਮੇਬੀ। ਉਹ ਆਏ, ਉਹਨਾਂ ਨੇ ਡੋਰ ਨੌਕ ਕੀਤਾ ਅਤੇ ਸਾਡੇ ਪ੍ਰਮੋਟਰ ਜਿਹੜੇ ਬਾਹਰ ਆਏ ਉਹ ਕਹਿੰਦੇ ਹਾਂਜੀ। ਉਹਨਾਂ ਨੇ ਪੁੱਛਿਆ ਕਿ ਉਹ ਜਿਹੜਾ ਲੜਕਾ ਛੋਟਾ ਜਿਹਾ ਗਾ ਰਿਹਾ ਸੀਗਾ ਉਹ ਕਿੱਥੇ ਹੈ, ਇਸੇ ਗੱਡੀ 'ਚ ਕਿ ਉਹ ਚਲੇ ਗਏ ਹੈ? ਅਤੇ ਉਹਨਾਂ ਨੇ ਕਿਹਾ ਨਹੀਂ, ਇਸੇ ਗੱਡੀ 'ਚ ਹੈ। ਤਾਂ ਉਸ ਟਾਈਮ ਮੈਂ ਨਰਵਸ ਜਲਦੀ ਹੋ ਜਾਂਦਾ ਸੀਗਾ ਔਰ ਹੈਜ਼ੀਟੇਟ ਬਹੁਤ ਕਰਦਾ ਸੀਗਾ। ਇੰਗਲਿਸ਼ ਅੰਡਰਸਟੈਂਡ ਕਰ ਲੈਂਦਾ ਸੀਗਾ, ਲੇਕਿਨ ਥੋੜ੍ਹਾ ਜਿਹਾ ਬੋਲਣ ਦੇ ਵਿੱਚ ਮੈਨੂੰ ਇਹ ਸੀਗਾ ਕਿ ਯਾਰ ਮੈਂ ਕੋਈ ਵਰਡ ਗਲਤ ਨਾ ਬੋਲ ਦੇਵਾਂ। ਤਾਂ ਮੇਰੀ ਹੈਡ ਮੂਵਮੈਂਟ ਚੱਲਦੀ ਸੀ ਉਦੋਂ ਜ਼ਿਆਦਾ। ਤਾਂ ਡੈਡੀ ਵੀ ਨਾਲ ਹੀ ਉੱਤਰ ਆਏ ਮੇਰੇ ਔਰ ਉਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਬਲੈਸਿੰਗ ਦਿੱਤੀ। ਉਹਨੇ ਮੈਨੂੰ ਇੱਕੋ ਗੱਲ ਕਹੀ, ਕਹਿੰਦੇ ਕਿ ਮੈਨੂੰ ਨਹੀਂ ਪਤਾ ਯਾਰ ਕਿ ਤੂੰ ਕੀ ਗਾਇਆ, ਬਟ ਜੋ ਵੀ ਤੂੰ ਗਾਇਆ ਉਸ ਚੀਜ਼ ਨੇ ਮੈਨੂੰ ਮੇਰੇ ਹਾਰਟ 'ਤੇ ਨੌਕ ਕੀਤਾ। ਮੈਨੂੰ ਕਹਿੰਦੇ ਅਤੇ ਤੁਹਾਡੇ ਫੈਮਿਲੀ 'ਚੋਂ ਕੋਈ ਆਇਆ? ਫਿਰ ਮੈਂ ਦੱਸਿਆ, ਇਸ਼ਾਰਾ ਕੀਤਾ ਡੈਡੀ ਵੱਲ। ਫਿਰ ਡੈਡੀ ਨੇ ਗੱਲ ਕੀਤੀ ਉਹਨਾਂ ਦੇ ਨਾਲ ਕਿ ਇਹ ਮੇਰਾ ਬੇਟਾ ਹੈ ਔਰ ਮੈਂ ਵੀ ਕਾਫੀ ਟਾਈਮ ਤੋਂ ਇਸ ਲਾਈਨ ਦੇ ਵਿੱਚ ਹਾਂ ਔਰ ਇਹ ਉਹਨੂੰ ਅੱਗੇ ਪਰਸੂ ਕਰ ਰਿਹਾ। ਔਰ ਉਹਨਾਂ ਨੇ ਮੈਨੂੰ ਬਲੈਸਿੰਗ ਦਿੱਤੀ, ਕਹਿੰਦੇ ਕਿ ਤੁਸੀਂ ਇਹਦੇ ਵਿੱਚ ਸਿੰਗਿੰਗ ਦੇ ਵਿੱਚ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ, ਤੋ ਕੀਪ ਇਟ ਅਪ। ਔਰ ਉਹ ਜੋ ਉਹਨਾਂ ਦਾ ਸਟਾਈਲ ਹੁੰਦਾ ਉਹਨਾਂ ਨੇ ਇੱਦਾਂ, ਉਸ ਚੀਜ਼ ਦਾ ਮੇਰੇ 'ਤੇ ਬਹੁਤ ਇਫੈਕਟ ਹੋਇਆ ਕਿ ਯਾਰ ਜਿਸ ਬੰਦੇ ਨੂੰ ਪੰਜਾਬੀ ਦਾ ਊੜਾ ਐੜਾ ਨਹੀਂ ਆਉਂਦਾ, ਯਾਰ ਉਹ ਬੰਦਾ ਮੈਨੂੰ ਐਡੀ ਵੱਡੀ ਬਲੈਸਿੰਗ ਦੇ ਰਿਹਾ। ਫਿਰ ਮੈਨੂੰ ਡੈਡੀ ਨੇ ਇਹ ਗੱਲ ਸਮਝਾਈ ਸੀ, ਕਹਿੰਦੇ ਖਾਨ ਸਾਹਿਬ ਰੱਬ ਜਿਹੜਾ ਨਾ ਉਹ ਗਵਈਏ ਨੂੰ ਬਣਾ ਕੇ ਭੇਜਦਾ, ਕੋਈ ਗਵਈਆ ਬਣਦਾ ਨਹੀਂ ਹੈ। ਬਹੁਤ ਕਿਸਮਤ ਵਾਲੇ ਲੋਕ ਹੁੰਦੇ ਆ ਜਿਨ੍ਹਾਂ 'ਤੇ ਪਰਮਾਤਮਾ ਹੱਥ ਰੱਖਦਾ ਹੈ। ਔਰ ਤੂੰ ਇਹ ਦੇਖ ਕਿ ਉਹਨੂੰ ਸਾਡੇ ਸੰਗੀਤ ਦਾ ਕੁਛ ਨਹੀਂ ਪਤਾ ਕਿ ਪੰਜਾਬੀ ਗਾਣਾ ਕੀ ਹੈ, ਫੋਕ ਕੀ ਹੈ, ਕਲਾਸੀਕਲ ਕੀ ਹੈ, ਬਟ ਉਹਨੂੰ ਇਹ ਪਤਾ ਕਿ ਇਹ ਮਿਊਜ਼ਿਕ ਹੈ ਜੀ। ਕਹਿੰਦੇ ਹੁਣ ਇਸ ਚੀਜ਼ ਨੂੰ ਬੇਟਾ ਤੂੰ ਸੀਰੀਅਸਲੀ ਲੈਣਾ ਹੈ। ਔਰ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਇਹ ਕਹਿ ਲਓ ਕਿ ਮੈਮੋਰੇਬਲ ਮੂਮੈਂਟ ਸੀਗਾ ਜਿਹਨੇ ਮੈਨੂੰ ਸਿੰਗਿੰਗ ਵੱਲ ਪੁਸ਼ ਕੀਤਾ। ਰਾਈਟ। ਸੋ ਫਾਦਰ ਸਾਹਿਬ ਦੇ ਬਹੁਤ ਹਿੱਟ ਗੀਤ ਨੇ ਵੈਸੇ ਤੇ। ਇੱਕ ਸਮਾਂ ਹੁੰਦਾ ਸੀ ਜਦੋਂ ਜਿੱਥੇ ਵੀ ਅਸੀਂ ਆਪਣਾ ਡੈਕ ਜਿਹਨੂੰ ਕਹਿੰਦੇ ਨੇ ਮਿਊਜ਼ਿਕ ਸਿਸਟਮ ਰੱਖਿਆ ਹੁੰਦਾ ਸੀਗਾ, ਹੈ ਨਾ। ਮੈਨੂੰ ਯਾਦ ਹੈ ਕਿ ਸੈਲਫਸ ਹੁੰਦੀਆਂ ਸੀਗੀਆਂ। ਸੋ ਛੋਟੀ ਜਿਹੀ ਅਲਮਾਰੀ ਹੁੰਦੀ ਜਾਂ ਉਸੇ ਸੈਲਫ 'ਤੇ ਆਪਾਂ ਇੱਦਾਂ ਕੈਸੇਟਸ ਉੱਪਰ ਕਰਕੇ ਰੱਖਦੇ ਸੀ। ਸੋ ਕਹਿੰਦੇ ਆ ਕਿ ਜਦੋਂ ਦਿਲ ਟੁੱਟਦਾ ਸੀ, ਜਦੋਂ ਇੱਕ ਉਹ ਟੇਸਟ ਜਿਹੜਾ ਉਹਦਾ ਟ੍ਰੈਂਡ ਤੁਰ ਪਿਆ ਸੀਗਾ ਅਤੇ ਕੈਸੇਟਸ ਇੱਦਾਂ ਲੱਗੀਆਂ ਹੁੰਦੀਆਂ ਸੀ ਲੇਅਰ ਵਾਈਜ਼ ਨਾ, ਅਤੇ ਦਿਲ ਟੁੱਟਣ 'ਤੇ ਉਹਨਾਂ ਦੇ ਗਾਣੇ ਸੁਣੇ ਜਾਂਦੇ ਸੀ। ਪਰ ਜੇ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਉਹਨਾਂ ਦਾ ਕਿਹੜਾ ਗਾਣਾ ਸਭ ਤੋਂ ਵੱਧ ਸੁਣਿਆ ਜਿਹੜਾ ਤੁਹਾਨੂੰ, ਕਿਉਂਕਿ ਇੱਕ ਏਜ ਤਾਂ ਸਾਰਿਆਂ ਦੇ ਉੱਤੇ ਆਉਂਦੀ ਹੈ, ਜੇ ਅਸੀਂ ਉਹ ਚੀਜ਼ ਫੀਲ ਕਰਦੇ ਹਾਂ, ਬਟ ਓਬਵੀਅਸਲੀ ਵੀ ਤੁਹਾਡੀ ਲਾਈਫ 'ਚ ਉਹ ਫੇਸ ਆਇਆ ਹੋਊਗਾ। ਤੁਸੀਂ ਉਹਨਾਂ ਦੇ ਕਿਹੜੇ ਗਾਣੇ ਸਭ ਤੋਂ ਵੱਧ ਸੁਣਿਆ ਅਲੈਕਸ? ਐਲਬਮ ਰਿਲੀਜ਼ ਹੋਈ ਸੀਗੀ ਹੰਝੂ। ਹਾਂਜੀ। ਹੰਝੂ ਦੇ ਵਿੱਚ ਇੱਕ ਗਾਣਾ ਸੀਗਾ ਜਿਹਦੇ ਵਿੱਚ ਤੇਰੀ ਯਾਦ ਪਈ। ਓਕੇ, ਦਿਲ ਕੱਢ ਕੇ ਸੁੱਟਣਾ ਬਾਕੀ, ਬਿਲਕੁਲ ਜੀ। ਉਹ ਜਦੋਂ ਡੈਡੀ ਨੇ ਉਹਦਾ ਥੋੜ੍ਹਾ ਜਿਹਾ ਡੈਮੋ ਬਣਾਇਆ, ਮੈਨੂੰ ਸੁਣਾਇਆ ਆ ਕੇ, ਕਹਿੰਦੇ ਖਾਨ ਸਾਹਿਬ ਦੇਖ ਮੈਂ ਆ ਕਰਕੇ ਆਇਆ, ਦੇਖ ਮਾੜਾ ਜਿਹਾ ਸੁਣ ਕੇ ਦੱਸ। ਉਹਨਾਂ ਦੀ ਬੜੀ ਇੱਕ ਉਹਨਾਂ ਦੇ ਅੰਦਰ ਇੱਕ ਇਹ ਕਹਿ ਲਓ ਕਿ ਇੱਕ ਇਹ ਹੁੰਦਾ ਸੀਗਾ ਕਿ ਯਾਰ ਮੈਂ ਆਪਣੇ ਬੱਚਿਆਂ ਦਾ ਵਿਊ ਲਵਾਂ ਐਜ਼ ਏ ਆਡੀਅੰਸ, ਇਹ ਕੀ ਵਿਊ ਦਿੰਦੇ ਆ। ਉਹਨਾਂ ਨੇ ਮੈਨੂੰ ਗਾਣਾ ਸੁਣਾਇਆ, ਸਾਰੇ ਗਾਣੇ ਸੁਣੇ, ਮੈਂ ਕਿਹਾ ਆ ਵੀ ਠੀਕ ਹੈ ਜੀ, ਆ ਵੀ ਸੋਹਣਾ, ਆ ਵੀ ਅੱਛਾ ਜੀ, ਬਹੁਤ ਵਧੀਆ। ਜਦੋਂ ਉਹਨਾਂ ਨੇ ਮੈਨੂੰ ਆ ਲਾਸਟ ਟਰੈਕ ਸੁਣਾਇਆ ਜਿਹਦੇ ਵਿੱਚ ਤੇਰੀ ਯਾਦ ਪਈ, ਮੈਂ ਕਿਹਾ ਜੀ, ਮੈਂ ਕਿਹਾ ਡੈਡੀ ਮੈਨੂੰ ਗਾਣਾ ਰੜਕਦਾ। ਕਹਿੰਦੇ ਕਿਉਂ, ਇਹ 'ਚ ਕੀ ਆ? ਇੰਨਾ ਸੈਡ ਕਿਹਨੇ ਸੁਣਨਾ, ਉਹ ਕਿੱਥੇ? ਮੈਂ ਕਿਹਾ ਚੱਲਣ ਵਾਲੇ ਗਾਣੇ ਆ ਇਹ ਦੱਸੋ। ਮੈਂ ਕਿਹਾ ਹੋਰ ਕੋਈ ਪਾ ਲਓ, ਕੋਈ ਬੀਟ ਪਾ ਲਓ, ਕੋਈ ਰੋਮਾਂਟਿਕ ਪਾ ਲਓ।
ਉਹ ਨਹੀਂ ਕਾਕਾ, ਉਦੋਂ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਖਾਨ ਸਾਹਿਬ ਪੁੱਤਰਾ ਪਿਓ ਪਿਓ ਹੁੰਦਾ, ਪੁੱਤ ਪੁੱਤ ਹੁੰਦਾ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ, ਇਹ ਤੂੰ ਮੇਰੇ ਨਾਲ ਬਾਅਦ 'ਚ ਗੱਲ ਕਰੀ ਇਸ ਮੈਟਰ 'ਤੇ। ਓਕੇ। ਔਰ ਉਹ ਟਾਈਮ ਨਿਕਲ ਗਿਆ, ਲਾਈਵ ਸ਼ੋਜ਼ ਚੱਲਦੇ ਗਏ, ਮੈਂ ਐਟ ਦੈਟ ਟਾਈਮ ਮੈਂ ਨਾਲ ਥੋੜ੍ਹਾ ਥੋੜ੍ਹਾ ਜਾਣਾ ਸ਼ੁਰੂ ਕੀਤਾ ਸੀਗਾ ਡੈਡੀ ਦੇ, ਨਿਕਲ ਗਏ। ਜਦੋਂ ਗਾਣਾ ਫਾਈਨਲ ਬਣ ਕੇ ਆਇਆ, ਔਰ ਤੁਸੀਂ ਸੱਚ ਜਾਣਿਓ ਉਸ ਟਾਈਮ ਵਾਕਮੈਨ ਆਉਂਦੇ ਹੁੰਦੇ ਸੀਗੇ। ਹਾਂਜੀ ਹਾਂਜੀ। ਔਰ ਮੈਂ ਇਕੱਲਾ ਐਸਾ ਘਰ ਦੇ ਵਿੱਚ ਇਨਸਾਨ ਸੀਗਾ ਜਿਹਨੇ ਮੇਰਾ ਖਿਆਲ ਨਾ ਕਰਦਿਆਂ 5 ਤੋਂ 7 ਕੈਸਟਾਂ ਖਰਾਬ ਕੀਤੀਆਂ ਇੱਕੋ ਹੀ ਗਾਣਾ ਸੁਣ ਕੇ। ਉਹ ਗਾਣਾ ਰਿਪੀਟ 'ਤੇ ਚੱਲੀ ਜਾਣਾ ਚਲਦੇ ਉਹ ਵਾਕਮੈਨ ਦੇ ਅੰਦਰ ਉਹ ਸਾਰੀ ਕੈਸਟ ਖੁੱਲ੍ਹ ਜਾਂਦੀ ਹੁੰਦੀ ਸੀ। ਹਾਂਜੀ। ਉਹ ਮੇਰਾ ਸਭ ਤੋਂ ਫੇਵਰੇਟ ਗਾਣਾ ਅਜੇ ਤੱਕ, ਅਜੇ ਵੀ ਕਿਤੇ ਅਸੀਂ ਜਾਂਦੇ ਹਾਂ ਲਾਈਵ ਪਰਫੋਰਮ ਕਰਦੇ ਹਾਂ, ਸਪੈਸ਼ਲੀ ਉਹਦੀ ਰਿਕੁਐਸਟ ਆਉਂਦੀ ਕਿ ਭਾਜੀ ਇਹ ਜ਼ਰੂਰ ਗਾਓ। ਬਟ ਜਦੋਂ ਇਹ ਗਾਣਾ ਗਾਵਾਂ ਮੈਂ ਜਾਂ ਕੋਈ ਵੀ ਗਾਣਾ ਹੋਵੇ, ਖੈਰ ਮੈਨੂੰ ਮੇਰੇ ਮਾਈਂਡ 'ਚੋਂ ਮੂਵੀਜ਼ ਚੱਲ ਪੈਂਦੀਆਂ, ਕਿਉਂਕਿ ਬਹੁਤ ਸਾਲ ਮੈਂ 2008-9 ਤੋਂ ਡੈਡੀ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਸੀਗਾ। ਔਰ ਮੇਰਾ ਖਿਆਲ ਸ਼ਾਇਦ 4-5 ਇੱਦਾਂ ਦੀਆਂ ਸਟੇਜਸ ਹੋਣੀਆਂ ਜੋ ਮੈਂ ਨਹੀਂ ਗਿਆ ਡੈਡੀ ਦੇ ਨਾਲ, ਬਟ ਮੈਂ ਜਿੰਨਾ ਵੀ ਐਕਸਪੀਰੀਅੰਸ ਲਿਆ ਮੈਂ ਉਹਨਾਂ ਤੋਂ ਲਿਆ ਜੀ। ਤੇ ਮੈਂ ਥੋੜ੍ਹਾ ਜਿਹਾ ਕਰਕੇ ਸੁਣਾ ਦੇਣਾ ਜੀ। ਜੇ ਅੱਗ ਲਾਇਆ ਹੀ ਸੜਨੀ ਸੀ, ਤੇਰੇ ਖਤਾ ਨਾਲ ਸੜ ਜਾਣੀ ਸੀ। ਜੇ ਪਾਣੀਆਂ ਦੇ ਵਿੱਚ ਹੜਨੀ ਸੀ, ਤੇਰੀ ਫੋਟੋ ਨਾਲ ਹੜ ਜਾਣੀ ਸੀ। ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ। ਬਹੁਤ ਟਾਈਮ ਬਾਅਦ ਇਹ ਗਾਣਾ ਸੁਣਿਆ ਔਰ ਇੱਦਾਂ ਲੱਗ ਰਿਹਾ ਕਿ ਅੱਜ ਵੀ ਉਹੀ ਵਾਈਬ ਹੈ ਇਸ ਗਾਣੇ ਦੀ, ਅੱਜ ਵੀ ਉਹੀ ਫੀਲ ਹੈ ਇਸ ਗਾਣੇ ਦਾ। ਔਰ ਉਹਨਾਂ ਦੇ ਵੈਸੇ ਸਾਰੇ ਹੀ ਗੀਤ, ਇਸ ਐਲਬਮ ਦੀ ਕੰਪਲੀਟ ਐਲਬਮ ਦੀ ਗੱਲ ਕਰੀਏ, ਇਸ ਤੋਂ ਪਹਿਲੇ ਉਹਨਾਂ ਦੀ ਇੱਕ ਐਲਬਮ ਬੜੀ ਹਿੱਟ ਹੋਈ ਸੀ ਤਾਰਾਂ ਅੰਬਰਾਂ ਤੇ, ਜੀ ਜੀ ਹੈ ਨਾ, ਤੇ ਉਹ ਹੋ ਗਿਆ। ਅੱਛਾ, ਉਹਨਾਂ ਦਾ ਇੱਕ ਥੋੜਾ ਪੈਪੀ ਸੌਂਗ ਤੇ ਨਹੀਂ ਕਹਿ ਸਕਦੇ, ਕਿਹੜੇ ਜੋਨਰ ਦਾ ਗਾਣਾ ਹੋਏਗਾ, ਸੌਣ ਦਾ ਮਹੀਨਾ ਹੋਵੇ ਜੀ, ਹੈ ਨਾ, ਉਹ ਵੀ ਉਹਨਾਂ ਦਾ ਗਾਣਾ ਬੇਸ਼ੱਕ ਉਹਨਾਂ ਦੇ ਜੋਨਰ ਤੋਂ ਹਟ ਕੇ ਸੀ, ਪਰ ਮੈਨੂੰ ਲੱਗਦਾ ਕਿ ਉਸ ਟਾਈਮ ਦਾ ਜਿਹੜਾ ਯੂਥ ਇੱਕ ਕੈਟੇਗਰੀ ਸੀ ਉਹਨਾਂ ਨੂੰ ਬਹੁਤ ਲਾਈਕ ਕੀਤਾ ਸੀ ਉਸ ਗਾਣੇ ਨੂੰ, ਹੰਝੂਆਂ ਦੇ ਵਿੱਚ ਗਮ ਪਾ ਕੇ, ਹੈ ਨਾ। ਸੋ ਇੱਕ ਅਲੱਗ ਫਲੇਵਰ ਲੈ ਕੇ ਆਏ ਸੀ ਉਹ। ਸੈਡ ਸੌਂਗ ਦੇ ਵਿੱਚ ਵੀ ਇੱਕ ਅਲੱਗ ਹੀ ਫਲੇਵਰ ਸੀ ਉਹਨਾਂ ਦੇ ਗਾਣਿਆਂ ਦਾ। ਪਰ ਐਲੈਕਸ, ਲਾਈਫ ਦੇ ਵਿੱਚ ਤੁਹਾਡੇ ਇੱਕ ਬਹੁਤ ਵੱਡਾ ਧੱਕਾ ਹੋਇਆ ਜਿਸ ਦੇ ਨਾਲ ਅੱਜ ਤੱਕ ਤੁਸੀਂ ਫਾਈਟ ਕਰ ਰਹੇ ਹੋ ਜੀ। ਤੁਹਾਨੂੰ ਲੱਗਦਾ ਹੈ ਕਿ ਉਸ ਪ੍ਰੋਬਲਮ ਦੇ ਨਾਲ ਫਾਈਟ ਕਰਨ ਦੀ ਸਭ ਤੋਂ ਵੱਡਾ ਜਿਹੜਾ ਡਰਾਬੈਕ ਹੈ ਉਹ ਇਹੀ ਹੈ ਕਿ ਅੱਜ ਡੈਡ ਨਾਲ ਨਹੀਂ ਹੈ? ਬਿਲਕੁਲ ਜੀ, ਅਕਸਰ ਕਹਿੰਦੇ ਹੁੰਦੇ ਸੀਗੇ ਕਿ ਡੈਡੀ ਦੀ ਇਹ ਵਰਡਿੰਗ ਹੁੰਦੀ ਸੀਗੀ ਕਿ ਕਹਿੰਦੇ ਬੇਟਾ ਚੜ੍ਹਦੇ ਸੂਰਜ ਨੂੰ ਹਮੇਸ਼ਾ ਸਲਾਮਾਂ ਹੁੰਦੀਆਂ ਆ। ਔਰ ਮੈਂ ਉਹਨਾਂ ਦੇ ਜੀਂਦੇ ਇਹ ਚੀਜ਼ ਨੂੰ ਐਕਸਪੀਰੀਅੰਸ ਖੁਦ ਵੀ ਕੀਤਾ, ਬਿਕੋਜ਼ ਜਦੋਂ ਉਹ ਠੀਕ ਠਾਕ ਸੀਗੇ, ਜਦੋਂ ਸ਼ੋਜ਼ ਚੱਲਦੇ ਸੀਗੇ, ਮਿਲਦੇ ਗਿਲਦੇ ਸੀਗੇ, ਉਦੋਂ ਮੇਲਾ ਲੱਗਿਆ ਰਹਿੰਦਾ ਸੀ ਸਾਡੇ ਘਰ। ਮਤਲਬ ਕਿ ਤੁਸੀਂ ਇਹ ਕਹਿ ਲਓ ਕਿ ਦੁਪਹਿਰ ਤੋਂ ਲੈ ਕੇ ਨੈਕਸਟ ਮਾਰਨਿੰਗ ਤੱਕ ਕਦੀ ਕੋਈ ਆ ਜਾਂਦਾ ਸੀ, ਕਦੀ ਕੋਈ ਆ ਜਾਂਦਾ ਸੀਗਾ। ਡੈਡੀ ਇੰਟਰੋਡਿਊਸ ਕਰਾਉਂਦੇ ਸੀ ਮੈਨੂੰ, ਇਹ ਤੇਰਾ ਚਾਚਾ ਲੱਗਦਾ ਹੈ, ਇਹ ਅੰਮ੍ਰਿਤਸਰ ਤੋਂ ਹੈ, ਇਹ ਗੁਰਦਾਸਪੁਰ ਤੋਂ ਹੈ, ਇਹ ਤੇਰਾ ਤਾਇਆ ਲੱਗਦਾ ਵਗੈਰਾ ਵਗੈਰਾ। ਬਟ ਜਦੋਂ ਉਹ ਬਿਮਾਰ ਹੋਣਾ ਸ਼ੁਰੂ ਹੋਏ 2015 ਤੋਂ, ਐਟ ਦੈਟ ਮੋਮੈਂਟ ਮੈਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਕਿ ਉਹ ਕੀ ਕਰਦੇ ਹੁੰਦੇ ਸੀਗੇ, ਉਹ ਹਮੇਸ਼ਾ ਬੈਠ ਕੇ ਜਾਂ ਲੇਟ ਕੇ ਹਮੇਸ਼ਾ CCTV ਕੈਮਰਾ ਦੇਖਦੇ ਰਹਿੰਦੇ ਹੁੰਦੇ ਸੀਗੇ, ਸਪੈਸ਼ਲੀ ਸਾਡੇ ਗੇਟ ਵਾਲਾ, ਕਿ ਕੋਈ ਆਏਗਾ ਮੈਨੂੰ ਮਿਲਣ। ਬਟ ਉਹਨਾਂ ਦੀਆਂ ਗੱਲਾਂ ਕਈਆਂ ਅੱਜ ਐਕਸਪੀਰੀਅੰਸ ਕਰਦੇ ਆ ਉਸ ਚੀਜ਼ਾਂ ਨੂੰ, ਕਿਉਂਕਿ ਜਦੋਂ ਉਹ ਮੈਨੂੰ ਗੱਲਾਂ ਸਮਝਾਉਂਦੇ ਹੁੰਦੇ ਸੀਗੇ, ਮੇਰੀ ਥਿਊਰੀ ਕੀ ਹੁੰਦੀ ਸੀ, ਮੇਰਾ ਮੈਂਟਲ ਸਟੇਟ ਕੀ ਹੁੰਦਾ ਸੀਗਾ, ਬੱਚੇ ਸੀਗੇ ਜੀ, ਯਾਰ ਡੈਡੀ ਯਾਰ
ਹਮੇਸ਼ਾ ਬੋਲਦੇ ਰਹਿੰਦੇ ਜਾਂ ਲੈਕਚਰ ਦਿੰਦੇ ਰਹਿੰਦੇ ਆ, ਬਟ ਅੱਜ ਵੀ ਜਦੋਂ ਮੈਂ ਉਹਨਾਂ ਗੱਲਾਂ ਨੂੰ ਯਾਦ ਕਰਦਾ, ਚਾਹੇ ਮੈਂ ਕਿਤੇ ਪਰਫਾਰਮ ਕਰਨ ਜਾਣਾ ਜਾਂ ਕਿਸੇ ਨੂੰ ਮਿਲਣ ਜਾਣਾ ਜਾਂ ਕਿਸੇ ਦੇ ਨਾਲ ਉੱਦਾਂ ਮਹਿਫਿਲ ਦੇ ਵਿੱਚ ਬੈਠਣਾ, ਉਹ ਮੈਂ ਗੱਲਾਂ ਯਾਦ ਕਰਦਾ ਆ। ਉਹਨਾਂ ਗੱਲਾਂ ਨੂੰ ਸੋਚ ਕੇ ਤਕਲੀਫ ਬਹੁਤ ਹੁੰਦੀ ਹੈ ਕਿ ਯਾਰ ਕਾਸ਼ ਕਿਤੇ ਜਦੋਂ ਉਹ ਗੱਲ ਮੈਨੂੰ ਕਹਿ ਰਹੇ ਸੀਗੇ, ਕਾਸ਼ ਮੈਂ ਉਹਨਾਂ ਦੀ ਬੈਠ ਕੇ ਗੱਲ ਸਮਝ ਲੈਂਦਾ, ਕਾਸ਼ ਮੈਂ ਉਹਨੂੰ ਸੁਣ ਲੈਂਦਾ। ਔਰ ਉਹਨਾਂ ਦੇ ਜਾਣ ਦਾ ਡਰੋਬੈਕ ਨੋ ਡਾਊਟ ਬਹੁਤ ਜ਼ਿਆਦਾ ਹੈ, ਕਿਉਂਕਿ ਜਿੰਨੀ ਦੇਰ ਉਹ ਸੀਗੇ ਉਨੀ ਦੇਰ ਉਹ ਰਿਸ਼ਤੇ ਸੀਗੇ, ਉਹ ਮਾਇਨੇ ਸੀਗੇ। ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸ਼ਾਇਦ ਮੇਰੀਆਂ ਗਲਤੀਆਂ ਵੀ ਹੈਗੀਆਂ ਕਿ ਮੇਰੇ ਅੰਦਰ ਬਚਪਨਾ ਸੀਗਾ। ਹੌਲੀ ਮੈਂ ਆਪਣੇ ਆਪ ਨੂੰ ਟਾਈਮ ਦੇ ਨਾਲ ਆਪਣੇ ਆਪ ਨੂੰ ਚੇਂਜ ਕਰ ਰਿਹਾ, ਸਿਖਾ ਰਿਹਾ ਆਪਣੇ ਆਪ ਨੂੰ। ਕੰਪਲੀਟਲੀ ਨਹੀਂ ਕਹਿ ਸਕਦੇ, ਬਟ ਕੁਝ ਕੁ ਗਲਤੀਆਂ ਮੇਰੀਆਂ ਵੀ ਹੈਗੀਆਂ। ਔਰ ਬਾਕੀ ਦੁਨੀਆ ਹੈ, ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ। ਜੀ, ਸਾਨੂੰ ਨਾ ਐਲੈਕਸ ਪਤਾ ਨਹੀਂ ਹੁੰਦਾ ਐਕਚੁਅਲੀ, ਸਾਡੇ ਪੇਰੈਂਟਸ ਸਾਨੂੰ ਟੀਚਿੰਗਸ ਤਾਂ ਬਹੁਤ ਸ਼ੁਰੂ ਤੋਂ ਹੀ ਦੇਣੀਆਂ ਸ਼ੁਰੂ ਕਰ ਦਿੰਦੇ ਨੇ, ਬਟ ਐਜ਼ ਯੂ ਸੈਡ ਬਿਫੋਰ ਕਿ ਨਿਆਣ ਮਤ ਹੁੰਦੀ ਹੈ, ਪੇਰੈਂਟਸ ਤਾਂ ਬੋਲਦੇ ਰਹਿੰਦੇ ਆ, ਸਾਨੂੰ ਦੁਨੀਆ ਦਾ ਪਤਾ, ਇਹਨਾਂ ਨੂੰ ਕੀ ਪਤਾ, ਹੈ ਨਾ। ਸੋ ਇਦਾਂ ਦੀ ਬਹੁਤ ਸਾਰੀ ਮੈਂਟੈਲਿਟੀ, ਫਿਤਰਤ ਹੈ ਹਰ ਇੱਕ ਬੱਚੇ ਦੀ, ਆਮ ਫਿਤਰਤ, ਹਿਊਮਨ ਨੇਚਰ ਹੈ। ਲੇਕਿਨ ਅੱਜ ਕਿਸੇ ਚੀਜ਼ ਨੂੰ ਲੈ ਕੇ ਗਿਲਟ ਫੀਲ ਹੁੰਦਾ ਹੈ ਕਿ ਯਾਰ ਉਸ ਟਾਈਮ ਤੇ ਮੇਰਾ ਇਹ ਆਰਗੂਮੈਂਟ ਸਹੀ ਨਹੀਂ ਸੀ, ਜਾਂ ਇਸ ਚੀਜ਼ ਤੇ ਮੈਨੂੰ ਉਹਨਾਂ ਨੂੰ ਇਹ ਗੱਲ ਕਹਿ ਕੇ ਹਰਟ ਨਹੀਂ ਸੀ ਕਰਨਾ ਚਾਹੀਦਾ, ਉਹ ਸਹੀ ਸੀ। ਆਰਗੂਮੈਂਟ ਇੱਕ ਹਮੇਸ਼ਾ ਮੇਰਾ ਉਹਨਾਂ ਦੇ ਨਾਲ ਰਿਹਾ। ਮੈਂ ਘਰ ਦੇ ਵਿੱਚ ਮੇਰੇ ਖਿਆਲ ਨਾਲ ਮੇਰੇ ਮਦਰ ਤੋਂ ਬਾਅਦ ਮੈਂ ਇਕੱਲਾ ਐਸਾ ਮੈਂਬਰ ਸੀਗਾ ਜਿਹਦੇ ਨਾਲ ਡੈਡੀ ਦਾ ਝਗੜਾ ਵੀ ਬਹੁਤ ਹੁੰਦਾ ਸੀਗਾ। ਔਰ ਕਈ ਗੱਲਾਂ ਐਸੀਆਂ ਹੁੰਦੀਆਂ ਸੀਗੀਆਂ ਜੋ ਮੇਰੇ ਮਦਰ ਨੂੰ ਨਹੀਂ ਉਹ ਦੱਸਦੇ ਸੀ, ਉਹ ਮੇਰੇ ਨਾਲ ਸ਼ੇਅਰ ਕਰਦੇ ਹੁੰਦੇ ਸੀਗੇ ਕਿ ਯਾਰ ਕਿੱਦਾਂ ਕਰੀਏ। ਸਭ ਤੋਂ ਵੱਡੀ ਆਰਗੂਮੈਂਟ ਸਾਡੀ ਇਸ ਗੱਲ ਤੋਂ ਹੁੰਦੀ ਸੀਗੀ, ਅਸੀਂ ਕਿਤੇ ਵੀ ਸ਼ੋਅ 'ਤੇ ਜਾਂਦੇ ਸੀਗੇ, ਲੈਟ ਅਸ ਸਪੋਜ਼ ਰਾਤ ਦਾ ਸ਼ੋਅ ਹੈ, 11 ਵਜੇ ਸਾਡੀ ਸਟੇਜ ਸ਼ੁਰੂ ਹੋਈ ਹੈ ਔਰ 1-2 ਵਜੇ ख़त्म ਹੋ ਗਈ ਹੈ। ਕਿਸੇ ਫੈਨ ਨੇ ਜਾਂ ਕਿਸੇ ਨੇ ਉੱਥੇ ਕਹਿ ਦਿੱਤਾ, ਥੋੜ੍ਹਾ ਜਿਹਾ ਅੱਖਾਂ 'ਚ ਹੰਝੂ ਲਿਆ ਕਿ ਵੀ ਮੇਰੇ ਘਰ ਚਰਨ ਪਾਓ ਜੀ, ਅਸੀਂ ਘਰੇ ਜਾਣਾ ਜੀ, ਤੁਹਾਨੂੰ ਮੈਂ ਘਰੇ ਲੈ ਕੇ ਜਾਣਾ 10 ਮਿੰਟ ਵਾਸਤੇ। ਉਹ 10 ਮਿੰਟ 4 ਘੰਟੇ ਕਦੋਂ ਹੋ ਜਾਂਦੇ ਸੀਗੇ ਉਹ ਪਤਾ ਨਹੀਂ ਲੱਗਦਾ ਸੀਗਾ ਜੀ। ਮੈਂ ਗੱਡੀ ਦੇ ਵਿੱਚ ਬੈਠ ਜਾਣਾ, ਸਾਰੇ ਲੜਕਾਂ ਨੇ ਜੋ ਵੀ ਆਪਣੇ ਮਿਊਜ਼ੀਸ਼ੀਅਨ ਹੁੰਦੇ ਸੀ ਉਹਨਾਂ ਰੈਪ ਅਪ ਕਰਕੇ ਉਹਨਾਂ ਨੇ ਵੇਟ ਕਰੀ ਜਾਣੀ ਵੀ ਹੁਣ ਉਸਤਾਦ ਜੀ ਨਿਕਲਣਗੇ। ਡੈਡੀ ਨੇ ਉਹਨਾਂ ਦੇ ਘਰ ਜਾ ਕੇ ਹਾਰਮੋਨੀਅਮ ਖੋਲ੍ਹ ਲੈਣਾ, ਉੱਥੇ ਬਸ ਗਾਣਾ ਵਜਾਣਾ, ਸਾਰੀ ਰਾਤ ਚੱਲੀ ਜਾਣਾ। ਮੈਂ ਗੱਡੀ 'ਚ ਬੈਠ ਕੇ ਖਿਜੀ ਜਾਣਾ, ਮੈਂ ਕਹਿੰਦਾ ਕੀ ਯਾਰ ਡੈਡੀ ਚਲੀਏ ਹੁਣ ਕੰਮ ਹੋ ਗਿਆ, ਜਾ ਕੇ ਰੈਸਟ ਕਰੀਏ, ਕੱਲ੍ਹ ਦਾ ਦੇਖੀਏ ਕੀ ਕਰਨਾ ਇਹ ਉਹ। ਪਰ ਉਹ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਯਾਰ ਅਗਰ ਬੇਟਾ ਸਾਬਰਕੋਟੀ ਅੱਜ ਸਾਬਰਕੋਟੀ ਹੈ ਨਾ, ਉਹ ਇਹਨਾਂ ਲੋਕਾਂ ਦੀ ਬਦੌਲਤ ਹੈ, ਇਹ ਤੈਨੂੰ ਅੱਜ ਨਹੀਂ ਪਤਾ ਲੱਗਣਾ। ਜਦੋਂ ਤੂੰ ਮੇਰੇ ਪੈਂਡਿਆਂ 'ਤੇ ਤੁਰੇਂਗਾ, ਜਦੋਂ ਮੇਰੇ ਦੱਸੇ ਰਸਤੇ 'ਤੇ ਤੁਰੇਂਗਾ, ਤੈਨੂੰ ਉਦੋਂ ਪਤਾ ਲੱਗੇਗਾ। ਔਰ ਤੁਸੀਂ ਸੱਚ ਜਾਣਿਓ ਕਿ ਮੈਨੂੰ ਅੱਜ ਪਤਾ ਲੱਗਦਾ ਅੱਜ ਉਹ ਬੇਸ਼ੱਕ ਜਿਸਮਾਨੀ ਤੌਰ 'ਤੇ ਸਾਡੇ ਤੋਂ ਚਲੇ ਗਏ ਆ, ਫਿਜ਼ੀਕਲੀ ਉਹ ਚਲੇ ਗਏ ਆ, ਬਟ ਅੱਜ ਵੀ ਉਹ ਮੈਨੂੰ ਹਮੇਸ਼ਾ ਗੱਲ ਯਾਦ ਹੈ ਉਹਨਾਂ ਦੀ। ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ, ਕਹਿੰਦੇ ਪੁੱਤ ਤੈਨੂੰ ਬਾਅਦ 'ਚ ਪਤਾ ਲੱਗਣਾ ਵੀ ਤੇਰੇ ਪਿਓ ਨੇ ਕਮਾਇਆ ਕੀ ਸੀ ਜੀ। ਔਰ ਅੱਜ ਮੈਂ ਜਦੋਂ ਕਿਤੇ ਜਾਂਦਾ, ਕਿਤੇ ਨਵੀਂ ਜਗ੍ਹਾ 'ਤੇ ਜਾਂਦਾ ਜਾਂ ਕਿਸੇ ਨਵੇਂ ਇਨਸਾਨ ਨੂੰ ਮਿਲਦਾ, ਉਹ ਦੋਨੋਂ ਬਾਹਾਂ ਖੋਲ੍ਹ ਕੇ ਜੱਫੀ ਪਾ ਕੇ ਮੈਨੂੰ ਮਿਲਦਾ। ਉਹ ਕਿਉਂਕਿ ਡੈਡੀ ਨੇ ਲੋਕਾਂ ਨੂੰ ਪਿਆਰ ਇੰਨਾ ਦਿੱਤਾ ਹੋਇਆ ਔਰ ਰਿਟਰਨ ਦੇ ਵਿੱਚ ਪਿਆਰ ਇੰਨਾ ਲਿਆ ਹੋਇਆ ਆ, ਉਹ ਡਬਲ ਟ੍ਰਿਪਲ ਹੋ ਕੇ ਸਾਨੂੰ ਮਿਲਦਾ। ਅਸੀਂ ਕਿਤੇ ਵੀ ਜਾਂਦੇ ਹਾਂ, ਕਿਸੇ ਟਾਈਮ ਮੈਂ ਸ਼ੌਕ ਹੋ ਜਾਣਾ, ਕਿਸੇ ਟਾਈਮ ਮੈਂ ਹੈਰਾਨ ਹੋ ਜਾਣਾ, ਇਮੋਸ਼ਨਲ ਵੀ ਹੋ ਜਾਣਾ ਕਿ ਯਾਰ ਕਾਸ਼ ਅੱਜ ਉਹ ਹੁੰਦੇ, ਉਹ ਇਹ ਚੀਜ਼ ਨੂੰ ਦੇਖਦੇ ਕਿ ਯਾਰ ਅੱਜ ਮੈਂ ਸੱਚੀ ਮੁੱਚੀ ਮੇਰਾ ਬੇਟਾ ਜਿਹੜਾ ਮੈਚਿਓਰ ਹੋ ਗਿਆ। ਹਮੇਸ਼ਾ ਮੇਰਾ ਉਹਨਾਂ ਦੇ ਨਾਲ ਇੱਕੋ ਹੀ ਝਗੜਾ ਹੁੰਦਾ ਸੀਗਾ। ਉਹ ਹਮੇਸ਼ਾ ਡਾਂਟਦੇ ਹੁੰਦੇ ਸੀਗੇ ਮੈਨੂੰ, ਯਾਰ ਮੇਰੇ ਕੋਲ ਕਦੀ ਨਹੀਂ ਬਹਿੰਦਾ ਏ, ਕਦੀ ਨਹੀਂ ਕਹਿੰਦਾ ਕਿ ਡੈਡੀ ਮੈਨੂੰ ਹਾਰਮੋਨੀਅਮ 'ਤੇ ਆਹ ਦੱਸੋ, ਮੈਨੂੰ ਆਹ ਦੱਸੋ ਗਜ਼ਲ ਕਿੱਦਾਂ ਆ, ਮੈਨੂੰ ਆਹ ਦੱਸੋ, ਕਦੀ ਨਹੀਂ ਮੈਨੂੰ ਕਹਿੰਦਾ। ਤੁਹਾਡੇ ਕੀ ਇੰਟਰਸਟ ਸੀ ਉਸ ਟਾਈਮ 'ਤੇ ਫਿਰ? ਐਟ ਦੈਟ ਟਾਈਮ ਬਚਪਨਾ ਬਹੁਤ ਸੀਗਾ, ਬੜੀ ਨਿਆਣਮਤ ਸੀਗੀ ਉਸ ਟਾਈਮ, ਬੜਾ ਬਚਪਨਾ ਸੀਗਾ। ਮੇਰਾ ਕੌਨਸਨਟ੍ਰੇਸ਼ਨ ਜਿਹੜਾ ਹੁੰਦਾ ਸੀਗਾ ਜਾਂ ਉਹ ਕ੍ਰਿਕਟ 'ਚ ਹੁੰਦਾ ਸੀਗਾ ਜਾਂ ਉਹ ਆਟੋਮੋਬਾਈਲਸ 'ਚ ਹੁੰਦਾ ਸੀਗਾ। ਬਟ ਮੈਂ ਕਦੀ ਨਹੀਂ ਇਹ ਸੋਚਿਆ ਸੀਗਾ ਕਿ ਮੈਂ ਐਜ਼ ਏ ਸਿੰਗਰ ਆਪਣੇ ਆਪ ਨੂੰ ਕਦੀ ਮਿਰਰ 'ਚ ਦੇਖੂੰਗਾ ਕਿ ਯਾਰ ਇਹ ਬੰਦਾ ਇੱਥੇ ਖੜ੍ਹਾ ਹੈ। ਫਸਟ ਟਾਈਮ ਮੈਂ ਜਦੋਂ ਗਾਇਆ ਸੀਗਾ, ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਮੇਰੇ ਦਾਦਾ ਜੀ ਦਾ ਭੋਗ ਸੀਗਾ ਐਂਡ ਐਟ ਦੈਟ ਟਾਈਮ ਮੈਂ ਹੋਊਂਗਾ ਮੇਰਾ ਖਿਆਲ 9 ਸਾਲ ਦਾ, 9 ਜਾਂ 10 ਸਾਲ ਦਾ। ਉਸ ਟਾਈਮ ਚਰਨਜੀਤ ਅਹੂਜਾ ਸਾਹਿਬ ਆਏ ਸੀਗੇ ਅਤੇ ਉਸ ਟਾਈਮ ਚਰਨਜੀਤ ਅਹੂਜਾ ਜੀ, ਸਤਵਿੰਦਰ ਬੁੱਗਾ ਜੀ, ਨਛੱਤਰ ਗਿੱਲ ਜੀ, ਮੈਨੂੰ ਸਾਰੇ ਯਾਦ ਹੈ। ਬਟ ਮੈਂ ਇੰਨਾ ਨਰਵਸ ਹੋ ਜਾਂਦਾ ਸੀਗਾ, ਮੈਂ ਕਿਸੇ ਵੱਲ ਦੇਖਦਾ ਨਹੀਂ ਸੀ, ਮੈਂ ਛੱਤ ਵੱਲ ਦੇਖ ਕੇ ਗਾਉਂਦਾ ਹੁੰਦਾ ਸੀਗਾ। ਉਸ ਟਾਈਮ ਮੈਂ ਫਸਟ ਟਾਈਮ ਗਾਇਆ ਸੀਗਾ ਔਰ ਉਸ ਟਾਈਮ ਮੈਨੂੰ ਫਸਟ ਟਾਈਮ ਸਾਰੇ ਜਿੰਨੇ ਵੀ ਉਸ ਟਾਈਮ ਰੂਮ ਦੇ ਵਿੱਚ ਆਰਟਿਸਟ ਸੀਗੇ ਉਹਨਾਂ ਨੇ ਇਹੀ ਕਿਹਾ ਸੀ ਡੈਡੀ ਨੂੰ ਕਿ ਸਾਬਰ ਜੀ ਹੁਣ ਤੁਸੀਂ ਕਰੋ ਆਰਾਮ ਅਤੇ
ਇਹਨੂੰ ਲਗਾਓ ਅੱਗੇ, ਇਹ ਕੰਮ ਕਰੇਗਾ। ਹੂੰ ਬਟ ਮੇਰੀ ਉਸ ਟਾਈਮ ਸਟੱਡੀ ਚੱਲ ਰਹੀ ਸੀਗੀ ਔਰ ਫਰੈਂਡ ਸਰਕਲ ਇੱਦਾਂ ਦਾ ਸੀਗਾ ਬਚਪਨੇ ਵਾਲਾ। ਮੈਨੂੰ ਉਹਨਾਂ ਨੇ ਮੈਚਿਓਰ ਵੀ ਬਹੁਤ ਅੱਛੇ ਤਰੀਕੇ ਨਾਲ ਕੀਤਾ, ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਅੱਗੇ ਸ਼ੇਅਰ ਕਰੂੰਗਾ ਜੀ। ਅਤੇ ਉਹਨਾਂ ਨੇ ਕਦੀ ਵੀ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕਦੀ ਵੀ ਹੱਥ ਨਹੀਂ ਚੱਕਿਆ ਸਾਡੇ 'ਤੇ। ਉਹਨੇ ਬੜੇ ਪਿਆਰ ਦੇ ਨਾਲ, ਜਿੱਦਾਂ ਇੱਕ ਮਿੱਟੀ ਨੂੰ ਆਪਾਂ ਇੱਕ ਆਕਾਰ ਦਿੰਦੇ ਹਾਂ ਘੜੇ ਦਾ, ਜੀ ਉਹਨਾਂ ਨੇ ਮੈਨੂੰ ਪਿਆਰ ਦੇ ਨਾਲ ਆਕਾਰ ਦਿੱਤਾ। ਫਿਰ ਨੋ ਡਾਊਟ ਡਾਂਟਦੇ ਵੀ ਸੀਗੇ, ਡਰ ਵੀ ਹੁੰਦਾ ਸੀਗਾ, ਬਟ ਕਦੀ ਇੱਦਾਂ ਨਹੀਂ ਲੱਗਾ ਕਿ ਮੈਨੂੰ ਖਾਸ ਕਰਕੇ ਕਦੀ ਇੱਦਾਂ ਨਹੀਂ ਲੱਗਾ ਕਿ ਇੱਕ ਪਿਓ ਦੇ ਨਾਲ ਮੈਂ ਗੱਲ ਕਰ ਰਿਹਾ। ਉਹਨਾਂ ਨੇ ਹਮੇਸ਼ਾ ਸਾਨੂੰ ਇੱਕ ਐਜ਼ ਏ ਫਰੈਂਡ ਟਰੀਟ ਕੀਤਾ, ਐਜ਼ ਏ ਮੈਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਓਏ ਬੇਟਾ ਕਦੀ ਇਹ ਨਹੀਂ ਸੋਚਣਾ ਕਿ ਮੈਂ ਤੇਰਾ ਪਿਓ ਹਾਂ, ਇਹ ਦੇਖਣਾ ਕਿ ਮੈਂ ਤੇਰਾ ਯਾਰ ਹਾਂ। ਪਿਓ ਪੁੱਤ ਦੀ ਯਾਰੀ ਹੁੰਦੀ ਹੈ। ਜੇ ਤੂੰ ਮੈਨੂੰ ਪਿਓ ਸਮਝੇਗਾ ਫਿਰ ਤੂੰ ਮੇਰੇ ਕੋਲੋਂ ਗੱਲ ਲੁਕੋਏਂਗਾ, ਮੈਂ ਨਹੀਂ ਚਾਹੁੰਦਾ ਤੂੰ ਗੱਲ ਲੁਕਾਵੇਂ ਕੋਈ। ਉਹ ਇੱਦਾਂ ਦੀ ਸ਼ਖਸੀਅਤ ਸੀਗੇ ਜੀ। ਅਸੀਂ ਜਾਣਦੇ ਹਾਂ ਕਿ ਕੱਖਾਂ ਤੋਂ ਲੱਖਾਂ ਤੱਕ ਦਾ ਉਹਨਾਂ ਦਾ ਸਫ਼ਰ ਕਿਹੋ ਜਿਹਾ ਰਿਹਾ ਹੈ ਨਾ ਜੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਲੱਗਦਾ ਹੈ ਹਰ ਇੱਕ ਖੁਸ਼ੀ ਲਿਆ ਕੇ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੋਏਗੀ। ਬਿਲਕੁਲ ਜੀ, ਬਿਲਕੁਲ। ਉਹਨਾਂ ਦੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਜੇ ਆਪਾਂ ਗੱਲ ਕਰੀਏ, ਕਿਉਂਕਿ ਵਿਲੀਅਮ ਤੁਹਾਡੇ ਤੋਂ ਛੋਟੇ ਨੇ ਔਰ ਫਿਰ ਇੱਕ ਸਿਸਟਰ ਨੇ ਤੁਹਾਡੇ, ਮਦਰ ਨੇ ਤੁਹਾਡੇ, ਸੋ ਅੱਛੇ ਖਾਸਾ ਇੱਕ ਪਰਿਵਾਰ ਹੈ ਜਿਨ੍ਹਾਂ ਦਾ ਸਰਕਲ ਰਨ ਆਊਟ ਕਰਨਾ ਇਟਸ ਕੁਆਇਟ ਚੈਲੰਜਿੰਗ ਆਈ ਗੈਸ। ਬਹੁਤ ਜ਼ਿਆਦਾ ਜੀ। ਸਟਾਰਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਆਈਆਂ। ਛੋਟਾ ਮੇਰੇ ਤੋਂ ਉਸ ਵੇਲੇ ਪੜ੍ਹ ਰਿਹਾ ਸੀਗਾ, ਬਟ ਇਹ ਕਹਿ ਲਓ ਕਿ ਡੈਡੀ ਦੀ ਬਲੈਸਿੰਗ ਹੈ, ਉਹਨੂੰ ਕਾਲਜ ਵੱਲੋਂ ਸਕਾਲਰਸ਼ਿਪ ਮਿਲ ਗਈ। ਸਿਸਟਰ ਨਿਊਜ਼ੀਲੈਂਡ ਸੀ, ਉਹਨਾਂ ਦਾ ਵੀ ਇੰਟਰਸਟ ਹੈ ਗਾਣੇ 'ਚ? ਸਾਰੀ ਗਾ ਲੈਂਦੇ ਅਸੀਂ। ਮੇਰੇ ਮਦਰ ਵੀ ਗਾ ਲੈਂਦੇ। ਮੇਰੇ ਮਦਰ ਜਿਹੜੇ ਆ ਉਹ 7-8 ਲੈਂਗੁਏਜ 'ਚ ਗਾ ਲੈਂਦੇ। ਓ ਮਾਈ ਗॉड। ਅਤੇ ਮੇਰੇ ਮਦਰ ਦਾ ਔਰ ਮੇਰੇ ਫਾਦਰ ਦਾ ਜਿਹੜਾ ਵਿਆਹ ਹੈ, ਮੈਰਿਜ ਹੈ ਜਿਹੜੀ, ਉਹ ਵੀ ਉਹਨਾਂ ਦਾ ਗਾਣਾ ਕਰਕੇ ਹੋਈ ਸੀ। ਅੱਛਾ। ਕਿਉਂਕਿ ਮੇਰੇ ਮੰਮੀ ਗਾ ਰਹੇ ਹੁੰਦੇ ਸੀਗੇ ਔਰ ਡੈਡੀ ਤਬਲਾ ਵਜਾ ਰਹੇ ਹੁੰਦੇ ਸੀਗੇ। ਮੰਮੀ ਗਾਉਂਦੇ ਹੁੰਦੇ ਸੀਗੇ, ਡੈਡੀ ਰੋਂਦੇ ਰੋਂਦੇ ਤਬਲਾ ਵਜਾਉਂਦੇ ਸੀਗੇ। ਤਾਂ ਇਹਨਾਂ ਦੀ ਜਿਹੜੀ ਲਵ ਸਟੋਰੀ ਉਹ ਰੂਹਾਨੀਅਤ ਰਿਸ਼ਤੇ ਤੋਂ ਬਿਲਕੁਲ ਜੀ। ਓਕੇ ਓਕੇ। ਔਰ ਸੁੱਖ ਦੇ ਨਾਲ ਜਿਹੜੇ ਮੇਰੇ ਦਾਦਾ ਜੀ ਸੀ, ਉਹਨਾਂ ਦਾ ਆਪਣਾ ਬੈਂਡ ਸੀਗਾ। ਔਰ ਜਦੋਂ ਅਸੀਂ ਪੈਦਾ ਹੋਏ, ਅਸੀਂ ਜਿਹੜਾ ਸਾਹ ਹੈ ਉਹ ਸੰਗੀਤ ਦੀ ਫਿਜ਼ਾਵਾਂ 'ਚ ਲਿਆ ਜੀ। ਉਹਦਾ ਹੀ ਫਿਰ ਥੋੜ੍ਹਾ ਬਹੁਤਾ ਅਸਰ ਹੈ ਸਾਡੇ 'ਤੇ, ਥੋੜ੍ਹਾ ਬਹੁਤਾ ਜੀ। ਮੁਸ਼ਕਿਲਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਲੋਕ ਸਟਾਰਟਿੰਗ ਦੇ ਵਿੱਚ ਸਾਡੇ ਨਾਲ ਜੁੜੇ, ਬਹੁਤ ਸਾਰੀ ਸਾਡੇ ਨਾਲ ਮਾਈਂਡ ਗੇਮਸ ਹੋਈਆਂ। ਕਿਤੇ ਕਿਤੇ ਅਸੀਂ ਸਾਰੇ ਕੱਚੇ ਸੀਗੇ, ਕਿਉਂਕਿ ਮੰਮੀ ਨੇ ਜਿਹੜਾ ਇੱਦਾਂ ਦਾ ਟਾਈਮ ਕਦੀ ਨਹੀਂ ਸੋਚਿਆ ਸੀਗਾ, ਕਦੀ ਨਹੀਂ ਦੇਖਿਆ ਸੀਗਾ। ਅਸੀਂ ਵੀ ਨਹੀਂ ਐਕਸਪੈਕਟ ਕੀਤਾ ਸੀਗਾ। ਖਾਸ ਕਰਕੇ ਇਹ ਨਹੀਂ ਐਕਸਪੈਕਟ ਕੀਤਾ ਸੀਗਾ ਕਿ 52 ਸਾਲ ਦੀ ਉਮਰ ਦੇ ਵਿੱਚ ਉਹ ਇੰਨੀ ਜਲਦੀ ਚਲੇ ਜਾਣਗੇ ਜੀ। ਔਰ ਖਾਸ ਕਰਕੇ ਮੈਂ ਕਦੀ ਇਹ ਚੀਜ਼ ਸੋਚੀ ਵੀ ਨਹੀਂ ਸੀ, ਸੁਪਨੇ 'ਚ ਵੀ ਨਹੀਂ ਸੋਚੀ ਸੀ ਕਿ ਜਿਨ੍ਹਾਂ ਹੱਥਾਂ ਦੇ ਨਾਲ ਉਹਨਾਂ ਨੇ ਸਾਨੂੰ ਚੱਕ ਕੇ ਸਕੂਲਾਂ ਦੇ ਵਿੱਚ ਛੱਡਿਆ ਹੋਇਆ, ਮੈਂ ਉਸੇ ਇਨਸਾਨ ਨੂੰ ਆਪਣੇ ਹੱਥਾਂ 'ਚ ਚੱਕ ਕੇ ਹੌਸਪੀਟਲ ਲੈ ਕੇ ਜਾਊਂਗਾ। ਕਦੀ ਐਕਸਪੈਕਟ ਨਹੀਂ ਕੀਤਾ ਸੀਗਾ, ਬਟ ਜਿਹੜਾ ਇਨਸਾਨ ਦੁਨੀਆ 'ਤੇ ਆਇਆ ਉਹਨੂੰ ਜਾਣਾ ਤਾਂ ਪੈਣਾ ਹੀ ਹੈ। ਬਟ ਜੇ ਆਪਾਂ ਗੱਲ ਕਰੀਏ, ਸਰਕਮਸਟਾਂਸਿਸ ਬਹੁਤ ਸਾਰੀਆਂ ਸੀਗੀਆਂ, ਬਹੁਤ ਸਾਰੀਆਂ ਤਕਲੀਫਾਂ ਝੇਲਣੀਆਂ ਪਈਆਂ, ਚੈਲੰਜਿਸ ਝੇਲਣੇ ਪਏ। ਸਟਾਰਟਿੰਗ ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤਾ, ਸ਼ੁਰੂ ਦੇ ਵਿੱਚ ਲਾਈਵ ਸ਼ੋਜ਼ ਕਈ ਇੱਦਾਂ ਦੇ ਹੁੰਦੇ ਸੀਗੇ ਕਿ ਮੇਰੇ ਮਦਰ ਨੂੰ ਇਹ ਹੁੰਦਾ ਸੀਗਾ ਕਿ ਚੱਲ ਅੱਜ ਗਿਆ ਵਿਚਾਰਾ 2-2.5 ਘੰਟੇ 3 ਘੰਟੇ, ਕਿਉਂਕਿ ਮੇਰੀ ਪ੍ਰੈਕਟਿਸ ਨਹੀਂ ਹੁੰਦੀ ਸੀਗੀ। ਜਦੋਂ ਮੈਨੂੰ ਡੈਡੀ ਗਵਾਉਂਦੇ ਸੀਗੇ 2017 'ਚ, ਜਦੋਂ ਮੇਰਾ ਪਹਿਲਾ ਟਰੈਕ ਆਇਆ ਸੀਗਾ, 2017 ਦੇ ਵਿੱਚ ਡੈਡੀ ਨੇ ਮੈਨੂੰ ਫਰੰਟ 'ਤੇ ਆਪਣੇ ਨਾਲ ਬਿਠਾ ਕੇ ਗਵਾਉਣਾ ਸ਼ੁਰੂ ਕੀਤਾ ਔਰ ਮੈਂ ਸਿਰਫ 2 ਗਾਣੇ ਗਾਉਂਦਾ ਸੀਗਾ। 2 ਗਾਣੇ ਦੇ ਵਿੱਚ ਗਲੇ ਦਾ ਕੋਈ ਇਹ ਕਹਿ ਲਓ ਕਿ ਕੋਈ ਆਕਾਰ ਨਹੀਂ ਹੁੰਦਾ ਸਹੀ ਪ੍ਰੋਪਰ। ਹੁਣ 2 ਗਾਣੇ ਗਾਉਣਾ ਔਰ 2-2.5 ਘੰਟੇ ਲਾਈਵ ਗਾਉਣਾ ਬਹੁਤ ਬੜਾ ਡਿਫਰੈਂਸ ਹੈ। ਸਟਾਰਟਿੰਗ ਦੇ ਵਿੱਚ ਜਦੋਂ ਮੈਂ ਗਾਉਂਦਾ ਸੀਗਾ, ਗਾਉਂਦੇ ਮੈਨੂੰ ਸਾਹ ਚੜ੍ਹ ਜਾਣਾ। ਕਿਸੇ ਟਾਈਮ ਇੱਦਾਂ ਹੁੰਦਾ ਸੀਗਾ ਕਿ ਗਰਮੀ ਇੰਨੀ ਹੁੰਦੀ ਸੀਗੀ ਕਿ ਸਿਰ ਘੁੰਮਣ ਲੱਗ ਜਾਣਾ, ਚੱਕਰ ਆਉਣ ਲੱਗ ਜਾਣੇ। ਕਿਸੇ ਟਾਈਮ ਇੱਦਾਂ ਹੁੰਦਾ ਸੀਗਾ ਕਿ ਜੋ ਕੁਛ ਵੀ ਮੈਂ ਅਰਨ ਕੀਤਾ ਹੁੰਦਾ ਸੀਗਾ, ਉਹ ਸਾਰਾ ਕੁਛ ਮੈਨੂੰ ਜਿਹੜੇ ਮੇਰੇ ਨਾਲ ਭਰਾ ਜਾਂਦੇ ਸੀਗੇ, ਹੁਣ ਉਹਨਾਂ ਦੀਆਂ ਵੀ ਆਪਣੀਆਂ ਫੈਮਲੀਜ਼ ਹੈ, ਉਹਨਾਂ ਦੇ ਵੀ ਆਪਣੇ ਕਈ ਖਰਚੇ ਹੈ। ਅਗਰ ਉਹ ਮੇਰੇ ਨਾਲ ਨਹੀਂ ਜਾਣਗੇ ਤਾਂ ਫਿਰ ਮੈਂ ਇਕੱਲਾ ਤਾਂ ਕਿਸੇ ਕੰਮ ਦਾ ਨਹੀਂ। ਜੋ ਕੁਛ ਹੁੰਦਾ ਸੀਗਾ ਮੈਂ ਉਹਨਾਂ ਨੂੰ ਵੰਡ ਕੇ ਆ ਜਾਂਦਾ ਸੀਗਾ। ਕਿਸੇ ਟਾਈਮ ਖਾਲੀ ਹੱਥ ਵੀ ਘਰ ਆਉਂਦਾ ਸੀਗਾ। ਮੰਮੀ ਮੇਰੇ ਵੱਲ ਦੇਖ ਕੇ ਰੋ ਪੈਂਦੇ ਸੀਗੇ ਕਿਉਂਕਿ ਮੈਂ ਪੂਰਾ ਭਿੱਜਿਆ ਹੁੰਦਾ ਸੀਗਾ ਪਸੀਨੇ ਦੇ ਨਾਲ। ਤਾਂ ਹੌਲੀ ਹੌਲੀ ਆਪਣੇ ਆਪ ਨੂੰ ਉਸ ਚੀਜ਼ ਤੋਂ ਕੱਢਿਆ। ਡਿਸਹਾਰਟਡ ਵੀ ਹੋ ਜਾਂਦਾ ਸੀਗਾ, ਇਕੱਲੇ ਬੈਠ ਕੇ ਕਮਰੇ 'ਚ ਮੈਂ ਉਦਾਸ ਹੋ ਜਾਣਾ, ਰੋਈ ਜਾਣਾ।
ਫੈਮਿਲੀ ਦੇ ਸਾਹਮਣੇ ਰੋ ਨਹੀਂ ਸਕਦਾ ਸੀਗਾ ਕਿਉਂਕਿ ਮੰਮੀ ਮੇਰੇ ਡੈਡੀ ਤੋਂ ਬਾਅਦ ਜ਼ਿਆਦਾ ਟੁੱਟ ਗਏ ਸੀਗੇ, ਕਿਉਂਕਿ ਆਫਟਰ ਆਲ ਹੁੰਦਾ ਹੀ ਹੈ ਦੇਖੋ, ਜਦੋਂ ਉਹ ਸੀਗੇ ਨਾਲ ਉਦੋਂ ਰਿਸ਼ਤੇ ਸੀਗੇ, ਫੈਮਿਲੀ ਸੀਗੀਆਂ, ਮੈਂ ਤੇਰਾ ਇਹ ਮੈਂ ਤੇਰਾ ਉਹ, ਤੂੰ ਦੱਸ ਤੈਨੂੰ ਕਿੱਥੇ ਜ਼ਰੂਰਤ ਹੈ ਵਗੈਰਾ 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 ਵਗੈਰਾ, ਉਹ ਸਿਰਫ ਗੱਲਾਂ ਸੀਗੀਆਂ, ਉਹ ਗੱਲਾਂ ਤੱਕ ਹੀ ਰਹਿ ਗਈਆਂ। ਤਕਲੀਫਾਂ ਬਹੁਤ ਝੇਲੀਆਂ ਔਰ ਸਟਰਗਲ ਚੱਲ ਰਿਹਾ, ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਮਾਈਕ 'ਤੇ ਵੀ, ਔਨ ਕੈਮਰਾ ਆਫ ਕੈਮਰਾ, ਸਾਰਿਆਂ ਨੂੰ ਇਹ ਮੈਂ ਗੱਲ ਕਹਿੰਦਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਹਜੇ ਸਿੰਗਰ ਨਹੀਂ ਸਮਝਦਾ, ਮੈਂ ਆਪਣੇ ਆਪ ਨੂੰ ਇੱਕ ਸਟਰਗਲਰ ਸਮਝਦਾ ਹਾਂ। ਬਾਕੀ ਮਾਲਕ ਦੇਖ ਰਿਹਾ, ਸਟਰਗਲ ਸਾਡਾ ਚੱਲ ਰਿਹਾ, ਜਦੋਂ ਉਹਨੂੰ ਲੱਗੇਗਾ ਤੇ ਉਹ ਆਪੇ ਕਿਰਪਾ ਕਰ ਦੇਗਾ, ਕਿਉਂਕਿ ਡੈਡੀ ਨੇ 19 ਸਾਲ ਗਾਣਾ ਸਿੱਖਿਆ। 19 ਸਾਲ ਗਾਣਾ ਸਿੱਖਣ ਤੋਂ ਬਾਅਦ ਕਿੰਨਾ ਟਾਈਮ ਉਹਨਾਂ ਨੇ ਸਟਰਗਲ ਕੀਤਾ, ਸਟਰਗਲ ਕਰਨ ਤੋਂ ਬਾਅਦ ਇੱਕ ਉਹਨਾਂ ਨੂੰ ਪਤਾ ਲੱਗਾ ਲੋਕਾਂ ਨੂੰ ਕਿ ਹਾਂ ਯਾਰ ਸਾਬਰਕੋਟੀ ਵੀ ਕੋਈ ਹੈ। ਤਾਂ ਮੈਂ ਸਮਝਦਾ ਕਿ ਜੇ 19 ਸਾਲ ਉਹਨਾਂ ਨੇ ਸਟਰਗਲ ਕੀਤਾ ਤੇ ਸਾਡਾ ਤਾਂ ਜੇ ਅਸੀਂ ਤਾਂ ਅਜੇ ਪਹਿਲੀ ਪੌੜੀ ਵੀ ਨਹੀਂ ਚੜ੍ਹੇ, ਤਾਂ ਮੈਂ ਸਮਝਦਾ ਕਿ ਅਜੇ ਸਫ਼ਰ ਕਾਫੀ ਲੰਬਾ ਹੈ। ਬਾਕੀ ਪਰਮਾਤਮਾ ਮਿਹਰ ਕਰੇਗਾ ਤੇ ਚੱਲੀ ਜਾਵਾਂਗੇ ਅੱਗੇ ਅੱਗੇ। ਤੁਸੀਂ ਇੱਕ ਗੱਲ ਕਹੀ, ਉਹ ਮੇਰੇ ਮਾਈਂਡ 'ਚ ਸਟਕ ਹੈ ਜੀ। ਤੁਸੀਂ ਕਿਹਾ ਕਿ ਮਹਿਫਲਾਂ ਲੱਗੀਆਂ ਰਹਿੰਦੀਆਂ ਸੀ ਔਰ ਜਦੋਂ ਉਹ ਬਿਮਾਰ ਹੋ ਗਏ ਸੀ ਤੇ ਉਹ ਬੈੱਡ 'ਤੇ ਬੈਠ ਕੇ ਸੀਸੀਟੀਵੀ ਕੈਮਰਾ ਵੇਖਦੇ ਰਹਿੰਦੇ ਸੀ ਕਿ ਕੋਈ ਆਏਗਾ। ਜੀ। ਤੇ ਉਹਨਾਂ ਦੇ ਨਾਲ ਦਾ ਕੋਈ ਆਂਦਾ ਸੀ ਜਾਂ ਉਹ ਸਿਲਸਿਲਾ ਸਿਰਫ ਮਹਿਫਲਾਂ ਤੱਕ ਦਾ ਸੀ? ਉਹ ਮਹਿਫਲਾਂ ਤੱਕ ਹੀ ਰਿਹਾ। ਆਫਟਰ ਦੈਟ ਜਦੋਂ ਬਿਮਾਰ ਹੋਏ, ਜਦੋਂ ਖਾਸ ਕਰਕੇ ਜਦੋਂ 2015 ਤੋਂ ਬਾਅਦ ਇੱਕਦਮ ਉਹਨਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋਈ, ਬਹੁਤ ਜ਼ਿਆਦਾ ਸਕਿਨੀ ਹੋ ਗਏ। ਉਹਨਾਂ ਦੇ ਜਿਹੜੇ ਗੁੱਟ ਸੀਗੇ, ਜਿਹੜੇ ਰਿਸਟ ਸੀਗੇ, ਉਹ ਵੀ ਮਤਲਬ ਇੰਨੇ ਹੋ ਗਏ ਸੀਗੇ ਜੀ। ਮਤਲਬ ਇਹ ਕਹਿ ਸਕਦੇ ਆ ਤੁਸੀਂ ਕਿ ਬੋਡੀ ਦੀ ਜਿਹੜਾ ਹੱਥ ਹੈ, ਹੱਥ ਦੀ ਜਿਹੜੀ ਵੇਨ ਹੈ, ਕਿਹੜੀ ਵੇਨ ਕਿੱਥੋਂ ਕਿੱਧਰ ਨੂੰ ਜਾ ਰਹੀ, ਉਹ ਕਲੀਅਰ ਦਿਸਦਾ ਹੁੰਦਾ ਸੀਗਾ। ਮਤਲਬ ਇੰਨੇ ਜ਼ਿਆਦਾ ਸਕਿਨੀ ਹੋ ਗਏ ਸੀਗੇ। ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਫਿਜ਼ੀਕਲੀ ਉਹ ਬਿਮਾਰ ਨਹੀਂ ਹੋਏ, ਮੈਂਟਲੀ ਜਿੰਨਾ ਅਸਰ ਹੋਇਆ ਇਸ ਚੀਜ਼ ਦਾ ਕਿ ਯਾਰ ਅੱਜ ਮੈਂ ਬਿਮਾਰ ਹੋ ਗਿਆ, ਅੱਜ ਮੈਂ ਘਰ ਬੈਠ ਗਿਆ ਤੇ ਅੱਜ ਮੇਰੀ ਵੈਲਿਊ ਖਤਮ ਕਰ ਦਿੱਤੀ। Not even a single person from the industry? No. That's shocking. I'm sorry but it's shocking. ਇਹ ਦੁਨੀਆਦਾਰੀ ਹੈ, ਕੀ ਕਰ ਸਕਦੇ ਆ। ਇਸ ਚੀਜ਼ ਦਾ ਉਹਨਾਂ 'ਤੇ ਜ਼ਿਆਦਾ ਅਸਰ ਸੀਗਾ। ਫਿਰ ਬਟ ਜੋ ਵੀ ਸੀਗਾ, ਮਤਲਬ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ, ਬਹੁਤ ਸਾਰੇ ਲੋਕਾਂ ਨੂੰ ਪੜ੍ਹਿਆ, ਵੱਡੇ ਵੱਡੇ ਵਿਦਵਾਨ ਲੋਕ ਨੇ, ਬਟ ਮੈਂ ਉਹਨਾਂ ਵਰਗਾ ਬੋਲਡ ਇਨਸਾਨ ਨਹੀਂ ਦੇਖਿਆ ਜੀ। ਉਹ ਇੰਨੇ ਜ਼ਿਆਦਾ ਸਕਿਨੀ ਹੋ ਗਏ ਸੀਗੇ। ਮੇਰਾ ਖਿਆਲ ਉਹਨਾਂ ਦੀ ਜਿਹੜੀ ਵੇਸਟ ਹੈ ਉਹ ਨਾ ਕਰਦਿਆਂ 28 ਹੋ ਗਈ ਹੋਣੀ, 28 ਹੋਣੀ ਹੈ ਵੇਸਟ ਉਹਨਾਂ ਦੀ। ਔਰ ਉਹ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਸੀ ਨਾ ਕਿ ਤੁਸੀਂ ਗੁਰੂ ਜੀ ਬਹੁਤ ਬਿਮਾਰ ਹੋ ਗਏ, ਤੁਸੀਂ ਤਾਂ ਬਹੁਤ ਪਤਲੇ ਹੋ ਗਏ, ਉਹ ਉਲਟਾ ਹੱਸਦੇ ਹੁੰਦੇ ਸੀ, ਉਲਟਾ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਵੀ ਯਾਰ ਆਪਣੇ ਢਿੱਡ ਦੇਖੋ ਕਿੱਥੇ ਜਾ ਰਿਹਾ, ਮੈਂ ਤਾਂ ਉਲਟਾ ਫਿੱਟ ਹੋ ਗਿਆ। ਔਰ ਇੱਕ ਵਾਰ ਦਾ ਵਾਕਿਆ ਹੈ ਕਿ ਹੌਸਪੀਟਲ ਦੇ ਵਿੱਚ ਉਹ ਸੀਗੇ ਔਰ ਮੇਰੀ ਡਾਕਟਰ ਸਾਹਿਬ ਨੇ ਡਿਊਟੀ ਲਗਾਈ ਸੀਗੀ ਸਪੈਸ਼ਲੀ ਕਿ ਕੁਛ ਵੀ ਹੋ ਜਾਏ, ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਤੇਰੀ ਅੱਖਾਂ 'ਚ ਉਹਨਾਂ ਦੇ ਸਾਹਮਣੇ ਹੰਝੂ ਨਹੀਂ ਆਉਣਾ ਚਾਹੀਦਾ। ਓਕੇ। ਉਹਨਾਂ ਨੇ ਅਗਰ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਹੋਇਆ, ਉਹ ਸਿਰਫ ਤੇਰਾ ਕਰਕੇ ਹੈ। ਜੇ ਕਾਕਾ ਤੇਰੇ ਅੱਖਾਂ 'ਚ ਹੰਝੂ ਆ ਗਿਆ, ਇਸ ਇਨਸਾਨ ਨੇ ਟੁੱਟ ਜਾਣਾ। ਔਰ ਰਾਤ ਦੀ ਗੱਲ ਹੈ, ਆਹੀ ਟਾਈਮ ਸੀਗਾ ਮੇਰਾ ਖਿਆਲ 9 ਜਾਂ 10 ਵਜੇ ਸੀਗੇ ਰਾਤ ਦੇ। ਉਹਨਾਂ ਨੂੰ ਡ੍ਰਿਪ ਲੱਗਾ ਹੋਇਆ ਸੀਗਾ ਔਰ ਡ੍ਰਿਪ ਲੱਗੇ ਗੋਡ ਨੋਜ਼ ਪਤਾ ਨਹੀਂ ਕੀ ਹੋਇਆ, ਅਚਾਨਕ ਚਲਦੇ ਉਹਨਾਂ ਦਾ ਹਾਰਟ ਬੰਦ ਹੋ ਗਿਆ ਔਰ 5-7 ਮਿੰਟ ਲਈ ਬੋਡੀ ਬਿਲਕੁਲ ਬੇਜਾਨ ਹੋ ਗਈ। ਮੈਂ ਫਟਾਫਟ ਦੌੜਿਆ ਥੱਲੇ। ਮੇਰੇ ਨਾਲ ਇੱਕ ਡੈਡੀ ਦਾ ਲੜਕਾ ਸੀਗਾ, ਸਟੂਡੈਂਟ ਸੀਗਾ ਨਾਲ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਖਿਆਲ ਰੱਖ, ਫਟਾਫਟ ਤੂੰ ਨਰਸਿਸ ਨੂੰ ਬੁਲਾ। ਮੈਂ ਫਟਾਫਟ ਗਿਆ, ਨੰਗੇ ਪੈਰ ਮੈਂ ਦੌੜਿਆ ਥੱਲੇ। ਔਰ ਸਾਡੀ ਕਿਸਮਤ ਇੰਨੀ ਚੰਗੀ ਸੀਗੀ ਕਿ ਹੌਸਪੀਟਲ ਦੇ ਬਿਲਕੁਲ ਬੈਕ ਸਾਈਡ 'ਤੇ ਡਾਕਟਰ ਸਾਹਿਬ ਦਾ ਘਰ ਸੀਗਾ ਔਰ ਉਹ ਅੰਡਰ ਕੰਸਟਰਕਸ਼ਨ ਸੀਗਾ। ਮੈਂ ਫਟਾਫਟ ਦੌੜਿਆ, ਮੈਂ ਡਾਕਟਰ ਸਾਹਿਬ ਨੂੰ ਬੁਲਾਇਆ। ਮੈਂ ਕਿਹਾ ਡਾਕਟਰ ਸਾਹਿਬ ਇੱਦਾਂ ਹੋ ਗਿਆ। ਡਾਕਟਰ ਸਾਹਿਬ ਆਏ ਫਟਾਫਟ, ਉਹਨਾਂ ਨੇ ਫਟਾਫਟ ਜੋ ਆਪਣਾ CPR ਵਗੈਰਾ ਦਿੰਦੇ ਉਹ ਦਿੱਤਾ ਉਹਨਾਂ ਨੇ ਔਰ ਡੈਡੀ ਦੇ ਸਾਹ ਚੱਲ ਪਏ। ਔਰ ਮੇਰੇ ਤੋਂ ਕੰਟਰੋਲ ਨਹੀਂ ਹੋਇਆ, ਮੈਂ ਰੋ ਪਿਆ, ਮੇਰੀ ਅੱਖਾਂ 'ਚ ਪਾਣੀ ਆ ਗਿਆ ਤੇ ਮੈਂ ਬਿਲਕੁਲ ਪਿੱਛੇ ਖੜਾ ਹੋ ਗਿਆ। ਉਹਨਾਂ ਦਾ ਸਾਰਾ ਸਟਾਫ ਖੜਾ ਸੀਗਾ। ਡਾਕਟਰ ਸਾਹਿਬ ਨੇ ਸਾਰਿਆਂ ਨੂੰ ਡਾਂਟਿਆ ਕਿ ਤੁਸੀਂ ਕੀ ਕਰਦੇ ਇਹ ਵਗੈਰਾ ਕਰਕੇ। ਉਹ ਮੈਂ ਪਿੱਛੇ ਲੁੱਕ ਗਿਆ ਵੀ ਇਹ ਮੈਨੂੰ ਕਿਤੇ ਦੇਖ ਨਾ ਲੈਣ ਵੀ ਇਹ ਰੋ ਰਿਹਾ। ਅਤੇ ਪਿਓ ਤਾਂ ਪਿਓ ਹੈ, ਉਹਨਾਂ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਮੁੰਡੇ ਨੂੰ ਇਸ਼ਾਰਾ ਕੀਤਾ ਅੱਖਾਂ ਨਾਲ ਵੀ ਇੱਦਾਂ ਕਰਕੇ ਉਹਨੂੰ ਬੁਲਾ ਇੱਧਰ। ਮੈਂ ਗਿਆ ਅਤੇ ਮੈਂ ਅੱਖਾਂ ਪੂੰਝੀਆਂ ਆਪਣੀਆਂ। ਮੈਂ ਹਾਂਜੀ। ਕਹਿੰਦੇ ਕੀ ਹੋਇਆ? ਉਹ ਮੈਂ ਕਿਹਾ ਜੀ ਬਸ ਉਹ ਉੱਦਾਂ ਹੀ ਮੈਂ ਥੋੜ੍ਹਾ ਜਿਹਾ ਇਮੋਸ਼ਨਲ ਹੋ ਗਿਆ। ਮੈਨੂੰ ਕਹਿੰਦੇ ਓਏ ਸਾਬਰਕੋਟੀ ਦਾ ਪੋਤਾ ਤੂੰ
ਤੈਨੂੰ ਪਤਾ ਤੇਰੇ ਪਿਓ ਨੂੰ ਲੋਕ ਬੱਬਰ ਸ਼ੇਰ ਗਵਈਆ ਕਹਿੰਦੇ ਆ, ਹੂੰ ਤੂੰ ਬੱਬਰ ਸ਼ੇਰ ਦਾ ਪੁੱਤ ਹੋ ਕੇ ਤੂੰ ਰੋਈ ਜਾਣਾ, ਬੀ ਬੋਲਡ। ਅਤੇ ਮੇਰੇ ਕੋਲ ਕੰਟਰੋਲ ਨਹੀਂ ਹੋਇਆ, ਮੈਂ ਉਹਨਾਂ ਦੇ ਸਾਹਮਣੇ ਰੋ ਪਿਆ। ਅਤੇ ਮੈਨੂੰ ਕਹਿੰਦੇ ਉਸ ਟਾਈਮ ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਮੈਨੂੰ, ਉਹ ਅਜੇ ਵੀ ਮੈਨੂੰ ਯਾਦ ਹੈ। ਮੈਨੂੰ ਇੱਕ ਇਸ਼ਾਰਾ ਉਹਨਾਂ ਨੇ ਇਹ ਦਿੱਤਾ ਕਿ ਓਏ, ਮੈਨੂੰ ਕਹਿੰਦੇ ਸਟਰੋਂਗ ਬਣ, ਤੂੰ ਪੂਰਾ ਪਰਿਵਾਰ ਸੰਭਾਲਣਾ। ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਮਾਂ ਆਉਣ ਵਾਲਾ ਸ਼ਾਇਦ, ਤਾਂ ਸੌਰੀ ਮੈਂ ਥੋੜ੍ਹਾ ਜਿਹਾ ਇਟਸ ਓਕੇ, ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਮਾਂ ਆ ਗਿਆ ਜਲਦੀ। ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਜੀ ਨਹੀਂ, ਆਪਾਂ ਹਲੇ ਗੁੜੀਆ ਦਾ ਵਿਆਹ ਕਰਨਾ, ਆਪਾਂ ਕਿੰਨਾ ਕੁਛ ਕਰਨਾ, ਅਜੇ ਮੈਨੂੰ ਵਿਆਹਣਾ। ਮੈਂ ਕਿਹਾ ਜੀ ਅਜੇ ਆਪਣੇ ਪੋਤੇ ਪੜੋਤੇ ਖਿਡਾਉਣੇ ਆ, ਤੁਸੀਂ ਇੱਦਾਂ ਨਾ ਕਰੋ। ਉਸ ਟਾਈਮ ਇਨ ਦੈਟ ਕੇਸ ਇੱਕ ਸਾਈਡ ਮਤਲਬ ਉਹਨਾਂ ਦੀ ਦੋਨੋਂ ਬਾਜੂ ਦੇ ਵਿੱਚ ਨੀਡਲ ਲੱਗੀ ਹੁੰਦੀ ਸੀਗੀ। ਇੱਕ ਸਾਈਡ ਉਹਨਾਂ ਨੂੰ ਜਦੋਂ ਡ੍ਰਿਪ ਖਤਮ ਹੁੰਦਾ ਸੀਗਾ, ਦੂਸਰੀ ਬਾਜੂ ਦੇ ਵਿੱਚ ਉਹਨਾਂ ਨੂੰ ਬਲੱਡ ਚੜਾ ਦਿੰਦੇ ਸੀਗੇ। ਮਤਲਬ ਕਿ ਉਹਨਾਂ ਦੀ ਇਮਿਊਨਿਟੀ ਇੰਨੀ ਜ਼ਿਆਦਾ ਡਾਊਨ ਹੋ ਚੁੱਕੀ ਸੀਗੀ ਕਿ ਬਲੱਡ ਜਿਹੜਾ ਹੈ ਜਾਂ ਜੋ ਵੀ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਸੀਗਾ, ਉਹਨਾਂ ਦੇ ਜਿਹੜੇ ਜ਼ਖਮ ਸੀਗੇ ਉਹ ਹੀਲ ਨਹੀਂ ਹੋ ਰਹੇ ਸੀਗੇ ਜੀ। ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਮੈਨੂੰ ਛੇੜਨਾ, ਮੈਨੂੰ ਹਸਾਈ ਜਾਣਾ, ਮੈਨੂੰ ਛੇੜੀ ਜਾਣਾ। ਔਰ ਮੇਰਾ ਕੰਮ ਇਹ ਹੁੰਦਾ ਸੀਗਾ ਕਿ ਮੈਂ ਸਾਰੀ ਰਾਤ ਸੌਂਦਾ ਨਹੀਂ ਸੀਗਾ। ਸਾਰੀ ਰਾਤ ਉਹਨਾਂ ਨੇ ਮੈਨੂੰ ਕਹਿਣਾ ਕਿ ਖਾਨ ਸਾਹਿਬ, ਮੈਂ ਹਾਂਜੀ, ਉਹ ਤੇਰੇ ਫ਼ੋਨ ਦੇ ਵਿੱਚ ਉਹ ਗਜ਼ਲ ਹੈਗੀ ਆ ਗੁਲਾਮ ਅਲੀ ਸਾਹਿਬ ਦੀ? ਮੈਂ ਨਾ ਹਾਂਜੀ ਹੈਗੀ ਆ ਜੀ। ਉਹ ਮੈਂ ਗਜ਼ਲ ਚਲਾ ਦੇਣੀ, ਫਿਰ ਆਹ ਗਾਣਾ ਚਲਾ ਯਾਰ, ਉਹ ਗਾਣਾ ਚਲਾ ਦੇਣਾ। ਕਈ ਗਾਣੇ ਇੱਦਾਂ ਦੇ ਸੀਗੇ, ਕਈ ਲਾਈਨਸ ਗਾਣਿਆਂ ਦੀਆਂ ਇੱਦਾਂ ਦੀਆਂ ਸੀਗੀਆਂ ਜੋ ਉਹਨਾਂ ਨੂੰ ਉਸ ਇਨਸਾਨ ਦੀਆਂ ਯਾਦ ਦਿਲਾ ਦਿੰਦੀਆਂ ਸੀਗੀਆਂ ਜਿਸ ਇਨਸਾਨ ਨੇ ਉਹਨਾਂ ਦੇ ਨਾਲ ਕਿਸੇ ਟਾਈਮ 'ਤੇ ਚੀਟ ਕੀਤਾ ਸੀਗਾ। ਉਹ ਭਾਵੁਕ ਹੋ ਜਾਂਦੇ ਸੀਗੇ। ਔਰ ਮੇਰਾ ਕੰਮ ਇਹ ਹੁੰਦਾ ਸੀਗਾ, ਸਾਰੀ ਰਾਤ ਮੈਂ ਨਰਸਿਸ ਜਿਹੜੀਆਂ ਹੁੰਦੀਆਂ ਸੀਗੀਆਂ, ਮੈਂ ਉਹਨਾਂ ਨੂੰ ਸੌਣ ਨਹੀਂ ਦਿੰਦਾ ਸੀਗਾ। ਮੈਂ ਕਦੀ ਤੇਲ ਗਰਮ ਕਰਾ ਲੈਣਾ, ਕਦੀ ਕੁਛ ਕਰਾ ਲੈਣਾ, ਮੈਂ ਕਦੀ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰੀ ਜਾਣੀ, ਕਦੀ ਹੱਥਾਂ ਦੀ ਮਾਲਿਸ਼ ਕਰੀ ਜਾਣੀ। ਮੈਂ ਸੌਂਦਾ ਨਹੀਂ ਹੁੰਦਾ ਸੀਗਾ ਸਾਰੀ ਰਾਤ। ਅਤੇ ਉਹਨਾਂ ਨੇ ਸਾਰੀ ਰਾਤ ਮੇਰੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੀ ਜਾਣਾ। ਫਿਰ ਮੇਰੇ ਨਾਲ ਗੱਲ ਕਰਨੀ ਕਿ ਮੈਂ ਖਾਨ ਸਾਹਿਬ, ਇਸ ਸਾਲ ਦੇ ਵਿੱਚ ਮੈਂ ਇਸ ਦਰਬਾਰ 'ਤੇ ਗਿਆ ਸੀ, ਤਾਂ ਬੇਟਾ ਮੈਂ ਉੱਥੇ ਗਾਇਆ ਸੀ, ਮੈਨੂੰ ਉਸ ਟਾਈਮ 'ਚ ਮੈਨੂੰ 5 ਰੁਪਈਏ ਮਿਲੇ ਸੀ, ਮੈਨੂੰ ਉਸ ਟਾਈਮ ਦੇ ਵਿੱਚ ਮੈਨੂੰ 2 ਰੁਪਈਏ ਮਿਲੇ ਸੀਗੇ। ਔਰ ਮੈਨੂੰ ਅਕਸਰ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀਗੇ, ਕਹਿੰਦੇ ਖਾਨ ਸਾਹਿਬ ਹਮੇਸ਼ਾ ਆਪਣੇ ਆਪ ਨੂੰ ਪੁੱਤ ਨੀਵੇਂ ਹੋ ਕੇ ਰੱਖਣਾ, ਅਤੇ ਜਿਹੜਾ ਫਲ ਹੁੰਦਾ ਨਾ ਉਹ ਨੀਵੇਂ ਰੁੱਖਾਂ ਨੂੰ ਹੀ ਲੱਗਦਾ ਹੈ। ਤਾਂ ਮੈਂ ਉਹਨਾਂ ਨੂੰ ਇੱਕ ਦਿਨ ਕਿਹਾ, ਮੈਂ ਉੱਦਾਂ ਹੀ ਗੱਲ ਛੇੜ ਦਿੱਤੀ, ਮੈਂ ਕਿਹਾ ਡੈਡੀ ਅਸੀਂ ਨਾ ਕਿਸੇ ਨੂੰ ਮੰਦਾ ਚੰਗਾ ਕਹਿੰਦੇ ਹਾਂ, ਨਾ ਅਸੀਂ ਕਿਸੇ ਨਾਲ ਨਾ ਆਪਣੇ ਮਨ ਦੇ ਵਿੱਚ ਕੋਈ ਭਾਵਨਾ ਹੁੰਦੀ ਹੈ ਕਿ ਕਿਸੇ ਨਾਲ ਵੈਰ ਰੱਖੀਏ। ਤਾਂ ਲੋਕ ਸਾਨੂੰ ਮਾੜਾ ਚੰਗਾ ਕਿਉਂ ਕਹਿੰਦੇ ਆ, ਸਾਡਾ ਕੀ ਕਸੂਰ ਹੈ? ਅਤੇ ਮੈਨੂੰ ਇੱਕ ਦਿਨ ਉਹਨਾਂ ਨੇ ਜਵਾਬ ਦਿੱਤਾ, ਬੜਾ ਮਤਲਬ ਸੁਣਨ ਵਾਲਾ ਜਵਾਬ ਹੈ। ਮੈਨੂੰ ਕਹਿੰਦੇ ਖਾਨ ਸਾਹਿਬ, ਜਿਹੜੇ ਦਰਖਤ ਨੂੰ ਫਰੂਟ ਲੱਗਾ ਹੋਏਗਾ ਨਾ, ਅਕਸਰ ਲੋਕ ਪੱਥਰ ਉਹਨੂੰ ਮਾਰਨਗੇ। ਤਾਂ ਕੋਈ ਗੱਲ ਨਹੀਂ, ਪਰਮਾਤਮਾ ਨੇ ਉਹਨਾਂ ਦੀ ਡਿਊਟੀ ਲਾਈ ਹੈ ਪੱਥਰ ਮਾਰਨਾ, ਸਾਡੀ ਡਿਊਟੀ ਲਾਈ ਹੈ ਫਲ ਵੰਡਣਾ, ਅਤੇ ਆਪਾਂ ਆਪਣਾ ਕਾਰਜ ਕਰੀ ਜਾਵਾਂਗੇ, ਉਹਨਾਂ ਨੂੰ ਆਪਣਾ ਕਰ ਲੈਂਦੇ। ਉਹ ਐਸੀ ਸੋਚ ਸੀ ਉਹਨਾਂ ਦੀ। ਜੀ ਅੱਜ ਉਹਨਾਂ ਨੇ ਤੁਹਾਨੂੰ ਇੱਕ ਟੀਚਿੰਗ ਦਿੱਤੀ ਹੈ ਲਾਈਫ ਦੀ ਕਿ ਅੱਛੀ ਗਾਇਕੀ ਨੂੰ ਪ੍ਰਮੋਟ ਕਰਨਾ ਹੈ ਜੀ। ਪਰ ਐਲੈਕਸ, ਅੱਜ ਕੱਲ੍ਹ ਤਾਂ ਕਮਰਸ਼ੀਅਲਾਈਜੇਸ਼ਨ ਦਾ ਜ਼ਮਾਨਾ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਦੌੜ ਲੱਗੀ ਹੋਈ ਹੈ। ਉਹਨਾਂ ਦੇ ਟਾਈਮ 'ਤੇ ਐਲਬਮਸ ਆਉਂਦੀਆਂ ਸੀ, ਹੁਣ ਤਾਂ ਗਾਣੇ ਹਰ ਅਗਲੇ ਦਿਨ, ਮਤਲਬ ਮੈਨੂੰ ਲੱਗਦਾ 1 ਮਿੰਟ ਦੇ ਵਿੱਚ ਪਤਾ ਨਹੀਂ ਕਿੰਨੇ ਸਿੰਗਰਾਂ ਦੇ ਗਾਣੇ ਆਊਟ ਹੋ ਜਾਂਦੇ ਨੇ। ਮੈਨੇਜਮੈਂਟ ਟੀਮਸ ਨੇ ਪੈਸਾ ਬਹਾਉਣ ਤੋਂ ਬਾਅਦ ਤੁਹਾਨੂੰ ਵਿਊਜ਼ ਅੱਛੇ ਮਿਲਦੇ ਆ, ਵਿਊਜ਼ ਦੇ ਨਾਲ ਪੈਰਾਮੀਟਰ ਨਾਪਿਆ ਜਾਂਦਾ ਗਾਣੇ ਦੇ ਹਿੱਟ ਜਾਂ ਫਲॉप ਦਾ। ਸ਼ੋਜ਼ ਕਿੰਨੇ ਮਿਲ ਰਹੇ ਨੇ, ਆਰਟਿਸਟ ਦੇ ਨਾਮ ਦੇ ਨਾਲ ਸ਼ੋਜ਼ ਦੇ ਜਿਹੜੇ ਰੇਟਸ ਨੇ ਉਹ ਡਿਸਾਈਡ ਕੀਤੇ ਜਾਂਦੇ ਨੇ। ਲਾਈਫ ਉਹਨਾਂ ਦੇ ਟਾਈਮ ਤੋਂ ਟੋਟਲੀ ਚੇਂਜ ਹੋ ਚੁੱਕੀ ਹੈ ਇੰਡਸਟਰੀ ਦੀ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਔਰ ਕਿਸ ਤਰ੍ਹਾਂ ਫੇਸ ਕਰ ਰਹੇ ਹੋ ਐਵਰੀਡੇ? ਫਸਟ ਆਫ ਆਲ, ਮੈਨੂੰ ਡੈਡੀ ਨੇ ਕਦੀ ਨਹੀਂ ਕਿਹਾ ਕਿ ਤੂੰ ਇੱਕ ਸਿੰਗਰ ਬਣ ਜਾਂ ਆਰਟਿਸਟ ਲਾਈਨ 'ਚ ਆ। ਉਹ ਚਾਹੁੰਦੇ ਸੀਗੇ ਕਿ ਮੈਂ ਜਿੱਦਾਂ ਕਿੱਦਾਂ ਵੀ ਮੈਨੂੰ ਉਹ ਬਾਹਰ ਭੇਜ ਦੇਣ। ਬਟ ਮੇਰਾ ਇਸ਼ਕ ਇੰਨਾ ਜ਼ਿਆਦਾ ਸੀ ਗਾਣੇ ਵਜਾਣੇ ਤੋਂ ਕਿ ਮੈਂ ਜਿਹੜਾ ਪਹਿਲਾ ਟਰੈਕ ਕੀਤਾ ਸੀਗਾ, ਮੈਂ ਉਹਨਾਂ ਨੂੰ ਦੱਸਿਆ ਨਹੀਂ। ਮੇਰੀ ਜ਼ਿੰਦਗੀ ਦੀ ਉਹ ਪਹਿਲੀ ਚੋਰੀ ਸੀ। ਮੈਂ ਉਹਨਾਂ ਨੂੰ ਬਿਨਾਂ ਦੱਸੇ ਟਰੈਕ ਕੀਤਾ ਸੀਗਾ। ਉਹਦਾ ਆਡੀਓ, ਉਹਦਾ ਵੀਡੀਓ, ਈਵਨ ਕਿ ਉਹਦੀ ਐਡੀਟਿੰਗ, ਈਚ ਐਂਡ ਐਵਰੀਥਿੰਗ। ਔਰ ਪਰਮਾਤਮਾ ਨੇ ਮੇਰਾ ਬਹੁਤ ਸਾਥ ਦਿੱਤਾ। ਜਿਸ ਦਿਨ ਮੇਰਾ ਸ਼ੂਟ ਸੀਗਾ ਉਸੇ ਦਿਨ ਉਹਨਾਂ ਦਾ ਸ਼ੂਟ ਸੀਗਾ। ਸਾਡਾ ਸ਼ੂਟ ਸੀਗਾ 3 ਦਿਨ ਦਾ, ਮੈਂ 1.5 ਦਿਨ 'ਚ ਖ਼ਤਮ ਕਰਕੇ ਆ ਗਿਆ। ਉਹਨਾਂ ਦਾ ਸ਼ੂਟ ਸੀਗਾ 4 ਦਿਨ ਦਾ, ਉਹ 2 ਦਿਨ 'ਚ ਖ਼ਤਮ ਕਰਕੇ ਆ ਗਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਘਰ ਪਹੁੰਚ ਗਿਆ ਜੀ। ਔਰ ਮੇਰੀ ਫੈਮਿਲੀ 'ਚ ਸਾਰਿਆਂ ਨੂੰ ਪਤਾ ਸੀਗਾ। ਔਰ ਰਹੀ ਗੱਲ ਗਾਣੇ ਵਜਾਣੇ, ਜੋ ਅੱਜ ਦਾ ਮਾਹੌਲ ਹੈ, ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਐਟ ਦੈਟ ਟਾਈਮ
ਆਡੀਅנס ਸੀ, ਲੋਕ ਸੁਣਨ ਵਾਲੇ ਸੀਗੇ, ਸਿੰਗਰ ਘੱਟ ਸੀਗੇ, ਸੁਣਨ ਵਾਲੇ ਜ਼ਿਆਦਾ ਸੀਗੇ। ਲੇਕਿਨ ਹੁਣ ਸਿੰਗਰ ਜ਼ਿਆਦਾ ਹੋ ਗਏ ਹੈ, ਸੁਣਨ ਵਾਲੇ ਤਾਂ ਖੈਰ ਖਤਮ ਹੀ ਹੋ ਗਏ, ਹੁਣ ਤਾਂ ਵਿਊਅਰਸ ਰਹਿ ਗਏ। ਦੌਰ ਚੇਂਜ ਹੋ ਗਿਆ। ਜਿੱਦਾਂ ਤੁਸੀਂ ਕਿਹਾ ਕਿ ਵੀਡੀਓ ਲਗਾਉਂਦੇ, ਵੀਡੀਓ ਤੇ ਪੈਸਾ ਲੱਗਦਾ, ਬਜਟ ਲੱਗਦਾ ਹੈ, YouTube ਦੇ ਵਿਊਜ਼ ਆਉਂਦੇ ਹੈ, ਵਿਊਜ਼ ਤੋਂ ਪਤਾ ਲੱਗਦਾ ਹੈ ਕਿ ਹਾਂ ਆਰਟਿਸਟ ਕਿੰਨਾ ਚਰਚਾ 'ਚ। ਰਾਈਟ। ਹੁਣ ਤਾਂ ਵਿਊਅਰਸ ਰਹਿ ਗਏ ਆ। ਜੇ ਆਪਾਂ ਕਰੀਏ ਗਾਣੇ ਵਜਾਣੇ ਦੀ ਗੱਲ, ਮੇਰੇ ਖਿਆਲ ਨਾਲ ਹੁਣ ਗਾਣਾ ਵਜਾਣਾ ਤਾਂ ਰਹਿ ਹੀ ਨਹੀਂ ਗਿਆ। ਹੁਣ ਤਾਂ ਨੋਇਜ਼ ਪੋਲਿਊਸ਼ਨ ਹੈ ਜਾਂ ਸਾਊਂਡ ਪੋਲਿਊਸ਼ਨ ਕਹਿ ਸਕਦੇ ਹਾਂ। ਔਰ ਉਸ ਟਾਈਮ ਦੇ ਵਿੱਚ ਗਾਣੇ ਹੁੰਦੇ ਸੀਗੇ ਕਿ ਸਰਦੂਲ ਤਾਇਆ ਜੀ ਦਾ ਗਾਣਾ ਸੀਗਾ ਵੀ ਉਹ ਮੋੜ ਦਿੱਤਾ ਦਿਲ, ਤਸਵੀਰਾਂ ਮੋੜ ਦਿੱਤੀਆਂ, ਕਾਗਜ਼ਾਂ 'ਤੇ ਵੱਜੀਆਂ ਲਕੀਰਾਂ ਮੋੜ ਦਿੱਤੀਆਂ, ਬੁੱਲਾਂ ਸਾਡਿਆਂ ਦੇ ਹਾਸੇ ਮੋੜਨੇ ਤੂੰ ਭੁੱਲੀ, ਸਾਡੇ ਪਿਆਰ ਦਾ ਹਸੀਨ ਇੱਕ ਦੌਰ ਵੀ ਪਿਆ ਏ ਜੀ। ਸਾਡਾ ਤੇਰੇ ਕੋਲ ਸਮਾਨ ਅਜੇ ਹੋਰ ਵੀ ਪਿਆ ਏ। ਇਹਨਾਂ ਗਾਣਿਆਂ ਦਾ ਕੋਈ ਮਤਲਬ ਹੁੰਦਾ ਸੀਗਾ, ਕੁਝ ਨਿਕਲਦਾ ਸੀਗਾ ਕਿ ਇੱਕ ਬੰਦੇ ਨੂੰ ਜੇ ਕੋਈ ਲਿਸਨਰ ਸੁਣ ਰਿਹਾ ਸੀਗਾ ਜਾਂ ਕੋਈ ਲਿਸਨਰ ਉਹਨੂੰ ਅੱਜ ਵੀ ਸੁਣੇ, ਇਹ ਨਹੀਂ ਹੈ ਕਿ ਇਹ ਗਾਣੇ ਐਵਰਗ੍ਰੀਨ ਨੇ ਜੀ, ਉਹਨਾਂ ਨੂੰ ਅੱਜ ਵੀ ਤੁਸੀਂ ਸੁਣੋਗੇ ਕਿਤੇ ਨਾ ਕਿਤੇ। ਜੇ ਤੁਹਾਡਾ ਕਿਤੇ ਕੋਈ ਰੱਬ ਨਾ ਕਰੇ ਤੁਹਾਨੂੰ ਕਿਤੇ ਕੋਈ ਸੱਟ ਲੱਗੀ ਹੋਏਗੀ ਤਾਂ ਤੁਹਾਨੂੰ ਇਹ ਲੱਗੇਗਾ ਕਿ ਹਾਂ ਯਾਰ ਇਹ ਮੇਰੀ ਗੱਲ ਹੋ ਰਹੀ ਹੈ ਜੀ, ਰਿਲੇਟੇਬਲ ਨੇ। ਬਟ ਜਿਹੜਾ ਅੱਜ ਦਾ ਗਾਣਾ ਹੈ, ਅੱਜ ਦਾ ਗਾਣਾ ਮੈਂ ਸਮਝਦਾ ਕਿ ਆਰਟਿਸਟ ਹੀ ਆਪਸ 'ਚ ਲੜੀ ਜਾਂਦੇ, ਇੱਕ ਦੂਸਰੇ ਨੂੰ ਕਮੈਂਟ ਕਰੀ ਜਾਂਦੇ ਹੈ। ਔਰ ਮੇਰੇ ਖਿਆਲ ਦੇ ਨਾਲ ਰੱਬ ਨੇ ਇੱਕ ਆਰਟਿਸਟ ਇਹੋ ਜਿਹੀ ਚੀਜ਼ ਬਣਾ ਕੇ ਭੇਜੀ ਹੈ ਜੋ ਲੋਕਾਂ ਨੂੰ ਸਿਖਾ ਸਕਦਾ, ਲੋਕਾਂ ਨੂੰ ਸਮਝਾ ਸਕਦਾ ਜੀ। ਅੱਜ ਵੀ ਤੁਸੀਂ ਜੇ ਕਿਸੇ ਨੂੰ ਕੁਝ ਸਮਝਾਉਣਾ ਹੋਵੇ ਉਹਨੂੰ ਉੱਦਾਂ ਬੋਲੋਗੇ ਉਹਦੇ ਪੱਲੇ ਨਹੀਂ ਪਏਗਾ, ਬਟ ਉਹਨੂੰ ਫਿਲਮ ਦੇ ਰਾਹੀਂ ਸਮਝਾ ਲਓ ਜਾਂ ਗਾਣੇ ਦੇ ਰਾਹੀਂ ਸਮਝਾ ਲਓ, ਇੱਦਾਂ ਕਰਕੇ ਕਲਿੱਕ ਕਰੇਗੀ ਗੱਲ। ਬਿਲਕੁਲ। ਬਟ ਇਹ ਸਾਡੇ ਆਰਟਿਸਟ ਲੋਕ ਨੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ, ਉਹਨਾਂ 'ਤੇ ਡਿਪੈਂਡ ਕਰਦਾ। ਔਰ ਗਾਣਾ ਨੋ ਡਾਊਟ ਰੌਲੇ ਰੱਪੇ ਵਾਲੇ ਵੀ ਆ ਰਹੇ ਨੇ ਲੋਕ, ਕਈ ਐਸੇ ਆਰਟਿਸਟ ਨੇ ਜੋ ਅੱਛਾ ਵੀ ਗਾ ਰਹੇ ਨੇ, ਜਿੱਦਾਂ ਖਾਨ ਸਾਹਿਬ ਹੈ, ਮਾਸ਼ਾ ਅਲੀ ਭਾਜੀ ਹੈ, ਸੰਗਰਾਮ ਭਾਜੀ ਹੈ ਆਪਣੇ, ਔਰ ਕਮਲ ਖਾਨ ਭਾਜੀ ਹੈ, ਆਪਣਾ ਵਿਨੀਤ ਖਾਨ ਭਾਜੀ ਹੈ। ਇਹ ਲੋਕ ਵੀ ਕਰ ਰਹੇ ਨੇ ਕੰਮ। ਬਟ ਇਹ ਹੈ ਕਿ ਇਹਨਾਂ ਦਾ ਇੱਕ ਮਿਸ਼ਨ ਹੈ ਕਿ ਚੰਗਾ ਗਾਣਾ ਵਜਾਣਾ ਜਿਹੜਾ ਹੈ ਉਹ ਉਸ ਚੀਜ਼ ਨੂੰ ਪ੍ਰਮੋਟ ਕਰਨਾ। ਸਾਡਾ ਵੀ ਇਹੀ ਮਿਸ਼ਨ ਹੈ। ਇੱਕ ਮੈਂ ਸਵਾਲ ਕੀਤਾ ਸੀ ਡੈਡੀ ਨੂੰ, ਮੈਂ ਕਿਹਾ ਡੈਡੀ ਜੋ ਆਉਣ ਵਾਲਾ ਟਾਈਮ ਆ ਰਿਹਾ ਹੈ, ਹੁਣ ਜਿੱਦਾਂ ਬਹੁਤ ਸਾਰੇ ਆਰਟਿਸਟ ਹੈ, ਅੱਜ ਤੱਕ ਕਦੀ ਰੈਪ ਨਹੀਂ ਸੀਗਾ ਪੰਜਾਬੀ ਗਾਣਿਆਂ ਦੇ ਵਿੱਚ, ਅੱਜ ਰੈਪ ਵੀ ਆ ਗਿਆ। ਮੈਂ ਕਿਹਾ ਜੀ ਆਉਣ ਵਾਲਾ ਟਾਈਮ ਤਾਂ ਬਹੁਤ ਖਤਰਨਾਕ ਹੋ ਜਾਏਗਾ। ਕਹਿੰਦੇ ਇਹ ਨੇਚਰ ਹੈ ਬੇਟਾ, ਜਿਹੜੀ ਘੜੀ ਦੀ ਸੂਈ 12 ਤੋਂ ਚੱਲੀ ਹੈ ਨਾ, ਉਹਨੂੰ ਫਿਰ ਘੁੰਮ ਕੇ 12 ਤੇ ਹੀ ਆਉਣਾ ਪੈਣਾ। ਥੋੜਾ ਟਾਈਮ ਦਾ ਇਹ ਰੌਲਾ ਰੱਪਾ ਹੈ, ਆਉਣ ਵਾਲਾ ਟਾਈਮ ਅੱਗੇ ਐਸਾ ਆਏਗਾ, ਲੋਕ ਚੰਗਾ ਗਾਣਾ ਵਜਾਣਾ ਸੁਣਨਗੇ ਔਰ ਚੰਗੇ ਗਾਣੇ ਵਜਾਣੇ ਨੂੰ ਐਕਸੈਪਟ ਕਰਨਗੇ। ਲੋਕ ਆ ਜਿਹੜਾ ਰੌਲਾ ਰੱਪਾ ਹੈ ਇਹਨੂੰ ਲੋਕ ਅਵੋਇਡ ਕਰਨਗੇ ਔਰ ਸ਼ੁਰੂਆਤ ਬਹੁਤ ਜਲਦੀ ਹੋ ਜਾਣੀ ਹੈ। ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਤੇ ਮੈਨੂੰ ਤੁਹਾਡੀ ਗੱਲ ਸੁਣ ਕੇ ਮੈਂ ਥੋੜਾ ਜਿਹਾ ਰਿਵਾਈਂਡ ਹੋਈ ਹਾਂ। ਥੋੜੇ ਦਿਨ ਪਹਿਲੇ ਅੰਗਰੇਜ਼ ਅਲੀ ਜੀ ਦੇ ਨਾਲ ਇੱਕ ਇੰਟਰਵਿਊ ਜਦੋਂ ਗੱਲਬਾਤ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਸਮਾਂ ਚੱਲ ਰਿਹਾ ਗਾਇਕੀ ਵਾਲਾ, ਇਹ ਬਹੁਤ ਜਲਦੀ ਮੁੱਕਣ ਵਾਲਾ ਹੈ ਤੇ ਉਹ ਵਾਲਾ ਸਮਾਂ ਮੁੜ ਤੋਂ ਆਉਣ ਵਾਲਾ ਹੈ, ਕਿਉਂਕਿ ਇਹ ਗਾਇਕੀ ਸਿਰਫ 10 ਕੁ ਸਾਲਾਂ ਦੀ ਹੈ। ਕੁਝ ਸਾਲ ਲੰਘ ਗਏ ਨੇ ਤੇ ਕੁਝ ਰਹਿ ਗਏ ਨੇ, ਉਸ ਤੋਂ ਬਾਅਦ ਗਾਇਕੀ ਵਾਪਸ ਤੋਂ ਉਹੀ ਆਏਗੀ, ਕਿਉਂਕਿ ਜੋ ਅਸਲੀ ਚੀਜ਼ ਦੀ ਜੋ ਬੁਨਿਆਦ ਹੈ ਬੇਸਿਕਲੀ ਉਹਨੂੰ ਨਹੀਂ ਕੋਈ ਖਤਮ ਕਰ ਸਕਦਾ। ਬੇਸ ਤਾਂ ਜਿਹੜਾ ਸਾਫ ਸੁਥਰਾ ਗਾਣਾ ਵਜਾਣਾ ਹੈ, ਬੇਸ ਤਾਂ ਉਹੀ ਰਹਿਣਾ ਹੈ। ਇਹਦੇ ਵਿੱਚੋਂ ਹੀ ਬੋਲੀਆਂ ਨਿਕਲੀਆਂ, ਇਹਦੇ ਵਿੱਚੋਂ ਹੀ ਕਲੀਆਂ ਨਿਕਲੀਆਂ, ਇਹਦੇ ਵਿੱਚੋਂ ਹੀ ਟੱਪੇ ਨਿਕਲੇ ਹੈ, ਮਾਈਆ ਨਿਕਲਿਆ ਜੀ, ਇਹਦੇ ਵਿੱਚੋਂ ਹੀ ਜੇ ਅੱਜ ਦੀ ਗੱਲ ਕਰ ਲਈਏ ਆਪਾਂ, ਇਹਦੇ ਵਿੱਚੋਂ ਹੀ ਪੌਪ ਨਿਕਲਿਆ, ਉਹਦੇ ਵਿੱਚੋਂ ਹੀ ਰੈਪ ਨਿਕਲਿਆ। ਹਾਂਜੀ। ਪਰ ਇਹਦੇ ਵਿੱਚ ਮੈਂ ਸਮਝਦਾ ਕਿ ਸਾਰਾ ਜਿਹੜਾ ਕਸੂਰ ਹੈ ਉਹ ਆਰਟਿਸਟਾਂ ਦਾ ਵੀ ਨਹੀਂ ਹੈਗਾ। ਆਡੀਅנס ਜੇ ਅਗਰ ਸੁਣਦੀ ਹੈ ਤਾਂ ਆਰਟਿਸਟ ਉਸ ਚੀਜ਼ ਨੂੰ ਬਣਾ ਰਿਹਾ ਜੀ। ਅਗਰ ਆਡੀਅנס ਜਿਹੜੀ ਹੈ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰੇਗੀ ਤਾਂ ਸਿੰਗਰ ਦੀ ਤਾਂ ਹਿੰਮਤ ਹੀ ਨਹੀਂ ਪਏਗੀ। ਮੈਨੂੰ ਲੱਗਦਾ ਇਹ ਨਾ ਇੱਕ ਡਿਬੇਟ ਦਾ ਮੁੱਦਾ ਬਣ ਚੁੱਕਿਆ ਜਿਸ ਦੇ ਵਿੱਚ ਇੱਕ ਪੱਖ ਆਡੀਅנס ਦਾ ਤੇ ਇੱਕ ਪੱਖ ਆਰਟਿਸਟ ਦਾ। ਖੈਰ ਆਪਾਂ ਇਸ ਗੱਲ ਵੱਲ ਬਹੁਤਾ ਨਹੀਂ ਜਾਵਾਂਗੇ। ਤੁਸੀਂ ਐਡਰੈਸ ਕੀਤਾ ਸਰਦੂਲ ਸਿਕੰਦਰ ਸਾਹਿਬ ਨੂੰ ਤਾਇਆ ਜੀ ਕਹਿ ਕੇ, ਉਹਨਾਂ ਦੇ ਬੇਟਿਆਂ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਕਨੈਕਸ਼ਨ ਹੈ ਆਲਾਪ ਤੇ ਸਾਰੰਗ ਦੀ ਜੇਕਰ ਗੱਲ ਕਰੀਏ? ਦੇਖੋ ਜੀ, ਅਸੀਂ ਸਾਰੇ ਜਿਹੜੇ ਜਿੰਨੇ ਭਰਾ ਆ, ਅਸੀਂ ਯੁਵਰਾਜ ਹੰਸ ਭਾਜੀ ਔਰ ਆਲਾਪ ਜਾਂ ਸਾਰੰਗ ਜਾਂ ਮੇਰਾ ਛੋਟਾ ਬ੍ਰਦਰ, ਸਾਡੇ ਵਿੱਚ ਇੱਕ ਮੇਨ ਕੁਆਲਿਟੀ ਇਹ ਹੈ ਕਿ ਸਾਨੂੰ ਸੁਰ ਦੀ ਬਿਮਾਰੀ ਹੈ ਜੀ ਅਤੇ ਅਸੀਂ ਕਨੈਕਟਡ ਰਹਿੰਦੇ ਹਾਂ। ਜਦੋਂ ਸਰਦੂਲ ਤਾਇਆ ਜੀ, ਆਈ ਥਿੰਕ ਮੈਂ 2019 ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ। ਮੈਂ ਘਰ ਗਿਆ ਸੀਗਾ, ਉਹਨਾਂ ਨੂੰ ਬਰਸੀ ਡੈਡੀ ਦੀ ਅਸੀਂ ਪਲਾਨ ਕਰ ਰਹੇ ਸੀਗੇ ਉਸ ਟਾਈਮ, ਤਾਂ ਮੈਂ ਉਦੋਂ ਇੱਕ ਉਹਨਾਂ ਤੋਂ
ਉਹਨਾਂ ਦੇ ਵਿਊਜ਼ ਲੈਣ ਗਿਆ ਸੀਗਾ, ਪਲੱਸ ਉਹਨਾਂ ਨੂੰ ਮੈਂ ਬੇਨਤੀ ਕਰਨ ਗਿਆ ਸੀਗਾ, ਕਿਉਂਕਿ ਡੈਡੀ ਹਮੇਸ਼ਾ ਉਹਨਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ ਕਿ ਬੇਟਾ ਜਿੰਨੇ ਜ਼ਿਆਦਾ ਤੁਸੀਂ ਨੀਵੇਂ ਹੋ ਕੇ ਰਹੋਗੇ, ਜਿੰਨੇ ਤੁਸੀਂ ਹਲੀਮ ਹੋ ਕੇ ਰਹੋਗੇ, ਪਰਮਾਤਮਾ ਉਹ ਚੀਜ਼ਾਂ ਨੋਟ ਕਰੇਗਾ ਤੁਹਾਡੀ, ਔਰ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਫਲ ਹੈ ਉਹਦਾ, ਜਿਹੜੀਆਂ ਰਹਿਮਤਾਂ ਤੁਹਾਨੂੰ ਉੱਦਾਂ ਮਿਲਣੀਆਂ। ਮੈਂ ਉਹਨਾਂ ਦੇ ਘਰ ਗਿਆ, ਮੈਂ ਬੇਨਤੀ ਕੀਤੀ। ਪਹਿਲੀ ਗੱਲ ਤਾਂ ਉਹਨਾਂ ਦੇ ਸਾਹਮਣੇ ਕੋਈ ਗੱਲ ਹੀ ਕਰ ਦਈਏ, ਇਹ ਬਹੁਤ ਵੱਡੀ ਗੱਲ ਹੈ, ਮੇਰੀ ਤਾਂ ਜ਼ੁਬਾਨ ਨਹੀਂ ਨਿਕਲਦੀ ਹੁੰਦੀ ਸੀ। ਉਹਨਾਂ ਨੇ ਕੋਈ ਸਵਾਲ ਕਰਨਾ, ਮੈਨੂੰ ਹਾਂਜੀ ਠੀਕ ਹੈ ਜੀ, ਹਾਂਜੀ 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 ਹਾਂਜੀ। ਅਤੇ ਅਸੀਂ ਉੱਥੇ ਗਏ ਹਾਂ, ਮੇਰਾ ਖਿਆਲ ਵਿਲੀਅਮ ਵੀ ਨਾਲ ਸੀ। ਅਸੀਂ ਉੱਥੇ ਗਏ ਹਾਂ ਸ਼ਾਮ ਨੂੰ 4-5 ਵਜੇ, ਸਰਦੀਆਂ ਦਾ ਟਾਈਮ ਸੀਗਾ। ਉੱਥੇ ਉਹਨਾਂ ਨੇ ਹਾਰਮੋਨੀਅਮ ਖੋਲ੍ਹ ਲਿਆ ਔਰ ਅਸੀਂ ਉੱਥੇ ਗਾਉਣ ਲੱਗ ਗਏ। ਐਸਾ ਗਾਇਆ ਅਸੀਂ ਸਾਰਿਆਂ ਨੇ ਰਲ ਕੇ, ਅਲਾਪ, ਸਰਦੂਲ ਤਾਇਆ ਜੀ, ਮੈਂ। ਅਸੀਂ ਉੱਥੋਂ ਸਵੇਰੇ 7 ਵਜੇ ਆਏ ਉੱਥੋਂ ਜੀ। ਔਰ ਉਹਨਾਂ ਦੇ ਜਾਣ ਤੋਂ ਬਾਅਦ, ਸਰਦੂਲ ਤਾਇਆ ਜੀ ਦੇ ਜਾਣ ਤੋਂ ਬਾਅਦ, ਮੈਂ ਉਹਨਾਂ ਦੀ ਮੈਂਟਲ ਸਟੇਟ ਸਮਝ ਸਕਦਾ, ਦੋਨਾਂ ਭਰਾਵਾਂ ਦੀ, ਪ੍ਰੋਪਰ ਫੈਮਿਲੀ ਦੀ। ਕਿਉਂਕਿ ਅਸੀਂ, ਮੈਨੂੰ ਤਾਂ ਫਿਰ ਅਜੇ ਸਾਡੇ ਪਰਿਵਾਰ ਨੂੰ ਤਾਂ ਫਿਰ 4 ਸਾਲ ਹੋ ਗਏ, ਅਸੀਂ ਹਾਲੇ ਤੱਕ ਉਸ ਚੀਜ਼ ਤੋਂ ਉੱਭਰ ਨਹੀਂ ਪਾਏ। ਕਿਉਂਕਿ ਇਹ ਜ਼ਖਮ ਸਮੇਂ ਦਾ ਸਾਨੂੰ ਐਸਾ ਦਿੱਤਾ ਹੋਇਆ ਹੈ, ਇਹ ਸਾਰੀ ਜ਼ਿੰਦਗੀ ਹਰਾ ਹੀ ਰਹਿਣਾ ਹੈ, ਭਰਨਾ ਨਹੀਂ ਹੈ। ਔਰ ਜਦੋਂ ਮੈਨੂੰ ਪਤਾ ਲੱਗਾ ਕਿ ਇੱਦਾਂ ਇੱਕਦਮ ਸਰਦੂਲ ਤਾਇਆ ਜੀ ਚਲੇ ਗਏ ਨੇ, ਮੈਂ ਛੋਟੇ ਨਾਲ ਗੱਲ ਕੀਤੀ, ਮੈਂ ਕਿਹਾ ਚਲੀਏ ਯਾਰ ਆਪਾਂ। ਮੈਂ ਗਿਆ, ਮਨ ਦੇ ਅੰਦਰ ਮੈਂ ਬਹੁਤ ਕੁਝ ਸੋਚ ਕੇ ਗਿਆ ਕਿ ਮੈਂ ਉਹਨਾਂ ਨੂੰ ਆਪਣੇ ਵੱਲੋਂ ਹੌਸਲਾ ਦਊਂਗਾ, ਮੈਂ ਇਹ ਕਹੂੰਗਾ, ਮੈਂ ਉਹ ਕਹੂੰਗਾ। ਬਟ ਮੈਂ ਜਦੋਂ ਗੇਟ ਦੇ ਅੰਦਰ ਪੈਰ ਰੱਖਿਆ, ਮੇਰੇ ਮਾਈਂਡ ਦੇ ਅੰਦਰ ਮੇਰੀ ਖੁਦ ਦੀ ਫਿਲਮ ਚੱਲ ਪਈ ਕਿ ਮੈਂ ਤਾਂ ਖੁਦ ਜ਼ਖਮੀ ਹਾਂ, ਮੈਂ ਉਹਨਾਂ ਦੇ ਜ਼ਖਮ 'ਤੇ ਕਿੱਦਾਂ ਮਲਮ ਲਗਾਉਂਗਾ। ਮੈਂ ਗਿਆ, ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੁਝ ਉੱਥੇ ਇੱਕ ਲਫ਼ਜ਼ ਵੀ ਬੋਲ ਪਾਵਾਂ। ਉਹਨੇ ਜਦੋਂ ਮੈਨੂੰ ਹੱਗ ਕੀਤਾ, ਮੈਨੂੰ ਹੱਗ ਕਰਕੇ ਉਹ ਰੋਇਆ, ਅਤੇ ਲਿਟਰਲੀ ਮੈਂ ਅੰਦਰੋਂ ਇੰਨਾ ਕੁ ਜ਼ਿਆਦਾ ਟੁੱਟ ਗਿਆ। ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਯਾਰ ਹੁਣ ਸਿਰਫ ਤੁਹਾਡੇ ਦੋਨਾਂ ਭਰਾਵਾਂ ਦੇ ਸਿਰ 'ਤੇ ਹੈ। ਹੁਣ ਜਿਹੜਾ ਚਲੇ ਗਿਆ ਉਹ ਮੁੜਦੇ ਕਦੇ ਨਹੀਂ, ਜਿਹੜੇ ਗਏ ਜਿੰਦੇ ਮੇਰੀ ਹੈ। ਜਿਹੜੇ ਚਲੇ ਗਏ ਆ ਹੁਣ ਉਹਨਾਂ ਦਾ ਵਾਪਸ ਆਉਣਾ ਤਾਂ ਬਹੁਤ ਮੁਸ਼ਕਿਲ ਆ, ਪਰ ਇਹ ਅਸੀਂ ਜ਼ਿੰਦਾ ਰੱਖਣਾ ਹੈ। ਬਸ ਹੌਸਲਾ ਰੱਖੋ, ਹੁਣ ਦੁਨੀਆ ਨੂੰ ਮਿਲਣਾ ਵਿਚਰਨਾ ਤੁਹਾਡੇ ਹੱਥ ਹੈ। ਔਰ ਇੰਨਾ ਕੀ ਮੈਂ ਕਹਿ ਸਕਿਆ ਉਹਨਾਂ ਨੂੰ। ਉਸ ਤੋਂ ਬਾਅਦ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਇੱਕ ਲਫ਼ਜ਼ ਵੀ ਹੋਰ ਕਹਾਂ ਉਹਨਾਂ ਨੂੰ। ਜੀ। ਜੇਕਰ ਆਪਾਂ ਗੱਲ ਕਰੀਏ ਆਪਣੇ ਸਫ਼ਰ ਦੀ, ਹੈ ਨਾ, ਸੰਘਰਸ਼ ਜਾਰੀ ਹੈ ਜੀ, ਫਾਈਟ ਜਾਰੀ ਹੈ, ਜੋ ਕੁਝ ਵੀ ਇੱਕ ਪ੍ਰੋਬਲਮ ਦੋ ਤੁਹਾਡੇ ਨਾਲ ਹੋਈਆਂ ਕੁਝ ਸਾਲ ਪਹਿਲੇ, ਤੁਸੀਂ ਉਹਨਾਂ ਨਾਲ ਵੀ ਲਗਾਤਾਰ ਲੜ ਰਹੇ ਹੋ ਜੀ। ਪਲੈਨਿੰਗਸ ਕੀ ਨੇ ਹੁਣ, ਕਰਨਾ ਕੀ ਹੈ, ਕਿਵੇਂ ਕਰਨਾ ਹੈ? ਪਲੈਨਿੰਗਸ ਇੱਦਾਂ ਜੀ ਕਿ ਡੈਡੀ ਹੁਣਾਂ ਦਾ ਇੰਨਾ ਕੁ ਆਸ਼ੀਰਵਾਦ ਹੈ ਸਾਡੇ ਦੋਨਾਂ 'ਤੇ, ਕਿਤੇ ਵੀ ਅਸੀਂ ਜਾਂਦੇ ਹਾਂ ਬਹੁਤ ਪਿਆਰ ਮਿਲਦਾ। ਔਰ ਜਿਹੜਾ ਮੇਰੇ ਤੋਂ ਛੋਟਾ ਹੈ ਵਿਲੀਅਮ, ਉਹ ਸਟੂਡੀਓ ਵਰਕ ਕਰ ਰਿਹਾ ਔਰ ਬਹੁਤ ਸਾਰੇ ਵੱਡੇ ਜਿਹੜੇ ਦਿੱਗਜ ਲੋਕ ਨੇ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ, ਉਹਨਾਂ ਦੇ ਨਾਲ ਉਹ ਕੰਮ ਕਰ ਰਿਹਾ। ਔਰ ਮੇਰੇ ਵੀ ਕਈ ਉਹਨੇ ਟਰੈਕਸ ਬਣਾਏ ਹੋਏ ਆ। ਔਰ ਪਲੈਨਿੰਗ ਇਹੀ ਹੈ ਕਿ ਜੋ ਸਾਬਰ ਕੋਟੀ ਸਾਹਿਬ ਨੇ ਆਪਣੀ ਲਾਈਫ ਦੇ ਵਿੱਚ ਕੀਤਾ, ਉਹਨਾਂ ਨੇ ਆਪਣੀ ਸਾਰੀ ਲਾਈਫ ਜਿਹੜੀ ਹੈ ਉਹ ਪੰਜਾਬੀਅਤ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਦਿੱਤੀ। ਵੈਰੀ ਰਾਈਟ। ਜਦੋਂ ਉਹ ਕਿਤੇ ਵੀ ਜਾਂਦੇ ਸੀਗੇ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਲ ਅਰਾਊਂਡ ਦਾ ਵਰਲਡ, ਕਿਤੇ ਵੀ ਜਾਂਦੇ ਸੀਗੇ, ਉਹਨਾਂ ਨੇ ਹਮੇਸ਼ਾ ਪੰਜਾਬੀਅਤ ਨੂੰ ਪਹਿਲ ਦਿੱਤੀ। ਔਰ ਉਰਦੂ ਨਾਲ ਇਸ਼ਕ ਬਹੁਤ ਸੀ ਉਹਨਾਂ ਦਾ, ਉਰਦੂ ਸ਼ਾਇਰੀ ਨਾਲ ਬਹੁਤ ਪਿਆਰ ਰਿਹਾ ਉਹਨਾਂ ਦਾ। ਔਰ ਉਹਨਾਂ ਨੇ ਖਾਸ ਕਰਕੇ ਆਪਣੇ ਜਿੰਨੇ ਵੀ ਉਹਨਾਂ ਦੇ ਫੈਨਸ ਸੀਗੇ, ਉਹਨਾਂ ਨੂੰ ਤਲੱਫੁਜ਼ ਜਿਹੜਾ ਆਪਣਾ ਠੀਕ ਕਰਨ ਨੂੰ ਕਿਹਾ। ਜਿੱਦਾਂ ਕਿ ਕਈ ਆਪਣੇ ਜਿਹੜੇ ਅੱਜ ਦੇ ਆਰਟਿਸਟ ਹੈ, ਉਹ ਸਹੀ ਲਫ਼ਜ਼ ਹੁੰਦਾ ਹੈ ਜ਼ਿੰਦਗੀ, ਉਹਨੂੰ ਜ਼ਿੰਦਗੀ ਕਹਿ ਦਿੰਦੇ ਆ ਜਾਂ ਜ਼ਿੰਦਗੀ ਕਹਿ ਦਿੰਦੇ ਆ। ਕਈ ਵਰਡ ਇੱਦਾਂ ਦੇ ਉਹਨਾਂ ਨੇ ਖਾਸ ਕਰਕੇ ਮੈਨੂੰ ਇਸ ਚੀਜ਼ ਨੂੰ ਬਹੁਤ ਲੈ ਕੇ ਪੋਲਿਸ਼ ਕੀਤਾ ਕਿ ਜਿੱਦਾਂ ਕਈ ਵਰਡ ਹੁੰਦੇ ਸੀਗੇ ਮੈਂ ਗਲਤ ਬੋਲ ਜਾਂਦਾ ਸੀਗਾ, ਉਹ ਮੈਨੂੰ ਉੱਥੇ ਟੋਕ ਦਿੰਦੇ ਸੀਗੇ, ਨਹੀਂ ਇੱਦਾਂ ਨਹੀਂ, ਇਹ ਵਰਡ ਨੂੰ ਇੱਦਾਂ ਬੋਲਣਾ, ਇਹਦਾ ਪ੍ਰੋਨਾਂਸੀਏਸ਼ਨ ਜਿਹੜਾ ਇਹਨੂੰ ਪ੍ਰੋਨਾਊਂਸ ਇਸ ਹਿਸਾਬ ਨਾਲ ਪੁੱਤ ਕਰਨਾ। ਅਤੇ ਸਾਡੀ ਕੋਸ਼ਿਸ਼ ਵੀ ਇਹ ਹੈ ਕਿ ਉਹਨਾਂ ਤੋਂ ਵੱਧ ਕੇ ਕਰੀਏ, ਕਿਉਂਕਿ ਇੱਕ ਮਾਂ ਬਾਪ ਜਿਹੜਾ ਉਹ ਹਮੇਸ਼ਾ ਇਹੀ ਚਾਹੇਗਾ ਕਿ ਜੇ ਅੱਜ ਮੈਂ 10 ਕਦਮ ਤੁਰਿਆ ਤਾਂ ਮੇਰੀ ਔਲਾਦ ਜਿਹੜੀ ਉਹ 20 ਕਦਮ ਤੁਰੇ। ਬਿਲਕੁਲ ਬਿਲਕੁਲ ਸਾਡੀ ਕੋਸ਼ਿਸ਼ ਹੈ। ਬਾਕੀ ਸਮਾਂ ਹੈ, ਉਹਨਾਂ ਨੂੰ ਤਾਂ 19 ਸਾਲ ਲੱਗੇ ਸਿੱਖਣ ਨੂੰ, ਫਿਰ 10-12 ਸਾਲ ਅਲੱਗ ਤੋਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਨੇ ਘੁੰਮਿਆ ਕਾਫੀ। ਔਰ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਸਾਡੀ ਤਾਂ ਸ਼ੁਰੂਆਤ ਹੈ, ਜੇ ਅਸੀਂ ਹੁਣੇ ਹੀ ਢੇਰੀ ਢਾਹ ਕੇ ਬਹਿ ਜਾਵਾਂਗੇ ਤਾਂ ਫਿਰ ਤਾਂ ਕਿੱਦਾਂ ਕੰਮ ਚੱਲੇਗਾ। ਤਾਂ ਚੱਲ ਰਿਹਾ, ਕਰੀ ਜਾ ਰਹੇ ਹਾਂ, ਸਟਰਗਲ ਕਰ ਰਹੇ ਹਾਂ। ਬਾਕੀ ਜਦੋਂ ਰੱਬ ਨੂੰ ਲੱਗੇਗਾ
ਕਿ ਹਾਂ ਦੋਨੋਂ ਭਰਾ ਹੁਣ ਡਿਜ਼ਰਵ ਕਰਦੇ ਆ, ਹੁਣ ਇਹਨਾਂ ਨੂੰ ਉਹ ਚੀਜ਼ ਦਈਏ ਜੋ ਇਹਨਾਂ ਨੂੰ ਲੋੜ ਹੈ, ਫਿਰ ਉਹ ਪਰਮਾਤਮਾ ਦੇ ਦੇਗਾ, ਨਹੀਂ ਤਾਂ ਸੰਘਰਸ਼ ਜਾਰੀ ਹੈ। ਜੀ ਦੁਆਵਾਂ ਤੁਹਾਡੇ ਨਾਲ ਨੇ। ਜੀ। ਮੈਂ ਚਾਹੁੰਦੀ ਹਾਂ ਕੋਈ ਅਜਿਹਾ ਗਾਣਾ ਤੁਸੀਂ ਸਾਡੇ ਲਈ, ਸਾਡੇ ਦਰਸ਼ਕਾਂ ਲਈ, ਕਿਉਂਕਿ ਗੱਲਬਾਤ ਚੱਲ ਰਹੀ ਹੈ ਤੇ ਸਾਬਰਕੋਟੀ ਸਾਹਿਬ ਦੀਆਂ ਯਾਦਾਂ, ਗੱਲਾਂ, ਗੀਤ ਦਿਮਾਗ ਦੇ ਵਿੱਚ ਚੱਲ ਰਹੇ ਨੇ, ਨਾਲ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਲੇਕਿਨ ਫਿਲਮ ਦਿਮਾਗ 'ਚ ਸਾਡੇ ਚੱਲ ਰਹੀ ਹੈ ਨਾ। ਜੀ। ਸੋ ਕੋਈ ਅਜਿਹਾ ਗਾਣਾ ਜੋ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ, ਜੋ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਸੁਣਦੇ ਹੋਣ ਤੇ ਅੱਜ ਤੁਸੀਂ ਵੀ ਉਹਨਾਂ ਨੂੰ ਮਹਿਸੂਸ ਕਰਨ ਲਈ ਸੁਣਦੇ ਹੋ। ਇੱਕ ਗਾਣਾ ਉਹ ਬਹੁਤ ਜ਼ਿਆਦਾ ਸੁਣਨ ਲੱਗ ਗਏ ਸੀਗੇ ਲਾਸਟ ਟਾਈਮ ਦੇ ਵਿੱਚ ਤਾਂ, ਖਾਸ ਕਰਕੇ ਫਿਰੋਜ਼ ਚਾਚਾ ਜੀ ਦਾ, ਫਿਰੋਜ਼ ਖਾਨ ਸਾਹਿਬ ਦਾ। ਉਹਨਾਂ ਦਾ ਇੱਕ ਗਾਣਾ ਆਇਆ ਸੀਗਾ ਮੂਵੀ ਦੇ ਵਿੱਚ ਕਿ ਸਾਡਾ ਦਿਲ ਦਿਲ ਨਹੀਂ ਖਿਡੌਣਾ ਹੋ ਕੇ ਰਹਿ ਗਿਆ। ਤਾਂ ਉਹਦੇ ਨਾਲ ਉਹਨਾਂ ਦੀ ਅਟੈਚਮੈਂਟ ਇੰਨੀ ਜ਼ਿਆਦਾ ਹੋ ਗਈ ਸੀ ਕਿ ਜਦੋਂ ਇਕੱਲੇ ਬੈਠਦੇ ਸੀਗੇ, ਇੱਕ ਇਹ ਗਾਣਾ ਔਰ ਇੱਕ ਗਾਣਾ ਉਹ ਮੇਰੇ ਤੋਂ ਸੁਣਦੇ ਹੁੰਦੇ ਸੀਗੇ ਕਿ ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ। ਅਕਸਰ ਇਹ ਗਾਣਾ ਜਦੋਂ ਸੁਣਦੇ ਹੁੰਦੇ ਸੀਗੇ ਉਹ ਬਹੁਤ ਇਮੋਸ਼ਨਲ ਹੋ ਜਾਂਦੇ ਸੀਗੇ ਔਰ ਮੈਨੂੰ ਸਮਝ ਨਹੀਂ ਲੱਗਦੀ ਸੀ ਕਿ ਯਾਰ ਇੰਨਾ ਇਮੋਸ਼ਨਲ ਕਿਉਂ ਹੋ ਜਾਂਦੇ ਆ ਜੀ। ਕਿਉਂਕਿ ਜਿਸ ਇਨਸਾਨ ਨੇ ਕਿਸੇ ਨੂੰ ਗਵਾਇਆ ਹੋਵੇ ਇਸ ਚੀਜ਼ ਨੂੰ ਸਿਰਫ ਉਹ ਅੰਡਰਸਟੈਂਡ ਕਰ ਸਕਦਾ। ਬਿਲਕੁਲ। ਹੁਣ ਸਾਨੂੰ ਤਾਂ ਨਹੀਂ ਪਤਾ ਸੀਗਾ। ਹੁਣ ਜਦੋਂ ਮੈਂ ਕਿਸੇ ਟਾਈਮ ਇਹ ਗਾਣਾ, ਜਦੋਂ ਮੈਨੂੰ ਫਰਮਾਇਸ਼ ਹੁੰਦੀ ਹੈ ਕਿ ਇਹ ਗਾਓ, ਇਹ ਸੁਣਾਓ, ਥੋੜ੍ਹਾ ਜਿਹਾ ਗੁਰੂ ਜੀ ਦਾ ਫੇਵਰੇਟ ਗਾਣਾ ਸੁਣਾਓ, ਤੁਹਾਡੇ ਤੋਂ ਸੁਣਦੇ ਸੀ, ਗਾਉਂਦਾ ਕਿਸੇ ਟਾਈਮ ਮੈਂ ਵੀ ਭਾਵਕ ਹੋ ਜਾਂਦਾ ਕਿਉਂਕਿ ਉਹਨੂੰ ਲਿਖਿਆ ਜਿਹੜੇ ਉਹਦੇ ਲਿਰਿਸਿਸਟ ਨੇ, ਉਹ ਮਾਲਕ ਉਹਨਾਂ ਦੀ ਉਮਰ ਬਹੁਤ ਲੰਬੀ ਕਰੇ, ਕਿਆ ਲਿਖਿਆ ਉਹਨਾਂ ਨੇ। ਜੀ। ਉਹ ਵੀ ਮੈਂ ਸੁਣਾਉਂਗਾ ਤੇ ਮੈਂ ਉਹਨਾਂ ਦਾ ਫੇਵਰੇਟ ਵੀ ਸੁਣਾਉਣਾ ਫਿਰੋਜ਼ ਚਾਚਾ ਜੀ ਵਾਲਾ, ਉਹ ਸੀਗਾ ਕੀਤੇ ਕਰਾਂ ਮੈਂ ਗਿਲਾ ਕੀਤੇ ਸ਼ਿਕਵਾ ਕਰਾਂ ਮੈਂ, ਆਪਣੀਆਂ ਸੋਚਾਂ ਨਾ ਜਾਂ ਖੁਦ ਨਾ ਲੜਾਂ ਮੈਂ, ਬੜਾ ਕੁਝ ਜ਼ਿੰਦਗੀ 'ਚ ਹਾਏ, ਬੜਾ ਕੁਝ ਜ਼ਿੰਦਗੀ 'ਚ ਹੱਸ ਹੱਸ ਸਹਿ ਲਿਆ, ਸਾਡਾ ਦਿਲ ਦਿਲ ਨੀ ਖਿਡੌਣਾ ਹੋ ਕੇ ਰਹਿ ਗਿਆ, ਸਾਡਾ ਦਿਲ ਦਿਲ ਨੀ ਖਿਡੌਣਾ ਹੋ ਕੇ ਰਹਿ ਗਿਆ, ਸਾਡਾ ਦਿਲ ਦਿਲ ਨੀ ਖਿਡੌਣਾ ਹੋ ਕੇ ਰਹਿ ਗਿਆ। ਮੈਂ ਸੌਰੀ ਇਹ ਪੂਰਾ ਨਹੀਂ ਗਾ ਸਕਦਾ ਬਹੁਤ ਕਿਉਂਕਿ ਮੈਂ ਜਦੋਂ ਗਾਉਣਾ ਨਾ ਫਿਰ ਮੇਰੇ ਮਾਈਂਡ 'ਚੋਂ ਉਹਨਾਂ ਦਾ ਚਿਹਰਾ ਆ ਜਾਂਦਾ, ਉਹ ਕਿਉਂਕਿ ਉਹ ਇੰਨਾ ਕੁ ਜ਼ਿਆਦਾ ਭਾਵਕ ਹੋ ਜਾਂਦੇ ਸੀਗੇ ਜਿੱਦਾਂ ਇੱਕ 4-5 ਸਾਲ ਦਾ ਬੱਚਾ ਰੋਂਦਾ, ਮੈਂ ਉਹਨਾਂ ਨੂੰ ਉੱਦਾਂ ਰੋਂਦੇ ਦੇਖਿਆ। ਕੋਈ ਵਜ੍ਹਾ ਸੀ ਜਾਂ ਉਵੇਂ ਹੀ ਜਜ਼ਬਾਤ? ਵਜ੍ਹਾ ਐਕਚੁਅਲੀ ਉਹਨਾਂ ਨੇ ਸ਼ੁਰੂ ਤੋਂ ਦਿਮਾਗ ਯੂਜ਼ ਹੀ ਨਹੀਂ ਕੀਤਾ, ਦਿਲ। ਉਹਨਾਂ ਨੇ ਹਮੇਸ਼ਾ ਦਿਲੋਂ ਹੀ ਸੋਚਿਆ ਔਰ ਦਿਲੋਂ ਹੀ ਕੀਤਾ, ਔਰ ਜਿਹਦਾ ਕੀਤਾ ਸ਼ਾਇਦ ਰੱਬ ਦੀ ਕੋਈ ਖੇਡ ਸੀਗੀ, ਉਹ ਉਸੇ ਇਨਸਾਨ ਨੇ ਉਹਨਾਂ ਦੀ ਪਿੱਠ 'ਤੇ ਵਾਰ ਕੀਤਾ ਜੀ। ਅਤੇ ਇੰਨਾ ਕੁ ਜ਼ਿਆਦਾ ਲਾਸਟ ਟਾਈਮ ਦੇ ਵਿੱਚ ਤਾਂ ਮੈਂ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਟੁੱਟਿਆ ਹੋਇਆ ਦੇਖਿਆ ਕਿ ਜਿਹੜਾ ਇਨਸਾਨ, ਉਹ ਐਸੇ ਇਨਸਾਨ ਸੀਗੇ ਕਿ ਲੋਕਾਂ ਦੇ ਟੁੱਟਦੇ ਘਰਾਂ ਨੂੰ ਜੋੜ ਦਿੰਦੇ ਸੀਗੇ। ਉਹ ਐਸੀ ਉਹਨਾਂ ਦੀ ਇੱਕ ਇਮੇਜ ਸੀ, ਐਸੇ ਉਹ ਇਨਸਾਨ ਸੀਗੇ। ਬਟ ਇੱਕ ਇਨਸਾਨ ਜਿਹੜਾ ਇੰਨਾ ਬੋਲਡ ਹੋਵੇ, ਇੰਨਾ ਜ਼ਿਆਦਾ ਸਟਰੋਂਗ ਹੋਵੇ, ਉਹ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ, ਜਿਸ ਹਿਸਾਬ ਨਾਲ ਮੈਂ ਉਹਨਾਂ ਨੂੰ ਰੋਂਦੇ ਦੇਖਿਆ। ਇੱਕ ਬੱਚੇ ਤੋਂ ਜਦੋਂ ਤੁਸੀਂ ਇੱਕ ਲੋਲੀਪੌਪ ਖੋਹ ਲੈਂਦੇ ਆ ਨਾ, ਉਹ ਵੀ ਇੱਦਾਂ ਨਹੀਂ ਰੋਂਦਾ ਹੋਊਗਾ ਜਿੱਦਾਂ ਉਹ ਰੋਂਦੇ ਸੀਗੇ ਜੀ। ਮਤਲਬ ਧਾਹਾਂ ਮਾਰ ਮਾਰ ਕੇ ਰੋ ਪੈਂਦੇ ਸੀਗੇ ਉਹ, ਔਰ ਮੇਰੇ ਲਈ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀਗਾ। ਔਰ ਜ਼ਿਆਦਾਤਰ ਮੈਨੂੰ ਹੀ ਨਾਲ ਰੱਖਦੇ ਸੀਗੇ, ਜਿਹੜੇ 2015 ਤੋਂ ਬਾਅਦ ਤਾਂ ਇੰਨਾ ਜ਼ਿਆਦਾ ਮੇਰਾ ਉਹਨਾਂ ਦੇ ਨਾਲ ਅਟੈਚਮੈਂਟ ਇੰਨੀ ਵੱਧ ਗਈ ਸੀਗੀ ਕਿ ਈਵਨ ਕਿ ਮੈਂ ਬਾਜ਼ਾਰ ਵੀ ਜਾਂਦਾ ਸੀਗਾ, ਉਹ ਬੇਚੈਨ ਹੋ ਜਾਂਦੇ ਸੀਗੇ। ਮੰਮੀ ਨੂੰ ਕਹਿੰਦੇ ਹੁੰਦੇ ਸੀ ਉਹਨੂੰ ਫ਼ੋਨ ਕਰ ਕਿੱਥੇ ਆਓ, ਖਾਣਾ ਤੱਕ ਮੇਰੇ ਹੱਥੋਂ ਖਾਂਦੇ ਸੀਗੇ। ਔਰ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਗਿਲਟ ਹੈ ਇਸ ਚੀਜ਼ ਦਾ, ਉਹ ਇਸ ਚੀਜ਼ ਦਾ ਹੈ ਕਿ ਜਦੋਂ ਮੈਨੂੰ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਸੀਗਾ, ਮੈਂ ਸੱਜੇ ਖੱਬੇ ਭੱਜਦਾ ਫਿਰਦਾ ਰਿਹਾ, ਮੈਂ ਧਿਆਨ ਨਹੀਂ ਦਿੱਤਾ, ਮੈਨੂੰ ਧਿਆਨ ਦੇਣਾ ਚਾਹੀਦਾ ਸੀਗਾ। ਲੇਕਿਨ ਜਦੋਂ ਉਹਨਾਂ ਦਾ ਸਰਕਲ
ਛੋਟਾ ਹੋਣਾ ਸ਼ੁਰੂ ਹੋਇਆ ਜਦੋਂ ਉਹ ਲੋਕਾਂ ਨੇ ਸਾਥ ਛੱਡ ਦਿੱਤਾ ਜੀ ਜਿਹੜੇ ਕਹਿੰਦੇ ਸੀਗੇ ਭਾਜੀ ਜੋ ਮਰਜ਼ੀ ਹੋ ਜਾਵੇ, ਆ ਤੁਹਾਡਾ ਯਾਰ ਖੜਾ ਹੈ, ਆ ਤੁਹਾਡਾ ਭਰਾ ਖੜਾ ਹੈ। ਜਦੋਂ ਉਹਨਾਂ ਨੇ ਵੀ ਸਾਥ ਛੱਡ ਦਿੱਤਾ, ਫਿਰ ਇਨ ਦਾ ਲਾਸਟ ਤਾਂ ਫਿਰ ਤੁਹਾਡੀ ਫੈਮਿਲੀ ਬਚਦੀ ਹੈ। ਓਬਵੀਅਸਲੀ ਫਿਰ ਉਹਨਾਂ ਨੇ ਮੇਰੇ ਨਾਲ ਕਿਤੇ ਵੀ ਜਾਣਾ, ਕਿਤੇ ਵੀ ਮੈਂ ਕੋਈ ਆਪਣਾ ਕੰਮ ਵੀ ਕਰਨ ਜਾਣਾ, ਖਾਨ ਸਾਹਿਬ ਮੈਂ ਨਾ ਜੀ ਚਲੀਏ ਪੁੱਤ ਮਾੜਾ ਜਿਹਾ ਗੇੜਾ ਜਿਹਾ ਮਾਰ ਕੇ ਆਈਏ। ਫਿਰ ਉਹਨਾਂ ਨੇ ਮੇਰੇ ਨਾਲ ਜਾਣਾ। ਚੱਲਦੇ ਚੱਲਦੇ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਗਾਣਾ ਪਲੇ ਕਰ ਦਈਏ ਗੱਡੀ 'ਚ, ਮੈਂ ਸਿਰਫ ਉਹਨਾਂ ਦੀਆਂ ਗੱਲਾਂ ਨੂੰ ਸੁਣਦਾ ਰਹਿੰਦਾ ਸੀਗਾ, ਓਬਜ਼ਰਵ ਕਰਦਾ ਰਹਿੰਦਾ ਸੀਗਾ, ਕਿਉਂਕਿ ਜਿਹੜੇ ਲੋਕ ਉਹਨਾਂ ਦੇ ਨਾਲ ਘੰਟਿਆਂ ਬੱਧੀ ਬੈਠੇ ਹੋਏ ਆ, ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਉਹਨਾਂ ਦਾ ਇੱਕੋ ਹੀ ਇੱਕ ਜਵਾਬ ਹੋਏਗਾ ਕਿ ਸਾਬਰਕੋਟੀ ਸਿਰਫ ਸਾਬਰਕੋਟੀ ਨਹੀਂ ਸੀ, ਉਹ ਇੱਕ ਫਿਰਦੀ ਤੁਰਦੀ ਯੂਨੀਵਰਸਿਟੀ ਸੀ। ਉਹਨਾਂ ਨੇ ਗਾਣਾ ਵਜਾਣਾ ਆਪਣੀ ਜਗ੍ਹਾ 'ਤੇ, ਉੱਠਣਾ ਬੈਠਣਾ, ਈਵਨ ਕਿ ਖਾਣਾ ਤੱਕ ਖਾਣਾ, ਜਿੱਦਾਂ ਕਈਆਂ ਨੂੰ ਹੈਬਿਟ ਹੁੰਦੀ ਹੈ ਜਦੋਂ ਖਾਣਾ ਖਾਂਦੇ ਆ ਉਹ ਸਾਊਂਡ ਕਰਦੇ ਆ ਚੱਪ 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 ਚੱਪ, ਉਹਨਾਂ ਨੂੰ ਇਸ ਚੀਜ਼ ਤੋਂ ਵੀ ਇਰੀਟੇਸ਼ਨ ਹੁੰਦੀ ਸੀ, ਉਹ ਇਸ ਚੀਜ਼ ਤੋਂ ਵੀ ਟੋਕ ਦਿੰਦੇ ਸੀ, ਇੱਦਾਂ ਨਹੀਂ ਕਰਨਾ ਚਾਹੀਦਾ, ਇਹ ਬੈਡ ਹੈਬਿਟ ਹੁੰਦੀ ਹੈ। ਤੁਸੀਂ ਕਿਤੇ ਕਿਸੇ ਗੁਣੀ ਬੰਦੇ ਦੇ ਸਾਹਮਣੇ ਬੈਠੋਗੇ, ਅਗਲਾ 4 ਬੰਦਿਆਂ ਦੇ ਸਾਹਮਣੇ ਤੁਹਾਨੂੰ ਟੋਕ ਦੇਗਾ, ਤੁਹਾਡੀ ਕੀ ਇੱਜ਼ਤ ਰਹਿ ਜਾਏਗੀ। ਉਹ ਇੱਦਾਂ ਦੇ ਇਨਸਾਨ ਸੀਗੇ। ਉਹਨਾਂ ਨੇ ਮੈਨੂੰ ਬਹੁਤ ਪੋਲਿਸ਼ ਕੀਤਾ, ਮੈਨੂੰ ਮੇਰਾ ਫਿਰਨਾ ਤੁਰਨਾ, ਮੇਰੇ ਜੇ ਤੁਸੀਂ ਪੁਰਾਣੀ ਫੋਟੋਜ਼ ਦੇਖੋਗੇ ਮੇਰੇ ਵਾਲ ਲੰਬੇ ਲੰਬੇ ਹੁੰਦੇ ਸੀਗੇ, ਵਾਲ ਲੰਬੇ ਹੁੰਦੇ ਸੀਗੇ ਔਰ ਮੈਂ ਕਲੀਨ ਸ਼ੇਵ ਹੁੰਦਾ ਸੀਗਾ। ਮੇਰੇ ਨਾਲ ਡੈਡੀ ਨੇ ਘੰਟਿਆਂ ਦੇ ਹਿਸਾਬ ਨਾਲ ਲੜਨਾ। ਤੁਸੀਂ ਗੱਲ ਕਰ ਰਹੇ ਸੀ ਕਿ ਫਿਲਹਾਲ ਤਾਂ ਤੁਸੀਂ ਜੋ ਗੱਲ ਕਰ ਰਹੇ ਸੀ ਮੈਂ ਚਾਹਾਂਗੀ ਕਿ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਦੁਬਾਰਾ ਸਾਂਝੀ ਕਰੋ, ਕਿਉਂਕਿ ਇਹ ਨਾ ਮੈਂ ਆਪਣੇ ਪਰਸਨਲ ਤਜਰਬੇ ਜੇਕਰ ਯਾਦ ਕਰਕੇ ਗੱਲ ਕਰਨੀ ਚਾਹਾਂਗੀ ਤੇ ਮੈਂ ਇਹੀ ਕਹਾਂਗੀ ਕਿ ਵਾਕਈ ਦੇ ਵਿੱਚ ਜੋ ਹੰਡਾਉਂਦਾ ਹੈ ਨਾ, ਜੀ ਜੀ, ਉਹਨੂੰ ਪਤਾ ਹੁੰਦਾ ਕਿ ਮੇਰੇ ਦਿਲ ਤੇ ਬੀਤ ਕੀ ਰਹੀ ਹੈ, ਉਹਨੂੰ ਪਤਾ ਹੁੰਦਾ ਕਿ ਮੈਂ ਕੀ ਆਪਣੀ ਜ਼ਿੰਦਗੀ ਦੇ ਵਿੱਚ, ਇੱਕ ਕਈ ਵਾਰ ਇਦਾਂ ਲੱਗਦਾ ਕਿ ਅਸੀਂ ਆਪਣੀ ਨਾ ਦਿਲ ਤੇ ਬਹੁਤ ਵੱਡਾ ਬੋਝ ਲੈ ਕੇ ਤੁਰ ਰਹੇ ਹਾਂ। ਗਿਲਟ ਵੀ ਹੁੰਦਾ ਹੈ ਕਿ ਯਾਰ ਕਿੰਨਾ ਟਾਈਮ ਮੈਂ ਪਿੱਛੇ ਖਰਾਬ ਕਰ ਦਿੱਤਾ, ਕਾਸ਼ ਮੈਂ ਇਹ ਟਾਈਮ ਇਹਨਾਂ ਨੂੰ ਦਿੱਤਾ ਹੁੰਦਾ। ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਗਿਲਟ ਹੈ ਸਮਹਾਉ, ਤੁਸੀਂ ਆਪਣੀ ਲੁੱਕਸ ਦੀ ਗੱਲ ਕਰ ਰਹੇ ਸੀ ਫਾਦਰ ਦੀ ਮੂਮੈਂਟਸ ਦੇ ਨਾਲ ਕਿ ਤੁਹਾਡੇ ਵਾਲ ਵੱਡੇ ਸੀ, ਕਲੀਨ ਸ਼ੇਪ ਸੀ। ਹਾਂ, ਤੇ ਮੇਰੇ ਵਾਲ ਡੈਡੀ ਨੇ, ਮੈਂ ਲਾਈਵ ਸ਼ੋਜ਼ 'ਤੇ ਜਾਣਾ ਸ਼ੁਰੂ ਕਰ ਦਿੱਤਾ ਸੀਗਾ ਰੈਗੂਲਰ ਬੇਸਿਸ 'ਤੇ, ਗਰਮੀ ਹੋਵੇ ਸਰਦੀ ਹੋਵੇ ਮੈਂ ਜ਼ਬਰਦਸਤੀ ਨਾਲ ਜਾਂਦਾ ਸੀਗਾ, ਨਹੀਂ ਮੈਂ ਡੈਡੀ ਜਾਣਾ, ਮੈਂ ਜਾਣਾ। ਮੇਰੇ ਵਾਲ ਵੱਡੇ ਹੁੰਦੇ ਸੀਗੇ, ਕਲੀਨ ਸ਼ੇਵ ਹੁੰਦਾ ਸੀਗਾ। ਅਚਾਨਕ ਪਤਾ ਨਹੀਂ ਕੀ ਉਹਨਾਂ ਦੇ ਇੱਕ ਦਿਨ ਮਨ 'ਚ ਆਇਆ, ਮੈਨੂੰ, ਮੈਂ ਆਪਣੇ ਰੂਮ 'ਚ ਸੀਗਾ ਅਤੇ ਮੁੰਡਾ ਆਇਆ ਅਤੇ ਕਹਿੰਦਾ ਭਾਜੀ ਗੁਰੂ ਜੀ ਬੁਲਾ ਰਹੇ ਤੁਹਾਨੂੰ। ਮੈਂ ਕਿਹਾ ਯਾਰ ਕੀ ਹੋਇਆ। ਮੈਂ ਗਿਆ, ਕਹਿੰਦੇ ਅੱਗੇ ਦਾ ਕੀ ਸੋਚਿਆ। ਮੈਂ ਕਿਹਾ ਜੀ ਅੱਗੇ ਦਾ ਮੈਂ ਸਮਝਿਆ ਨਹੀਂ, ਗਾਣਾ ਵਜਾਣਾ ਹੀ ਹੈ ਜੀ। ਨਹੀਂ ਨਹੀਂ, ਇਹਦਾ ਕੀ ਸੋਚਿਆ। ਮੈਂ ਕਿਹਾ ਜੀ ਮੈਨੂੰ ਤੁਹਾਡਾ ਸਵਾਲ ਹੀ ਨਹੀਂ ਸਮਝ ਆਇਆ ਜੀ। ਮੈਨੂੰ ਕਹਿੰਦੇ ਦੇਖ ਬੇਟਾ, ਜੇ ਤੁਸੀਂ ਇਸ ਦੁਨੀਆ 'ਤੇ ਕਿਸੇ ਨੂੰ ਕਾਪੀ ਕਰੋਗੇ ਨਾ, ਤੁਹਾਡੇ 'ਤੇ ਇੱਕ ਲੇਬਲ ਲੱਗ ਜਾਏਗਾ ਕਿ ਉਹ ਯਾਰ ਫਲਾਣੇ ਦੀ ਕਾਪੀ ਕਰਦਾ। ਟਰੂ। ਤੁਹਾਡੀ ਕੋਈ ਆਪਣੀ ਪਹਿਚਾਣ ਨਹੀਂ ਬਣੇਗੀ, ਤੁਸੀਂ ਅੱਗੇ ਨਹੀਂ ਵੱਧ ਪਾਓਗੇ। ਮੈਂ ਕਿਹਾ ਜੀ ਗੱਲ, ਮੈਂ ਕਿਹਾ ਮੈਨੂੰ ਇੰਨੀ ਕੁ ਤਾਂ ਸਮਝ ਲੱਗ ਗਈ, ਪਰ ਇਹਦਾ ਮੇਰੇ ਨਾਲ ਕੀ ਕਨੈਕਸ਼ਨ ਹੈ। ਮੈਨੂੰ ਕਹਿੰਦੇ ਕੱਲ੍ਹ ਨੂੰ ਸਵੇਰੇ ਤੂੰ ਮੇਰੇ ਨਾਲ ਜਾਣਾ। ਮੈਂ ਕਿਹਾ ਜੀ ਅੱਛਾ, ਤਾਂ ਤੇਰਾ ਹੁਲੀਆ ਬਦਲ ਦੇਣਾ ਮੈਂ ਕਿਹਾ ਜੀ ਹੁਲੀਆ ਕਿੱਦਾਂ ਮਤਲਬ। ਕਹਿੰਦੇ ਇੱਕ ਤਾਂ ਤੂੰ ਵਾਲ ਵੱਡੇ ਨਹੀਂ ਰੱਖਣੇ, ਸਹੁੰ ਖਾ ਲਾ ਜੀ। ਮੈਂ ਕਿਹਾ ਜੀ ਉਹ ਖਾ ਤੂੰ। ਮੈਂ ਕਿਹਾ ਜੀ ਹੁਣ ਇੰਨੀ ਮਿਹਨਤ ਕੀਤੀ ਹੈ ਜੀ, ਸਾਲਾਂ ਦੀ ਮਿਹਨਤ ਹੈ। ਨਹੀਂ, ਇਹ ਕਟਾਉਣੇ ਆ, ਇਹ ਕਟਾਉਣੇ ਆ। ਇਹ ਕਟਾਉਣ ਦਾ ਕਾਰਨ ਕੀ ਆ? ਇਹ ਕਟਾਉਣ ਦਾ ਕਾਰਨ ਇਹ ਆ ਕਿ ਇਹ ਜਿਹੜਾ ਸਟਾਈਲ ਆ ਇਹ ਸਾਡੇ ਸਮੇਂ 'ਚ ਚੱਲਦਾ ਸੀ। ਹੁਣ ਦੁਨੀਆ ਜਿੱਦਾਂ ਅੱਗੇ ਵੱਧ ਰਹੀ ਹੈ ਬੇਟਾ, ਦੁਨੀਆ ਦੇ ਨਾਲ ਚੱਲੋ। ਵਾਲ ਵੂਲ ਕੱਟ ਕੁੱਟ ਜੇ ਪਵਾਓ ਅਤੇ ਫੇਸ 'ਤੇ ਤੇਰੇ ਦਾੜੀ ਹੋਣੀ ਚਾਹੀਦੀ ਆ। ਮੈਂ ਕਿਹਾ ਜੀ ਮੈਂ ਦਾੜੀ ਕਿੱਥੇ ਰੱਖੂੰਗਾ, ਮੈਨੂੰ ਇਰੀਟੇਸ਼ਨ ਹੁੰਦੀ ਹੈ ਕਿਉਂਕਿ ਮੈਂ ਕਲੀਨ ਸ਼ੇਵ ਰਹਿੰਦਾ ਹੁੰਦਾ ਸੀਗਾ। ਮੇਰੇ ਹਲਕੀ ਜਿਹੀ ਵੀ ਬੀਅਰਡ ਗਰੋਥ ਹੋ ਜਾਂਦੀ ਸੀ, ਮੈਨੂੰ ਇਰੀਟੇਸ਼ਨ ਹੋਣ ਲੱਗ ਜਾਂਦੀ ਸੀ। ਜੀ। ਮੈਨੂੰ ਕਹਿ ਕੇ ਅਤੇ ਉਹਨਾਂ ਨੇ ਮੇਰਾ ਪ੍ਰੋਪਰ ਹੁਲੀਆ, ਡਰੈਸਿੰਗ, ਸਾਰਾ ਕੁਛ, ਉੱਠਣਾ ਬਹਿਣਾ, ਖਾਣਾ ਪੀਣਾ, ਸੌਣਾ, ਈਚ ਐਂਡ ਐਵਰੀਥਿੰਗ ਬਦਲ ਦਿੱਤਾ ਉਹਨਾਂ ਨੇ। ਫਿਰ ਮੈਨੂੰ ਇੱਕ ਟਾਈਮ ਇੱਦਾਂ ਦਾ ਆਇਆ ਕਿ ਮੈਂ ਇੰਨਾ ਕੁ ਇਰੀਟੇਟ ਹੋ ਗਿਆ ਕਿ ਯਾਰ ਹਰ ਜਗ੍ਹਾ ਟੋਕਾ ਟਾਕੀ, ਯਾਰ ਮੈਂ ਗਾਂ ਕੀ ਕਰੂੰਗਾ। ਮੈਂ ਇੱਕ ਦਿਨ ਕਹਿ ਦਿੱਤਾ ਡੈਡੀ ਨੂੰ, ਮੈਂ ਕਿਹਾ ਡੈਡੀ ਤੁਸੀਂ ਮੇਰੇ ਕੋਲ ਐਕਸਪੈਕਟ ਕੀ ਕਰ ਰਹੇ ਹੋ। ਕਹਿੰਦੇ ਮੈਂ ਤੇਰੇ ਕੋਲ
ਉਹ ਐਕਸਪੈਕਟ ਕਰ ਰਿਹਾ ਕਿ ਜੋ ਮੈਂ ਐਕਸਪੈਕਟ ਨਾ ਕਰ ਸਕਾਂ। ਮੈਨੂੰ ਕੁਛ ਇੱਦਾਂ ਦਾ ਕਰਕੇ ਦਿਖਾ। ਗਾਣਾ ਕਦੀ ਵੀ ਕਹਿੰਦੇ ਕੋਸ਼ਿਸ਼ ਕਰ ਕਿ ਤੂੰ ਮੇਰੇ ਵਰਗਾ ਗਾਣਾ ਨਹੀਂ ਗਾਉਣਾ। ਹਾਂ ਇਹ ਜ਼ਰੂਰ ਹੈ ਕਿ ਜਿਹੜਾ ਗੁਲਾਬ ਦਾ ਫੁੱਲ ਹੁੰਦਾ ਨਾ, ਉਹਦੀ ਜਿਹੜੀ ਕਲੀ ਹੁੰਦੀ ਹੈ ਉਹਦੇ 'ਚੋਂ ਵੀ ਗੁਲਾਬ ਦੇ ਫੁੱਲ ਦੀ ਮਹਿਕ ਆਉਂਦੀ ਰਹਿਣੀ ਹੈ। ਪਰ ਮੈਂ ਨਹੀਂ ਚਾਹੁੰਦਾ ਕਿ ਤੂੰ ਮੈਨੂੰ ਫੋਲੋ ਕਰੇ। ਆਪਣਾ ਅਲੱਗ ਸਟਾਈਲ ਬਣਾ, ਆਪਣਾ ਅਲੱਗ ਤੋਂ ਜਿਹੜਾ ਆਪਣਾ ਔਰਾ ਕ੍ਰੀਏਟ ਕਰੋ, ਤਾਂ ਕਿ ਲੋਕ ਲੰਬੇ ਟਾਈਮ ਤੱਕ ਤੁਹਾਨੂੰ ਜਾਣ ਸਕਣ, ਪਹਿਚਾਣ ਸਕਣ। ਜੇ ਕਹਿੰਦਾ ਬੇਟਾ ਦੇਖ ਤੂੰ ਅਮਿਤਾਭ ਬੱਚਨ ਦੁਨੀਆ ਦੇ ਵਿੱਚ ਇੱਕੋ ਹੀ ਹੈ ਨਾ, ਮੈਂ ਕਿਹਾ ਜੀ ਬਿਲਕੁਲ ਇੱਕੋ ਹੀ ਹੈ। ਕਹਿੰਦੇ ਉਹਨੂੰ ਕਾਪੀ ਕਰਨ ਵਾਲੇ ਲੋਕ ਕਿੰਨੇ ਆ? ਮੈਂ ਕਿਹਾ ਜੀ ਬਹੁਤ ਸਾਰੇ ਆ। ਕਹਿੰਦੇ ਪਰ ਕੀ ਉਹਨਾਂ 'ਚੋਂ ਕੋਈ ਅੱਗੇ ਵੱਧ ਪਾ ਰਿਹਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਇਹੀ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਕਿ ਆਪਣੀ ਪਹਿਚਾਣ ਬਣਾ, ਬਾਕੀ ਮਾਲਕ ਹੱਥ ਵਾਸਿਆ ਔਰ ਤੇਰੀ ਮਿਹਨਤ ਆ, ਤੂੰ ਮਿਹਨਤ ਕਰੇਗਾ ਤੇ ਪ੍ਰਮਾਤਮਾ ਆਪੇ ਕਿਰਪਾ ਕਰੇਗਾ। ਅੱਛਾ, ਜਿੱਦਾਂ ਫਾਦਰ ਸਾਹਿਬ ਸੀ, ਰੁਤਬਾ ਸੀ, ਦੌਲਤ, ਸ਼ੋਹਰਤ ਸਭ ਇੱਕ ਟਾਈਮ ਤੇ ਉਹਨਾਂ ਦੇ ਕਦਮਾਂ ਦੇ ਵਿੱਚ ਸੀ, ਹੈ ਨਾ? ਕਦੀ ਐਡਵਾਂਟੇਜ ਲਿਆ ਇਸ ਚੀਜ਼ ਦਾ ਕਿ ਮੈਂ ਤੇ ਬਈ ਉਹਨਾਂ ਦਾ ਬੇਟਾ ਹੈ, ਕਦੀ ਕਾਲਜ ਦੇ ਵਿੱਚ, ਯਾਰਾਂ ਦੋਸਤਾਂ ਦੇ ਵਿੱਚ, ਕਿਤੇ ਘੁੰਮਣ ਚਲੇ ਗਏ ਹੋ? ਐਡਵਾਂਟੇਜ ਮਿਊਜ਼ਿਕ ਦਾ ਮੈਨੂੰ ਬਹੁਤ ਰਿਹਾ, ਕਿਉਂਕਿ ਮੈਂ ਆਪਣਾ 3rd ਸਕੂਲ ਚੇਂਜ ਕੀਤਾ ਸੀਗਾ। ਉੱਥੇ ਮੈਨੂੰ ਯਾਦ ਅੱਛੀ ਤਰ੍ਹਾਂ ਮੈਂ 6th ਸਟੈਂਡਰਡ ਦੇ ਵਿੱਚ ਮੈਂ ਐਡਮਿਸ਼ਨ ਲਿਆ ਸੀਗਾ, ਔਰ 6th 7th 8th 9th till 10th ਮੈਂ 5 ਸਾਲ ਫਾਈਨਲ ਪੇਪਰ ਨਹੀਂ ਦਿੱਤੇ। ਅੱਛਾ। ਕਿਉਂਕਿ ਮੇਰਾ ਇੱਕੋ ਹੀ ਕੰਮ ਹੁੰਦਾ ਸੀਗਾ ਕਿ ਸਕੂਲ ਵੱਲੋਂ ਕੰਪੀਟੀਸ਼ਨ ਦੇ ਵਿੱਚ ਜਾਣਾ, ਔਰ ਮੇਰੀ ਉਹਨਾਂ ਦੇ ਨਾਲ ਇੱਕੋ ਇੱਕ ਕਮਿਟਮੈਂਟ ਹੁੰਦੀ ਸੀ ਕਿ ਮੈਮ ਮੈਂ ਠੀਕ ਹੈ ਤੁਸੀਂ ਕਹਿੰਦੇ ਆ ਮੈਂ ਪਰਫਾਰਮ ਕਰੂੰਗਾ, ਬਟ ਮੈਂ ਸਭ ਤੋਂ ਲਾਸਟ 'ਚ ਪਰਫਾਰਮ ਕਰੂੰਗਾ ਔਰ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਮੇਰਾ ਬੈਕਗਰਾਉਂਡ ਕੀ ਹੈ। ਓਕੇ। ਅਗਰ ਮੈਨੂੰ ਕੋਈ ਪ੍ਰਾਈਜ਼ ਮਿਲਦਾ ਹੈ 1st 2nd 3rd ਜਾਂ ਵਟ ਐਵਰ, ਮੈਂ ਚਾਹੁੰਦਾ ਹਾਂ ਕਿ ਮੈਨੂੰ ਮੇਰੀ ਕਾਬਲੀਅਤ ਦੇ ਹਿਸਾਬ ਨਾਲ ਮਿਲੇ ਤਾਂ ਚੰਗਾ ਹੈ ਜੀ। ਔਰ ਮੈਂ ਚਾਹੇ ਜਿਹੜੇ ਮਰਜ਼ੀ ਸੀਜ਼ਨ 'ਚ ਹੋਵਾਂ, ਚਾਹੇ ਜਿਹੜੀ ਮਰਜ਼ੀ ਕਲਾਸ 'ਚ ਹੋਵਾਂ, ਮੈਂ ਸਭ ਤੋਂ ਲਾਸਟ ਪਰਫਾਰਮ ਕਰਦਾ ਸੀਗਾ ਔਰ ਫਸਟ ਪ੍ਰਾਈਜ਼ ਮੇਰਾ ਹੁੰਦਾ ਸੀਗਾ। ਕੀ ਬਾਤ ਹੈ। ਔਰ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ 9th ਦੇ ਫਾਈਨਲ ਪੇਪਰ ਸੀ ਮੇਰੇ 27th of Feb ਜੀ। ਮੇਰੇ ਸਾਰੇ ਫਰੈਂਡਸ ਵਿਚਾਰੇ ਪੇਪਰ ਦੇਣ ਬੈਠੇ ਹੋਏ ਹੈ ਐਗਜ਼ਾਮ ਹਾਲ ਦੇ ਵਿੱਚ, ਔਰ ਮੈਂ ਫਲਾਈਟ 'ਚ ਬੈਠਾ ਹੋਇਆ ਅਮਰੀਕਾ ਜਾਣ ਲਈ। ਓ ਵਾਓ। ਉਸ ਡੇਟ, ਔਰ ਮੈਂ ਉਹ ਚੀਜ਼ ਨਹੀਂ ਭੁੱਲ ਸਕਦਾ। ਔਰ ਐਡਵਾਂਟੇਜ ਮੇਰੇ ਖਿਆਲ ਨਾਲ ਮੈਂ ਕਦੀ ਨਹੀਂ ਲਿਆ। ਹਾਂ, ਡੈਡੀ ਨੂੰ ਜ਼ਿੱਦ ਜ਼ਰੂਰ ਕਰਦਾ ਹੁੰਦਾ ਸੀਗਾ ਕਿ ਕੋਈ ਚੀਜ਼ ਹੈ ਪਰਟੀਕੂਲਰ, ਕੋਈ ਫ਼ੋਨ ਹੈ ਜਾਂ ਕੁਛ ਵੀ ਹੈ, ਕਿੰਨੇ ਦਾ? ਡੈਡੀ ਨੇ ਪੁੱਛਣਾ, ਮੈਂ ਕਹਿਣਾ ਜੀ ਇਹ 15,000 ਦਾ। ਡੈਡੀ ਨੇ ਕਹਿਣਾ ਯਾਰ ਕੀ ਕਰਨਾ, ਕੋਈ ਹੋਰ ਕੁਛ ਦੇਖ ਲਓ। ਨਹੀਂ, ਲੈਣਾ। ਉਹਨਾਂ ਨੇ ਮੈਨੂੰ ਮੈਚਿਓਰ ਜਿਸ ਹਿਸਾਬ ਦੇ ਨਾਲ ਕੀਤਾ, ਉਹ ਮੇਰੇ ਖਿਆਲ ਦੇ ਨਾਲ ਜਿਹੜੇ ਵਿਊਅਰਸ ਨੇ ਉਹਨਾਂ ਨਾਲ ਸਾਂਝਾ ਕਰਨਾ ਬਣਦਾ ਹੈ। ਇੱਕ ਵਾਰ ਦਾ ਟਾਈਮ ਹੈ, ਮੈਂ ਹੰਝੂ ਉਦੋਂ ਰਿਲੀਜ਼ ਹੋਈ ਸੀਗੀ ਔਰ ਬਹੁਤ ਕੰਮ ਸੀਗਾ। ਇੱਕ ਦਿਨ ਦੇ ਵਿੱਚ 3 ਸ਼ੋਅ ਸੀਗੇ ਜੀ, ਔਰ ਹਰ ਇੱਕ ਸ਼ੋਅ ਦੇ ਵਿੱਚ ਜੋ ਮੈਂ ਡੈਡੀਕੇਸ਼ਨ ਦੇਖੀ ਡੈਡੀ ਦੀ, 2 ਤੋਂ 2.5 ਘੰਟੇ ਉਹ ਗਾਉਂਦੇ ਸੀਗੇ ਲਾਈਵ ਖੜੇ ਹੋ ਕੇ, ਔਰ 1 ਘੰਟਾ ਮਿਨੀਮਮ ਸਿਰਫ ਫੋਟੋਜ਼ ਔਰ ਆਟੋਗ੍ਰਾਫ ਲਈ ਖੜੇ ਰਹਿੰਦੇ ਸੀਗੇ ਉਹ ਜੀ। ਔਰ ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਅਗਰ ਆਪਾਂ ਐਡ ਕਰ ਲਈਏ 2.5 ਘੰਟੇ ਨੂੰ ਔਰ 1 ਘੰਟੇ ਨੂੰ, ਮਤਲਬ ਲਗਭਗ 3-3.5 ਘੰਟੇ ਹੋ ਜਾਂਦੇ ਆ। 24 ਘੰਟਿਆਂ ਦੇ ਅੰਦਰ ਬੰਦਾ 3 ਸ਼ੋਅ ਕਰ ਰਿਹਾ ਹੈ, ਔਰ ਹਰ ਇੱਕ ਸ਼ੋਅ ਦੇ ਉੱਪਰ 3-3 ਘੰਟੇ ਉਹ ਖੜਾ ਰਿਹਾ। ਡੈਡੀ ਦੇ ਪੈਰ ਜਿਹੜੇ ਆ, ਉਹਨਾਂ ਦੀਆਂ ਅੱਡੀਆਂ, ਉਹਨਾਂ ਦੀਆਂ ਪਿੰਨੀਆਂ ਉਹ ਸੁੱਜ ਜਾਂਦੀਆਂ ਸੀਗੀਆਂ ਜੀ। ਔਰ ਮੇਰਾ ਕੰਮ ਕੁਝ ਨਹੀਂ ਹੁੰਦਾ ਸੀਗਾ। ਮੈਂ ਉਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ, ਔਰ ਮੈਂ ਸਕੂਲ ਤੋਂ ਫ੍ਰੀ ਹੋਣਾ, ਟਿਊਸ਼ਨਸ ਹੋਣੀ, ਟਿਊਸ਼ਨ ਤੋਂ ਬਾਅਦ ਫ੍ਰੀ ਹੋਣਾ। ਉਦੋਂ ਨਵਾਂ ਮੈਂ ਅਮਰੀਕਾ ਤੋਂ ਆਇਆ ਸੀਗਾ, ਔਰ ਜੈਲ ਦੀ ਉਦੋਂ ਪੰਜਾਬ ਦੇ ਵਿੱਚ ਉਦੋਂ ਸ਼ੁਰੂ ਹੋਇਆ ਸੀ ਨਵਾਂ ਜੈਲ ਹੇਅਰ ਜੈਲ ਉਦੋਂ ਨਹੀਂ ਆਈ ਸੀ। ਮੇਰੇ ਬਾਲ ਛੋਟੇ ਹੋਣੇ, ਮੈਂ ਜੈਲ ਜੂਲ ਲਗਾ ਕੇ ਤਿਆਰ ਹੋ ਕੇ ਮੈਂ ਬਾਈਕ ਚੱਕਣੀ ਤੇ ਮੈਂ ਯਾਰਾਂ ਦੋਸਤਾਂ ਨਾਲ ਨਿਕਲ ਜਾਣਾ ਟਿਊਸ਼ਨ ਤੋਂ ਬਾਅਦ। 5-6 ਵਜੇ ਫ੍ਰੀ ਹੋਣਾ ਟਿਊਸ਼ਨ ਤੋਂ, ਔਰ 10-11 ਵਜੇ ਤੱਕ ਮੈਂ ਘਰ ਵੜਨਾ। ਡੈਡੀ ਨੇ ਰੈਗੂਲਰ ਬੇਸਿਸ 'ਤੇ ਦੇਖਣਾ ਕਿ ਯਾਰ ਇਹਨੂੰ ਮੈਂ ਅਮਰੀਕਾ ਲੈ ਕੇ ਗਿਆ, ਇਹਨੂੰ ਮੈਂ ਐਜ਼ ਏ ਸਿੰਗਰ ਪੇਸ਼ ਕੀਤਾ ਕਿ ਚੱਲ ਯਾਰ ਇਹ ਥੋੜ੍ਹਾ ਮੈਂਟਲੀ ਮੈਚਿਓਰ ਹੋਏਗਾ, ਗਾਣੇ ਵਜਾਣੇ ਵੱਲ ਧਿਆਨ ਹੋਏਗਾ। ਇਹ ਤਾਂ ਉਲਟਾ ਚੱਕਰ ਚੱਲ ਪਿਆ, ਤਾਂ ਮੰਡੀਰ ਖਾਨੇ ਵੱਲ ਪੈ ਗਿਆ। ਉਹਨਾਂ ਨੇ ਮੈਨੂੰ ਮੈਚਿਓਰ ਕਿੱਦਾਂ ਕੀਤਾ? ਉਹਨਾਂ ਨੇ ਮੈਨੂੰ ਜਿੰਨੇ ਲਾਈਵ ਸ਼ੋਜ਼ ਹੁੰਦੇ ਸੀਗੇ ਉਹਨਾਂ 'ਚ ਲਿਜਾਣਾ ਸ਼ੁਰੂ ਕਰਤਾ, ਮੇਲਿਆਂ 'ਚ। ਔਰ ਮੈਂ ਜੂਨ ਜੁਲਾਈ ਦੀ ਗਰਮੀ ਦੇ ਵਿੱਚ, ਤੁਹਾਨੂੰ ਪਤਾ ਹੀ ਕਿੰਨੀ ਗਰਮੀ ਹੁੰਦੀ, ਬੁਰਾ ਹਾਲ ਹੁੰਦਾ। ਲਾਈਵ ਸ਼ੋਅ ਹੋਣਾ ਖੇਤਾਂ ਦੇ ਵਿੱਚ, ਪੂਰਾ ਸੇਕ, ਇੱਕ ਪਬਲਿਕ ਦਾ ਸੇਕ, ਉੱਪਰੋਂ ਟੈਂਟ ਦਾ ਸੇਕ, ਉੱਪਰੋਂ ਅੱਗ ਲੱਗੀ ਹੋਣੀ। ਉਹ ਜਿੰਨੀ ਮੇਰੀ ਜੈਲ ਲੱਗੀ ਹੁੰਦੀ ਸੀ ਸਾਰੀ ਕੱਪੜਿਆਂ 'ਤੇ ਆ ਜਾਣੀ ਚੋ ਕੇ। ਮੈਂ
ਇਦਾਂ ਕਰਕੇ ਘਰ ਆਉਣਾ, ਮੰਮੀ ਨੇ ਕਹਿਣਾ ਕੀ ਕੀਤਾ ਅੱਜ, ਕੀ ਗਾ ਕੇ ਆਇਆ ਕੁਛ? ਮੈਂ ਕਹਿਣਾ ਨਹੀਂ। ਕੀ ਕਰਕੇ ਆਇਆ? ਬਸ ਕਹਿਣਾ ਚਲੋ ਨਹਾਓ ਖਾਣਾ ਪਾਣੀ ਖਾਓ ਤੇ ਰੈਸਟ ਕਰੋ ਚਲੋ। ਇਹ ਸਿਲਸਿਲਾ 2-3 ਮਹੀਨੇ ਚੱਲਦਾ ਰਿਹਾ। ਮੈਂ ਬਹਾਨਾ ਮਾਰਨਾ ਡੈਡੀ ਨੂੰ, ਮੈਂ ਡੈਡੀ ਉਹ ਹੋਮਵਰਕ ਮਿਲਿਆ ਸਕੂਲ ਦਾ ਤੇ ਮੈਂ ਕੰਮ ਕਰਨਾ। ਉਹਨੇ ਕੋਈ ਨਹੀਂ ਬੇਟਾ ਅਜੇ ਹੈ ਕੰਮ, 10 ਕੁ ਦਿਨ ਪਹਿਲਾਂ ਕਰ ਲਈ, ਕੋਈ ਗੱਲ ਨਹੀਂ, ਦੇਖ ਤਾਂ ਲੈ ਵੀ ਕੰਮ ਕਿੱਦਾਂ ਹੁੰਦਾ, ਹੁਣ ਤੂੰ ਅੱਗੇ ਕੰਮ ਕਰਨਾ ਆ। ਮੈਂ ਡਰਾਮੇ ਕਰੀ ਜਾਣਾ, ਨਹੀਂ ਡੈਡੀ ਉਹ ਅੱਜ ਇੱਧਰ ਜਾਣਾ, ਉਹ ਉੱਧਰ ਜਾਣਾ। ਉਹਨਾਂ ਨੇ ਕਹਿਣਾ ਕੋਈ ਨਹੀਂ, ਉਹ ਬਾਅਦ 'ਚ ਹੋ ਜਾਊਗਾ, ਤੂੰ ਆ ਜਾ ਮੇਰੇ ਨਾਲ ਕੋਈ ਹੈ ਨਹੀਂ ਜਾਣ ਨੂੰ, ਬਹਾਨਾ ਉਹਨਾਂ ਕੋਈ ਹੁੰਦਾ ਸੀ ਮੇਰੇ ਨਾਲ ਹੈ ਨਹੀਂ ਕੋਈ ਜਾਣ ਨੂੰ ਜੀ। ਉਹਨਾਂ ਨੇ ਮੈਨੂੰ ਨਾਲ ਲੈ ਕੇ ਜਾਣਾ ਸ਼ੁਰੂ ਕੀਤਾ। ਮੈਂ ਦੇਖਦਾ ਰਿਹਾ ਕਿ 1 ਦਿਨ 2 ਦਿਨ 3 ਦਿਨ ਲਗਾਤਾਰ 2-2 3-3 ਮਹੀਨੇ, 1 ਦਿਨ ਵੀ ਨਹੀਂ ਹੁੰਦਾ ਸੀਗਾ ਕਿ ਉਹ ਰੈਸਟ ਕਰ ਲੈਣ ਘਰ 'ਚ। ਇੱਦਾਂ ਦਾ ਟਾਈਮ ਵੀ ਦੇਖਿਆ ਕਿ ਚਲਦੇ ਗੱਡੀ 'ਚ ਖਾਣਾ ਖਾਂਦੇ ਸੀਗੇ ਡੈਡੀ ਜੀ। ਮਤਲਬ ਇੰਨੀ ਜ਼ਿਆਦਾ ਇਹਨਾਂ ਦਾ ਸਟਰਗਲ ਸੀਗਾ, ਇੰਨੀ ਜ਼ਿਆਦਾ ਉਹਨਾਂ ਦੀ ਮਿਹਨਤ ਸੀਗੀ। ਉਸ ਚੀਜ਼ ਦਾ ਮੇਰੇ 'ਤੇ ਅਸਰ ਹੋਣ ਲੱਗ ਗਿਆ ਕਿ ਯਾਰ ਇੱਕ ਕਮਾਲ ਦੀ ਗੱਲ ਹੈ। ਮੈਂ ਕਿਹਾ ਯਾਰ ਅਸੀਂ ਜਦੋਂ ਕੋਈ ਚੀਜ਼ ਲੈਣੀ ਹੁੰਦੀ ਹੈ, ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ 5000 ਦੀ ਹੈ, 10000 ਦੀ ਹੈ, 20000 ਦੀ ਹੈ, ਬਸ ਲੈਣੀ ਹੈ। ਕਦੀ ਇਹ ਨਹੀਂ ਸੋਚਿਆ ਕਿ ਯਾਰ ਉਹ 5000 10000 ਬਣਿਆ ਕਿੱਦਾਂ। ਉਹਨਾਂ ਨੇ ਮੈਨੂੰ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ। ਮੈਂ ਜਾਣਾ ਮੂੰਹ ਸਿਰ ਟੇਢਾ ਕਰਕੇ ਮੈਂ ਵਾਪਸ ਆ ਜਾਣਾ। ਮੈਂ ਕਹਿਣਾ ਯਾਰ ਕੰਮ ਵੀ ਕੋਈ ਹੈ ਨਹੀਂ, ਕੰਮ ਮੇਰਾ ਹੁੰਦਾ ਵੀ ਕੋਈ ਨਹੀਂ ਸੀ, ਮੈਂ ਸਿਰਫ ਬੈਠਣਾ ਹੁੰਦਾ ਸੀਗਾ ਅੱਗੇ। ਸਿਰਫ ਉਹ ਮੈਨੂੰ ਇਹ ਦਿਖਾਉਂਦੇ ਸੀਗੇ ਕਿ ਅਗਰ ਕੋਈ ਵਿਗੜਿਆ ਤਿਗੜਿਆ ਇਨਸਾਨ ਆ ਜਾਂਦਾ, ਉਹਨੂੰ ਪਿਆਰ ਨਾਲ ਕਿੱਦਾਂ ਹੈਂਡਲ ਕਰਨਾ। ਜੀ ਅੱਜ ਦੇ ਟਾਈਮ ਦੇ ਨਾਲ ਤੁਸੀਂ ਹਿਸਾਬ ਦੇ ਨਾਲ ਦੇਖੋ ਤਾਂ ਬਾਊਂਸਰਸ ਦੇ ਨਾਲ ਹੀ ਝਗੜਾ ਹੋ ਜਾਂਦਾ ਔਰ ਸ਼ੋਅ ਦਾ ਸਤਿਆਨਾਸ਼ ਹੋ ਜਾਂਦਾ। ਉਸ ਟਾਈਮ ਤਾਂ ਕੋਈ ਬਾਊਂਸਰ ਨਹੀਂ ਹੁੰਦਾ ਸੀਗਾ। ਉਹਨਾਂ ਨੇ ਮੈਨੂੰ ਲੈ ਕੇ ਜਾਣਾ, ਮੈਂ ਦੇਖਣਾ ਸਾਰਾ। ਅਤੇ ਇੱਕ ਟਾਈਮ ਇੱਦਾਂ ਦਾ ਆਇਆ ਕਿ ਘਰ ਬੈਠੇ ਸੀਗੇ ਅਸੀਂ, 2-3 ਦਿਨ ਪ੍ਰੋਗਰਾਮ ਨਹੀਂ ਸੀਗੇ, ਤਾਂ ਡੈਡੀ ਘਰ ਬੈਠੇ ਅਤੇ ਡੈਡੀ ਦਾ ਪੈਰ ਆਹ ਚੀਜ਼ਾਂ ਪੰਜਾ ਪੂਰਾ ਡੈਡੀ ਦਾ ਮਤਲਬ ਪ੍ਰੋਪਰ ਫੁੱਲਿਆ ਹੋਇਆ। ਅਤੇ ਮੈਂ ਆਪਣੇ ਕਮਰੇ 'ਚੋਂ ਨਿਕਲਿਆ, ਸੋ ਕੇ ਉੱਠਿਆ ਸੀਗਾ, ਮੈਂ ਕਮਰੇ 'ਚੋਂ ਨਿਕਲਿਆ, ਮੈਂ ਗਿਆ ਡੈਡੀ ਦੇ ਕੋਲ। ਮੈਂ ਜਾ ਕੇ ਪੈਰੀ ਹੱਥ ਲਾਏ ਅਤੇ ਮੈਂ ਜਿੱਦਾਂ ਮਾੜਾ ਜਿਹਾ ਪੈਰਾਂ ਨੂੰ ਇੱਦਾਂ ਕੀਤਾ ਤਾਂ ਉਹਨਾਂ ਦੀ ਚੀਸ ਨਿਕਲ ਗਈ, ਉਹਦੇ ਓਏ ਮਰ ਗਿਆ। ਅਤੇ ਮੈਂ ਕਿਹਾ ਪੈਰ ਸੁੱਜੇ ਹੋਏ ਆ। ਅਤੇ ਮੇਰਾ ਖਿਆਲ ਉਦੋਂ ਮੇਰੇ ਬੀਬੀ ਦਾਦੀ ਮੇਰੇ ਸੀਗੇ, ਉਦੋਂ ਜ਼ਿੰਦਾ ਸੀਗੇ। ਮੈਂ ਉਹਨਾਂ ਨੂੰ ਪੁੱਛਿਆ, ਸ਼ਾਇਦ ਪਤਾ ਨਹੀਂ ਖਰੇ ਮੰਮੀ ਨੂੰ ਪੁੱਛਿਆ ਸ਼ਾਇਦ, ਮੈਂ ਕਿਹਾ ਜੀ ਉਹ ਸਵੈਲਿੰਗ ਹੋ ਗਈ ਹੈ ਅਤੇ ਉਹਨੂੰ ਕਿੱਦਾਂ ਕਰੀਦਾ। ਉਹਨਾਂ ਨੇ ਦੱਸਿਆ, ਕਹਿੰਦੇ ਵੀ ਥੋੜ੍ਹਾ ਜਿਹਾ ਪਾਣੀ ਲੈ ਕੇ ਭਾਂਡੇ 'ਚ ਖੁੱਲ੍ਹੇ 'ਚ ਅਤੇ ਸਰੋਂ ਦਾ ਤੇਲ ਅਤੇ ਲੂਣ ਪਾ ਕੇ ਉਹਨੂੰ ਟਕੋਰ ਕਰ ਲਿਆ। ਮੈਂ ਕਿਹਾ ਠੀਕ ਹੈ ਜੀ। ਮੈਂ ਕੱਪੜਾ ਇੱਕ ਲਿਆ, ਉੱਥੇ ਟਾਵਲ ਲਿਆ ਛੋਟਾ ਜਿਹਾ, ਅਤੇ TV ਚੱਲ ਰਿਹਾ, ਉਹ ਸਾਹਮਣੇ TV ਚੱਲ ਰਿਹਾ, TV ਦੇਖ ਰਹੇ ਹੋ, ਇਹ TV ਵੀ ਇੱਕ ਅੱਖ TV ਵੱਲ, ਇੱਕ ਅੱਖ ਮੇਰੇ ਵੱਲ ਵੀ ਕਰ ਕੀ ਰਿਹਾ। ਹੁਣ ਮੈਨੂੰ ਇਹ ਪ੍ਰੋਬਲਮ ਸੀਗੀ, ਮੈਂ ਬਹਿੰਦਾ ਨਹੀਂ ਸੀ ਕੋਲ, ਮੈਨੂੰ ਇਹ ਸੀਗਾ ਕਿ ਮੈਂ ਬਹਿ ਗਿਆ ਅਤੇ ਬਾਪੂ ਨੇ ਲੈਕਚਰ ਦੇਣਾ। ਟਾਵਲ ਚੱਕਿਆ ਮੈਂ ਜਦੋਂ ਕਰਨ ਲੱਗਾ ਅਤੇ ਉਹ ਚੀਸਾਂ ਨਿਕਲੀਆਂ ਆਉਂਦੀਆਂ, ਕਹਿੰਦੇ ਉਹ ਦਰਦ ਬਹੁਤ ਹੋ ਰਹੀ ਯਾਰ, ਜਾਨ ਨਿਕਲਦੀ ਹੈ। ਅਤੇ ਮੈਨੂੰ ਕਹਿੰਦੇ ਥੋੜ੍ਹੀ ਦੇਰ ਬਾਅਦ ਜਦੋਂ ਕਰਤਾ ਸਾਰਾ ਕੁਛ ਅਤੇ ਮੈਂ ਪੈਰ ਸਾਫ਼ ਕੀਤੇ ਉਹਨਾਂ ਦੇ, ਮੈਂ ਉੱਠ ਕੇ ਜਾਣ ਲੱਗਾ। ਮੈਨੂੰ ਕਹਿੰਦੇ ਕਿੱਥੇ ਜਾ ਕੇ ਆਇਆ? ਮੈਂ ਕਿਹਾ ਜੀ ਮੈਂ ਬਾਥਰੂਮ ਗਿਆ ਸੀਗਾ। ਨਹੀਂ ਬਾਹਰੋਂ ਜਾ ਕੇ ਆਇਆ, ਕਿਤੇ ਬਾਹਰ ਗਿਆ ਸੀ? ਮੈਂ ਕਿਹਾ ਨਹੀਂ ਜੀ ਮੈਂ ਤਾਂ ਗਿਆ ਨਹੀਂ ਬਾਹਰ ਕਿਤੇ। ਮੈਨੂੰ ਕਹਿੰਦੇ ਇੱਧਰ ਕਰ ਮੇਰੇ ਵੱਲ, ਅੱਖਾਂ 'ਚ ਅੱਖਾਂ ਪਾ। ਮੈਂ ਇੱਦਾਂ ਦੇਖਿਆ ਜੀ, ਕਹਿੰਦੇ ਅੱਖਾਂ ਤਾਂ ਠੀਕ ਲੱਗਦੀਆਂ ਤੇਰੀਆਂ। ਮੈਨੂੰ ਕਹਿੰਦੇ ਕੋਈ ਆਇਆ ਸੀ ਤੈਨੂੰ ਮਿਲਣ? ਮੈਂ ਕਿਹਾ ਜੀ ਨਹੀਂ। ਖੜ੍ਹਾ ਹੋ। ਮੈਂ ਖੜ੍ਹਾ ਹੋਇਆ, ਇੱਧਰ ਲਾਗੇ ਆ, ਅਤੇ ਮੈਨੂੰ ਕਹਿੰਦੇ ਲਾਗੇ ਆ ਮੇਰੇ। ਮੈਂ ਲਾਗੇ ਗਿਆ, ਮੈਨੂੰ ਸੁੰਘਿਆ, ਕਹਿੰਦੇ ਖਾਧਾ ਪੀਤਾ ਲੱਗਦਾ ਕੁਛ ਤੂੰ। ਮੈਂ ਕਿਹਾ ਜੀ ਰੋਟੀ ਵੀ ਨਹੀਂ ਖਾਧੀ ਹਲੇ ਤਾਂ। ਕਹਿੰਦੇ ਪੁੱਛ ਤਾਂ ਕਰਕੇ ਆਇਆ, ਅੱਗੇ ਤਾਂ ਤੂੰ ਮੇਰੇ ਕੋਲ ਬਹਿੰਦਾ ਹੀ ਨਹੀਂ, ਅੱਜ ਕਿੱਦਾਂ ਬਹਿ ਗਿਆ ਤੂੰ? ਤਾਂ ਫਿਰ ਉਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਡੈਡੀ ਮੈਂ ਤਾਂ ਕਦੀ ਇਹ ਸੋਚਿਆ ਨਹੀਂ ਕਿ ਵੀ ਜਦੋਂ ਤੁਹਾਨੂੰ ਕਿਹਾ ਕਿ ਮੈਨੂੰ ਡੈਡੀ ਆਹ ਚੀਜ਼ ਚਾਹੀਦੀ ਹੈ, ਤੁਸੀਂ ਕਿਹਾ ਲੈ ਯਾਰ ਕੋਈ ਨਹੀਂ ਬੇਟਾ ਲੈ। ਮੈਂ ਕਿਹਾ ਤੁਸੀਂ ਕਦੀ ਮੈਨੂੰ ਇਹ ਨਹੀਂ ਕਿਹਾ ਕਿ ਯਾਰ ਨਹੀਂ ਅੱਜ ਨਹੀਂ, ਇਹ ਨਹੀਂ, ਉਹ ਨਹੀਂ, ਤੁਸੀਂ ਕਦੀ ਨਹੀਂ ਮੈਨੂੰ ਟੋਕਿਆ। ਮੈਂ ਵੀ ਉੱਦਾਂ ਦਾ ਬੇਵਕੂਫ, ਮੈਂ ਕਿਹਾ ਜੀ ਮੈਂ ਵੀ ਆਪਣੀ ਜ਼ਿੱਦ ਕਰਦਾ ਰਿਹਾ ਪੂਰਾ। ਪਰ ਮੈਂ ਕਿਹਾ ਜੀ ਪਰ ਮੈਨੂੰ ਅੱਜ ਪਤਾ ਲੱਗਾ ਜੀ ਤੁਹਾਡਾ ਕੰਮ ਬਹੁਤ ਔਖਾ ਜੀ। ਅੱਜ ਮੈਨੂੰ ਪਤਾ ਲੱਗਾ ਕਿ ਜਿਹੜਾ ਅਸੀਂ 10-10 ਹਜ਼ਾਰ ਰੁਪਇਆ ਫੂਕ ਖਾਂਦੇ ਹਾਂ, ਉਹ ਮੈਨੂੰ ਅੱਜ ਪਤਾ ਲੱਗਦਾ ਕਿ ਇਹ 10,000 10-10 ਰੁਪਏ ਜੋੜ ਕੇ ਕਿੱਦਾਂ ਬਣਦਾ। ਬਿਲਕੁਲ। ਅਤੇ ਮੈਨੂੰ ਕਹਿੰਦੇ, ਮੈਨੂੰ ਬਾਹਾਂ ਖੋਲ੍ਹੀਆਂ ਇੱਦਾਂ ਦੋਨੋਂ, ਕਹਿੰਦੇ ਜੱਫੀ ਪਾ ਮੈਨੂੰ, ਕਹਿੰਦੇ ਮੈਂ ਇਹੀ ਚਾਹੁੰਦਾ ਸੀ ਜੀ। ਕਹਿੰਦੇ ਜੇ ਬੇਟਾ ਮੈਂ ਚਾਹੁੰਦਾ ਨਾ ਤੈਨੂੰ ਮੈਂ ਮਾਰ ਕੇ ਕੁੱਟ ਕੇ ਤੈਨੂੰ ਮੈਂ ਗਾਲਾਂ ਕੱਢ ਕੇ ਵੀ ਲਿਜਾ ਸਕਦਾ ਸੀ, ਪਰ ਕਹਿੰਦੇ ਉਹ ਮੇਰੀ ਸੋਚ ਨਹੀਂ ਹੈ। ਜੇ ਅੱਜ ਮੈਂ ਤੇਰੇ 'ਤੇ ਹੱਥ ਚੱਕ ਦਿੱਤਾ ਨਾ, ਤੂੰ ਸਾਰੀ ਜ਼ਿੰਦਗੀ ਮੇਰੇ ਸਾਹਮਣੇ ਸੱਚ ਬੋਲਣ ਤੋਂ ਡਰੇਂਗਾ। ਤਾਂ ਉਹ ਦਿਨ ਗਿਆ ਅਤੇ ਅੱਜ ਦਾ ਦਿਨ ਗਿਆ ਜੀ। ਉਹਨਾਂ ਬਾਰੇ ਮੈਨੂੰ ਲੱਗਦਾ ਜਿੰਨੀ ਗੱਲਬਾਤ ਕੀਤੀ ਜਾਵੇ ਸਮਾਂ ਹੀ ਘੱਟ ਪਏਗਾ, ਗੱਲਾਂ ਕਦੇ ਨਹੀਂ ਮੁੱਕ ਸਕਦੀਆਂ। ਸੋ ਬੜੇ ਅੱਛੇ ਲਾਈਫ ਦੇ ਮੋਮੈਂਟਸ ਤੁਹਾਡੇ ਅਤੇ ਉਹਨਾਂ ਦੇ ਹੈਗੇ ਨੇ, ਜੋ ਅਸੀਂ ਵੀ ਚਲੋ ਸੁਣ ਰਹੇ ਹਾਂ, ਮੌਕਾ ਮਿਲਿਆ ਹੋਇਆ। 25 ਤਰੀਕ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਤਰੀਕ ਹੈ।
2018 ਦੇ ਵਿੱਚ ਜਦੋਂ ਡੈਡੀ ਸਾਨੂੰ ਵਿਛੋੜਾ ਦੇ ਗਏ ਸੀਗੇ, 25 ਤਰੀਕ ਦੀ ਡੇਟ ਇੱਕ ਉਹ ਹੈ 25 ਜਨਵਰੀ ਜੀ 25 ਜਨਵਰੀ, ਔਰ ਸਾਲ ਦੀਆਂ ਜਿਹੜੀਆਂ ਸਟਾਰਟਿੰਗ ਦੀਆਂ 3/25 ਹੁੰਦੀਆਂ, ਯਾਨੀ ਕਿ 25 ਜਨਵਰੀ, 25 ਫੈਬ ਤੇ 25 ਮਾਰਚ। ਇਹ 3 ਦਿਨ ਇੱਦਾਂ ਦੇ ਹੁੰਦੇ ਆ ਜਿਸ ਦਿਨ ਮੈਂ ਬਹੁਤ ਬੇਚੈਨ ਹੋ ਜਾਂਦਾ। ਉਹਦਾ ਕਾਰਨ ਇਹ ਹੈ ਕਿ 25 ਜਨਵਰੀ ਨੂੰ ਡੈਡੀ ਵਿਛੜ ਗਏ ਸੀ ਸਾਡੇ ਤੋਂ। 25 ਫੈਬ ਨੂੰ ਮੇਰੀ ਲਾਈਫ ਦਾ ਪਹਿਲਾ ਸ਼ੋਅ ਸੀਗਾ ਜੋ ਮੈਂ ਉਹਨਾਂ ਤੋਂ ਬਿਨਾਂ ਕੀਤਾ, ਔਰ 25 ਮਾਰਚ ਨੂੰ ਮੇਰਾ ਬਰਥਡੇ ਹੁੰਦਾ। ਔਰ ਹਮੇਸ਼ਾ ਇੱਦਾਂ ਹੁੰਦਾ ਸੀਗਾ ਕਿ ਮੇਰੇ ਬਰਥਡੇ ਵਾਲੇ ਦਿਨ, ਖਾਸ ਕਰਕੇ ਜਦੋਂ ਮੈਂ ਥੋੜ੍ਹਾ ਜਿਹਾ ਮੈਂ ਸਿਆਣਾ ਹੋ ਗਿਆ, ਮੇਰੀ ਹਮੇਸ਼ਾ ਡੈਡੀ ਨਾਲ ਇਹ ਹੁੰਦਾ ਸੀ ਕਿ ਡੈਡੀ ਕਹਿੰਦੇ ਹੁੰਦੇ ਇੱਕ ਤਰ੍ਹਾਂ ਕੇਕ ਕੱਟਣਾ, ਮੈਂ ਮਨਾ ਕਰ ਦਿੰਦਾ ਹੁੰਦਾ ਕੀ ਕਰਨਾ, ਹੁਣ ਨਿਆਣੇ ਥੋੜ੍ਹੀ ਆ ਕੇਕ ਕੱਟਣਾ। ਉਹ ਹਮੇਸ਼ਾ ਕੇਕ ਕਟਾਉਂਦੇ ਹੁੰਦੇ ਸੀਗੇ। ਔਰ ਜਦੋਂ ਇਹ 25 ਆਉਂਦੀ ਹੈ ਮੈਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ ਵੀ ਯਾਰ ਹੁਣ ਕੇਕ ਕੌਣ ਕਟਾਏਗਾ ਜੀ। ਉਹ ਚੀਜ਼ ਮੈਨੂੰ ਬਹੁਤ ਤਕਲੀਫ ਦਿੰਦੀ ਹੈ ਔਰ ਅੱਗੇ ਵੀ ਦਿੰਦੀ ਰਹੇਗੀ, ਕਿਉਂਕਿ ਇਹ ਤਾਂ ਇਹ ਜਗ੍ਹਾ ਐਸੀ ਪਰਮਾਤਮਾ ਨੇ ਖਾਲੀ ਕੀਤੀ ਹੈ, ਇਹਨੂੰ ਕੋਈ ਵੀ ਨਹੀਂ ਭਰ ਸਕਦਾ। ਡੈਫੀਨੇਟਲੀ ਇਹ ਥਾਂ ਕਦੀ ਕੋਈ ਲੈ ਵੀ ਨਹੀਂ ਸਕਦਾ ਤੇ ਕੋਈ ਚਾਹ ਕੇ ਇਹਨੂੰ ਭਰ ਵੀ ਨਹੀਂ ਸਕਦਾ ਜੀ। ਇਟਸ ਓਕੇ। ਸੋ ਗੱਲਾਂ ਤਾਂ ਜਿੰਨੀਆਂ ਕੀਤੀਆਂ ਜਾਣ ਘੱਟ ਲੱਗਦੀਆਂ ਨੇ ਜੀ। ਸੋ ਪਰ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੀ ਲਾਈਫ ਦੇ ਵਿੱਚ ਸਕਸੈਸ ਔਰ ਅੱਛਾ ਜਿਹੜਾ ਕੰਮ ਹੈ ਤੁਸੀਂ ਉਹ ਕਰੋਗੇ ਔਰ ਸਾਡਾ ਮਿਲਣ ਦਾ ਸਬਬ ਬਣਦਾ ਰਹੇਗਾ। ਗੱਲਾਂ ਅਸੀਂ ਜਾਣਦੇ ਰਵਾਂਗੇ, ਸੁਣਦੇ ਰਵਾਂਗੇ, ਤੁਹਾਡੇ ਤਜਰਬੇ ਹੋਣ ਚਾਹੇ ਕੋਟੀ ਸਾਹਿਬ ਦੇ ਹੋਣ। ਮਿਊਜ਼ੀਕਲ ਐਂਡਿੰਗ ਕਰੀਏ ਜੀ ਜੀ। ਇੱਕ ਗਾਣਾ ਤੁਸੀਂ ਸੁਣਾਤਾ ਸੀ, ਇੱਕ ਰਹਿ ਗਿਆ ਸੀ। ਅਕਸਰ ਉਹਨਾਂ ਦਾ ਇਹ ਫੇਵਰੇਟ ਗਾਣਾ ਹੈ। ਮੈਂ ਜਿੱਥੇ ਵੀ ਗਿਆ, ਅਮਰੀਕਾ ਜਾਂ ਇੰਗਲੈਂਡ ਗਿਆ ਉਹਨਾਂ ਦੇ ਨਾਲ ਜੀ, ਉਹ ਹਮੇਸ਼ਾ ਮਹਿਫਿਲ 'ਚ ਹੀ ਗਾਣਾ ਸੁਣਾਉਂਦੇ, ਮੈਨੂੰ ਕਹਿੰਦੇ ਹੁੰਦੇ ਖਾਨ ਸਾਹਿਬ ਉਹ ਗਾਣਾ ਸੁਣਾ, ਮੈਨੂੰ ਬਹੁਤ ਪਸੰਦ ਆ ਉਹ ਗਾਣਾ। ਖੈਰ ਉਹ ਤਾਂ ਹੁਣ ਮੇਰੇ ਲਈ ਪੱਥਰ 'ਤੇ ਲਕੀਰ ਹੋ ਗਿਆ, ਕਿਉਂਕਿ ਮੈਂ ਜਦੋਂ ਆਪ ਵੀ ਉਹ ਗਾਉਂਦਾ ਆ ਜਾਂ ਸੁਣਦਾ ਆ ਮੈਂ ਆਪ ਵੀ ਭਾਵੁਕ ਹੋ ਜਾਂਦਾ। ਉਹ ਇੱਦਾਂ ਸੀਗਾ ਵੀ ਆਉਂਦੀਆਂ ਨੇ ਯਾਦਾਂ ਰਹਿਣ ਗੂੰਜਦੀਆਂ ਆਵਾਜ਼ਾਂ, ਆਉਂਦੀਆਂ ਨੇ ਯਾਦਾਂ ਰਹਿਣ ਗੂੰਜਦੀਆਂ ਆਵਾਜ਼ਾਂ, ਲੰਮੀਆਂ ਬਾਟਾਂ 'ਤੇ ਜਿਹੜੇ ਪਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ। ਇੱਕ ਫੇਵਰੇਟ ਉਹਨਾਂ ਦਾ ਅੰਤਰਾ ਸੀਗਾ ਜੀ, ਉਹ ਅਕਸਰ ਉਹੀ ਮੈਨੂੰ 2-3 ਵਾਰੀ ਰਿਪੀਟ ਕਰਵਾਉਂਦੇ ਹੁੰਦੇ ਸੀਗੇ। ਉਹ ਸੀਗਾ ਹਾਰੇ ਹੋਏ ਮਨ ਨਾਲ ਅੱਛਾ ਅੱਖ ਛੱਡੀ ਦਾ, ਗੁੰਮ ਹੋਏ ਚਿਹਰਿਆਂ ਨੂੰ ਫੋਟੋਆਂ 'ਚ ਲੱਭੀ ਦਾ, ਹਾਰੇ ਹੋਏ ਮਨ ਨਾਲ ਅੱਛਾ ਅੱਖ ਛੱਡੀ ਦਾ, ਗੁੰਮ ਹੋਏ ਚਿਹਰਿਆਂ ਨੂੰ ਫੋਟੋਆਂ 'ਚ ਲੱਭੀ ਦਾ, ਸਾਏ ਵਾਂਗੂ ਨਾਲ ਸੀ ਜੋ ਰਹੇ ਜਿੰਦੇ ਮੇਰੀਏ, ਸਾਏ ਵਾਂਗੂ ਨਾਲ ਸੀ ਜੋ ਰਹੇ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਹਾਂ ਗਏ ਜਿੰਦੇ ਮੇਰੀਏ, ਹਾਂ ਗਏ ਜਿੰਦੇ ਮੇਰੀਏ। ਇਹ ਗਾਣਾ ਮਤਲਬ ਸਾਨੂੰ ਇੰਨਾ ਪਿਆਰਾ ਲੱਗ ਰਿਹਾ ਹੈ। ਓਬਵੀਅਸਲੀ ਤੁਹਾਡੀ ਔਰ ਤੁਹਾਡੇ ਫਾਦਰ ਦੀ ਬਹੁਤ ਸਾਰੀਆਂ ਯਾਦਾਂ ਇਸ ਗੀਤ ਦੇ ਨਾਲ, ਬੜੇ ਪਲ ਤੁਸੀਂ ਇਸ ਗੀਤ ਦੇ ਨਾਲ ਤੁਹਾਡੇ ਹੈ ਨਾ ਤੁਸੀਂ ਗਾਉਂਦੇ ਹੋ ਤਾਜ਼ੇ ਹੋ ਜਾਂਦੇ ਆ। ਸੋ ਘਾਟ ਕਦੀ ਕੋਈ ਪੂਰੀ ਨਹੀਂ ਕਰ ਸਕਦਾ, ਪਰ ਹਾਂਜੀ ਉਹੀ ਗੱਲ ਹੈ ਐਲੈਕਸ ਕਿ ਉਹਨਾਂ ਦੇ ਕਈ ਗੱਲਾਂ, ਉਹਨਾਂ ਦੇ ਲਏ ਸੁਪਨੇ ਤੁਹਾਡੇ 'ਤੇ ਆ ਚੁੱਕੇ ਨੇ, ਹੁਣ ਜ਼ਿੰਮੇਵਾਰੀ ਤੁਹਾਡੀ ਹੈ। ਸੋ ਉਹਨਾਂ ਦੀਆਂ ਯਾਦਾਂ ਅਤੇ ਟੀਚਿੰਗਸ ਨੂੰ ਲੈ ਕੇ ਤੁਰਨ ਵਾਲੀ ਗੱਲ ਹੈ। ਅਕਸਰ ਜਦੋਂ ਅਸੀਂ ਕਿਤੇ ਬੈਠਦੇ ਸੀਗੇ ਉੱਦਾਂ ਹਾਰਮੋਨੀਅਮ ਲੈ ਕੇ ਜਾਂ ਉੱਦਾਂ ਜਦੋਂ ਵੀ ਮਹਿਫਿਲ ਲੱਗਦੀ ਸੀ, ਅਕਸਰ ਮੈਨੂੰ ਕਹਿੰਦੇ ਹੁੰਦੇ ਸੀਗੇ ਉਹ ਕਿ ਤੇਰਾ ਫ਼ੋਨ ਕਿੱਥੇ ਹੈ? ਮੈਂ ਕਹਿਣਾ ਜੀ ਕੋਲ ਹੀ ਆ ਜੀ, ਚੱਲ ਰਿਕਾਰਡਿੰਗ ਖੋਲ।
ਮੈਂ ਕਹਿਣਾ ਜੀ ਅੱਛਾ ਜੀ, ਉਹ ਰਿਕਾਰਡਿੰਗ ਖੋਲ੍ਹ ਕੇ ਮੈਂ ਰੱਖ ਦੇਣੀ ਅਤੇ ਉਹਨਾਂ ਨੇ ਕਹਿਣਾ ਵੀ ਇਹ ਰਿਕਾਰਡਿੰਗਾਂ ਸੰਭਾਲ ਕੇ ਰੱਖਣੀਆਂ ਆ, ਇਹ ਜਦੋਂ ਤੇਰਾ ਪਿਓ ਨਹੀਂ ਹੋਊਗਾ ਨਾ ਇਹ ਤੈਨੂੰ ਉਦੋਂ ਪਤਾ ਲੱਗਣਾ ਕਿ ਇਹ ਚੀਜ਼ਾਂ ਕੀ ਆ। ਇਹ ਪੁੱਤ ਸਿਰਫ ਰਿਕਾਰਡਿੰਗਾਂ ਨਹੀਂ ਆ, ਇਹ ਖਜ਼ਾਨਾ ਆ, ਇਹਨੇ ਤੈਨੂੰ ਅੱਗੇ ਜਾ ਕੇ ਬਹੁਤ ਸਹਾਰਾ ਦੇਣਾ ਆ। ਔਰ ਮੈਂ ਸੱਚੀ ਮੁੱਚੀ ਉਹਨਾਂ ਦੀਆਂ ਕਈ ਰਿਕਾਰਡਿੰਗਸ ਐਸੀਆਂ ਨੇ ਜੋ ਕਿਤੇ ਵੀ ਨਹੀਂ ਹੈਗੀਆਂ, ਅਵੇਲੇਬਲ ਨਹੀਂ ਹੈਗੀਆਂ, ਉਹ ਮੇਰੇ ਕੋਲ ਉਹਨਾਂ ਨੇ ਮੈਨੂੰ ਦਿੱਤੀਆਂ ਹੋਈਆਂ ਆਡੀਓਜ਼ ਵੀਡੀਓਜ਼। ਉਹ ਅਕਸਰ ਮੈਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਆ ਜੇ ਤੇਰਾ ਪਿਓ ਦੁਨੀਆ ਤੋਂ ਚਲਾ ਵੀ ਗਿਆ ਨਾ, ਇਹ ਨਾ ਸੋਚੀ ਫ਼ਕੀਰ ਅਤੇ ਫਨਕਾਰ ਕਦੀ ਨਹੀਂ ਮਰਦਾ, ਉਹ ਸਿਰਫ ਦੁਨੀਆ ਤੋਂ ਪਰਦਾ ਕਰ ਲੈਂਦੇ ਹੁੰਦੇ ਆ। ਅੱਜ ਵੀ ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣੋਗੇ ਨਾ, ਅੱਖਾਂ ਬੰਦ ਕਰਕੇ ਕੋਈ ਵੀ ਕਵਾਲੀ ਉਹਨਾਂ ਦੀ ਸੁਣੋਗੇ, ਕੋਈ ਗਜ਼ਲ ਸੁਣੋਗੇ, ਕਵਾਲੀ ਸੁਣੋਗੇ, ਤੁਹਾਨੂੰ ਇੱਦਾਂ ਲੱਗੂਗਾ ਖਾਨ ਸਾਹਿਬ ਸਾਹਮਣੇ ਬੈਠ ਕੇ ਗਾ ਰਹੇ ਆ। ਉੱਦਾਂ ਹੀ ਜਦੋਂ ਤੇਰਾ ਪਿਓ ਦੁਨੀਆ ਤੋਂ ਚਲੇ ਜਾਏਗਾ ਉਦੋਂ ਤੂੰ ਯਾਦ ਕਰੇਂਗਾ ਕਿ ਹਾਂ ਮੇਰੇ ਬਾਪੂ ਨੇ ਕੋਈ ਗੱਲ ਕਹੀ ਸੀ। ਔਰ ਮਜ਼ੇ ਦੀ ਗੱਲ ਇੱਕ ਹੋਰ ਹੈ ਜੋ ਮੈਂ ਸ਼ਾਇਦ ਸਾਂਝੀ ਕਰਨੀ ਤੁਹਾਡੇ ਨਾਲ ਵੀ ਭੁੱਲ ਗਿਆ। ਮੇਰੇ ਜੋ ਦਾਦਾ ਜੀ ਸੀ ਉਹਨਾਂ ਨੇ ਫਕੀਰਾਂ ਦੀ ਸੇਵਾ ਬਹੁਤ ਕੀਤੀ ਜੀ। ਔਰ ਮੇਰੇ ਪਾਪਾ ਜੀ ਨੇ, ਮੇਰੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਨੂੰ 1 ਹਫ਼ਤੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਮੈਂ ਅਗਲੇ ਵੀਰਵਾਰ ਦੁਨੀਆ ਤੋਂ ਚਲੇ ਜਾਣਾ ਹੈ। ਅੱਛਾ। ਔਰ ਸੇਮ ਇੰਸੀਡੈਂਟ ਜਿਹੜਾ ਉਹ ਮੇਰੇ ਨਾਲ ਵੀ ਹੋਇਆ। ਮੈਨੂੰ ਉਹਨਾਂ ਨੇ 2-3 ਮਹੀਨੇ ਪਹਿਲਾਂ ਦੱਸਤਾ ਸੀਗਾ ਕਿ ਮੇਰੇ ਨਾਲ ਉੱਦਾਂ ਹੀ ਕੈਜੂਅਲੀ ਗੱਲ ਕਰਦੇ ਸੀਗੇ ਬੈਠ ਕੇ, ਤਾਂ ਮੈਨੂੰ ਕਹਿੰਦੇ ਖਾਨ ਸਾਹਿਬ ਮੈਂ ਸੋਚਦਾ ਮੈਂ ਵੀਰਵਾਰ ਨੂੰ ਜਾਵਾਂ। ਹੁਣ ਮੇਰੇ ਮਾਈਂਡ ਦੇ ਵਿੱਚ ਕੀ ਸੀਗਾ, ਸਾਡੇ ਜਿਹਨਾਂ ਨੂੰ ਡੈਡੀ ਮੰਨਦੇ ਸੀਗੇ, ਫਕੀਰਾਂ ਦੀ ਜਗ੍ਹਾ ਹੈ ਪਿੰਡ, ਮੇਰੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਉਹਨਾਂ ਨੇ ਵੀਰਵਾਰ ਨੂੰ ਉੱਥੇ ਮੱਥਾ ਟੇਕਣ ਜਾਣਾ। ਓਕੇ। ਮੈਂ ਕਿਹਾ ਜੀ ਮੈਨੂੰ ਦੱਸ ਦਿਓ, ਮੈਂ ਮੁੰਡੇ ਨੂੰ ਕਿਸੇ ਨੂੰ ਕਹਿ ਦੂੰਗਾ ਤੁਹਾਡੇ ਨਾਲ ਚਲੇ ਜਾਏਗਾ, ਕਿਉਂਕਿ ਐਟ ਦੈਟ ਟਾਈਮ ਮੈਂ ਆਪਣੇ ਸੈਕਿੰਡ ਗਾਣੇ ਦੀ ਪ੍ਰਿਪਰੇਸ਼ਨ 'ਚ ਬਿਜ਼ੀ ਸੀਗਾ, ਉੱਧਰ ਦੌੜ ਭੱਜ ਚੱਲ ਰਹੀ ਸੀ ਮੇਰੀ ਜੀ। ਮੈਨੂੰ ਕਹਿੰਦੇ ਐਵੇਂ ਤੂੰ ਕਮਲੀਆਂ ਮਾਰੀ ਜਾਣਾ, ਤੈਨੂੰ ਨਹੀਂ ਪਤਾ, ਮੈਂ ਇਕੱਲਾ ਹੀ ਜਾਊਂਗਾ। ਅਤੇ ਮੈਂ ਸੋਚਦਾ ਖਾਨ ਸਾਹਿਬ ਸ਼ਾਮ ਦੇ ਟਾਈਮ ਜਾਵਾਂ, ਚਿਰਾਗਾਂ ਦਾ ਟਾਈਮ ਚੰਗਾ ਹੁੰਦਾ। ਮੈਂ ਕਿਹਾ ਜੀ ਕੋਈ ਨਹੀਂ, ਮੁੰਡਾ ਨਾਲ ਤੁਹਾਡੇ ਚਲੇ ਜਾਏਗਾ, ਜੋ ਵੀ ਤੁਸੀਂ ਉੱਥੇ ਕਰਨਾ ਹੋਊਗਾ ਤੁਸੀਂ ਦੇਖ ਲਿਓ। ਕਿਉਂਕਿ ਜਦੋਂ ਇਹ ਗੱਲ ਕਰ ਰਹੇ ਸੀਗੇ ਉਸ ਟਾਈਮ ਬੋਡੀ ਦਾ ਉਹਨਾਂ ਦੀ ਐਨਰਜੀ ਲੈਵਲ ਬਹੁਤ ਜ਼ਿਆਦਾ ਡਾਊਨ ਸੀਗਾ। ਉਹ ਪ੍ਰੋਪਰਲੀ ਜ਼ਿਆਦਾ ਦੇਰ ਬੈਠ ਵੀ ਨਹੀਂ ਪਾਉਂਦੇ ਸੀਗੇ, ਇੰਨੀ ਜ਼ਿਆਦਾ ਵੀਕਨੈਸ ਸੀਗੀ ਬੋਡੀ ਦੇ ਵਿੱਚ। ਮੇਰੇ ਮਾਈਂਡ ਦੇ ਵਿੱਚ ਉਹ ਚੱਲ ਰਿਹਾ ਸੀਗਾ ਕਿ ਉਹਨਾਂ ਨੇ ਉੱਧਰ ਜਾਣਾ। ਲੇਕਿਨ ਜਦੋਂ ਉਹ ਸਮਾਂ ਆਇਆ, ਜਦੋਂ ਉਹਨਾਂ ਨੇ ਆਖਰੀ ਸਾਹ ਲਿਆ, ਤਾਂ ਉਦੋਂ ਦਿਨ ਵੀ ਵੀਰਵਾਰ ਦਾ ਸੀਗਾ ਔਰ 5 ਵੱਜਣ 'ਚ 5 ਮਿੰਟ ਪਏ ਸੀਗੇ। ਕੀ ਬਾਤ ਹੈ, ਰੱਬੀ ਰੂਹਾਂ ਬਹੁਤ। ਔਰ ਉਹਨਾਂ ਨੇ ਮੈਨੂੰ ਕਈ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ ਸੀਗੀਆਂ ਆਪਣੇ ਜਾਣ ਤੋਂ ਪਹਿਲਾਂ ਕਿ ਮੇਰੇ ਮਰਨ ਤੋਂ ਬਾਅਦ ਇਹ ਹੋਣਾ। ਉਹਨਾਂ ਨੇ ਮੈਨੂੰ ਇਹ ਤੱਕ ਦੱਸਿਆ ਸੀਗਾ ਕਿ ਇੱਕ ਸਾਡੀ ਉੱਦਾਂ ਹੀ ਗੱਲ ਚੱਲ ਰਹੀ ਸੀਗੀ ਕੋਈ ਸਿੰਗਿੰਗ ਨੂੰ ਲੈ ਕੇ ਕਿ ਡੈਡੀ ਤੁਸੀਂ ਹੋ ਗਏ, ਸਰਦੂਲ ਤਾਇਆ ਜੀ ਹੋ ਗਏ, ਹੰਸ ਤਾਇਆ ਜੀ ਹੋ ਗਏ, ਫਿਰੋਜ਼ ਚਾਚਾ ਜੀ ਹੋ ਗਏ, ਸਲੀਮ ਚਾਚਾ ਜੀ ਹੋ ਗਏ, ਤੁਸੀਂ ਲੋਕਾਂ ਨੇ ਆਪਣਾ ਜ਼ਰੂਰੀ ਟਾਈਮ ਜਿਹੜਾ ਜੋ ਤੁਹਾਨੂੰ ਪਰਿਵਾਰ ਦੇ ਨਾਲ ਬਿਤਾਉਣਾ ਚਾਹੀਦਾ ਸੀ, ਤੁਸੀਂ ਗਾਣੇ ਵਜਾਣੇ ਨੂੰ ਦਿੱਤਾ, ਤੁਸੀਂ ਸੰਗੀਤ ਨੂੰ ਦਿੱਤਾ। ਲੇਕਿਨ ਅਸੀਂ ਅੱਜ ਕਿੱਥੇ ਹਾਂ? ਔਰ ਜਿਹੜੇ ਅੱਜ ਇਹ ਰਾਤੋਂ ਰਾਤ ਫੇਮਸ ਹੋ ਜਾਂਦੇ ਆ, ਇਹ ਦਿਨੋਂ ਦਿਨੀ ਵੱਡੇ ਘਰ ਲੈ ਲੈਂਦੇ ਆ, ਵੱਡੀਆਂ ਗੱਡੀਆਂ 'ਚ ਘੁੰਮਦੇ ਆ। ਮੈਂ ਕਿਹਾ ਇਹ ਡੈਡੀ ਇਹ ਕੀ ਸਿਸਟਮ ਆ ਦੁਨੀਆ ਦਾ, ਵੀ ਤੁਹਾਡਾ ਤਾਂ ਇੰਨਾ ਤਜਰਬਾ, ਤੁਸੀਂ ਨਹੀਂ ਦੁਨੀਆ ਦੇਖੀ ਹੈ, ਵੀ ਇਹ ਕੀ ਹੋ ਕੀ ਰਿਹਾ ਦੁਨੀਆ 'ਤੇ। ਉਹ ਮੈਨੂੰ ਕਹਿੰਦੇ ਉਹ ਕਮਲਿਆ ਇਹ ਕਮਾਈ ਥੋੜ੍ਹੀ ਹੁੰਦੀ ਹੈ, ਇਹ ਤਾਂ ਇੱਥੇ ਰਹਿ ਜਾਣੀ। ਅਸਲ ਕਮਾਈ ਉਹ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਖਰੀ ਸਫ਼ਰ 'ਤੇ ਹੁੰਦੇ ਆ ਨਾ, ਜਿਹੜਾ ਤੁਹਾਡੇ ਪਿੱਛੇ ਲੋਕਾਂ ਦਾ ਹਜੂਮ ਹੁੰਦਾ, ਜਿਹੜਾ ਇਕੱਠ ਹੁੰਦਾ, ਅਸਲ ਕਮਾਈ ਦਾ ਉਦੋਂ ਪਤਾ ਲੱਗਦਾ। ਬਿਲਕੁਲ। ਤਾਂ ਜਦੋਂ ਤੇਰੇ ਪਿਓ ਨੇ ਜਾਣਾ ਨਾ ਇਸ ਦੁਨੀਆ ਤੋਂ, ਦੇਖੀ ਰਸ਼ ਐਸਾ ਹੋਣਾ ਨਾ, ਕੁੰਭ ਦਾ ਮੇਲਾ ਲੱਗਣਾ, ਅਤੇ ਉੱਥੇ ਮੈਨੇਜਮੈਂਟ ਪ੍ਰੋਪਰ ਰੱਖਿਓ, ਲੋਕ ਬਹੁਤ ਦੂਰੋਂ ਆਉਣਗੇ। ਮੇਰੇ ਲਈ ਮੈਂ ਹੁਣ ਵੀ ਇਹ ਗੱਲਾਂ ਯਾਦ ਕਰਦਾ ਨਾ, ਮੇਰੇ ਲਈ ਬਾਕਸ ਬਣਾਇਓ ਔਰ ਉੱਤੇ ਗੋਲਡਨ ਕੱਪੜਾ ਹੋਣਾ ਚਾਹੀਦਾ, ਕੌਫਿਨ ਬਣਾਉਣਾ ਪ੍ਰੋਪਰ, ਤੁਸੀਂ ਉਹਨੂੰ ਕਵਰ ਨਹੀਂ ਕਰਨਾ। ਮੈਂ ਛੇੜਨ ਲੱਗ ਗਿਆ, ਮੈਂ ਕਿਹਾ ਜੀ ਅੱਛਾ ਉੱਤੇ ਲੜੀਆਂ ਵੀ ਲਾਈਏ, ਉੱਤੇ ਆ ਵੀ ਕਰੀਏ, ਉੱਤੇ ਇਹ ਵੀ ਕਰੀਏ। ਮੈਨੂੰ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਉੱਥੇ ਕੀ ਹੋ ਜਾਣਾ, ਤੁਸੀਂ ਸੋਚ ਵੀ ਨਹੀਂ ਸਕਦੇ। ਬਸ ਮੇਰੀ ਇਹ ਆਖਰੀ ਇੱਛਾ ਹੈ ਵੀ ਉੱਤੇ ਉਹਦੇ ਸ਼ੀਸ਼ਾ ਲੱਗਾ ਹੋਣਾ ਚਾਹੀਦਾ, ਜੇ ਕੋਈ ਸਾਬਰਕੋਟੀ ਨੂੰ ਦੇਖਣ ਆਵੇ ਨਾ ਆਖਰੀ ਟਾਈਮ, ਉਹ ਮਾਯੂਸ ਹੋ ਕੇ ਨਾ ਜਾਵੇ। ਔਰ ਤੁਸੀਂ ਸੱਚ ਜਾਣਿਓ ਕਿ ਮੈਂ ਉਹਨਾਂ ਨੂੰ ਮੋਢਾ ਨਹੀਂ ਦੇ ਪਾ ਰਿਹਾ ਸੀ, ਇੰਨੇ ਲੋਕ ਸੀ ਉੱਥੇ ਜੀ। ਔਰ ਜਦੋਂ ਉਹਨਾਂ ਦੀ ਡੈਥ ਹੋਈ ਹੈ, ਉਦੋਂ ਐਸਾ ਮੌਸਮ, ਇੰਨਾ ਮੀਂਹ, ਹਨੇਰੀ, ਝੱਖੜ, ਈਵਨ ਕਿ
ਮੈਂ ਉਹਨਾਂ ਨੂੰ ਜਦੋਂ ਹਸਪੀਟਲ ਲੈ ਕੇ ਜਾ ਰਿਹਾ ਸੀਗਾ ਉਦੋਂ ਵੀ ਮੌਸਮ ਇੱਕਦਮ ਇੰਨਾ ਖਰਾਬ, ਨੈਕਸਟ ਡੇ ਬਿਲਕੁਲ ਨੋਰਮਲ। ਉਹਨਾਂ ਦੀਆਂ ਗੱਲਾਂ ਤਾਂ ਜਿੰਨੀਆਂ ਕਰ ਲਓ ਉਨੀਆਂ ਘੱਟ ਆ, ਕਿਉਂਕਿ ਉਹਨਾਂ ਨੇ ਇਸ਼ਕ ਇੰਨਾ ਕੁ ਕੀਤਾ ਹੋਇਆ ਲੋਕਾਂ ਨੂੰ, ਔਰ ਲੋਕਾਂ ਨੇ ਇੰਨਾ ਜ਼ਿਆਦਾ ਪਿਆਰ ਕੀਤਾ ਹੋਇਆ ਵਾਪਸ। ਅੱਜ ਮੈਂ ਕਿਤੇ ਵੀ ਜਾਣਾ ਆ, ਅੱਜ ਪਤਾ ਲੱਗਦਾ ਕਿ ਉਹਨਾਂ ਦੀ ਗੱਲ ਸਹੀ ਸੀਗੀ ਕਿ ਇਹ ਕਮਾਈ, ਪੈਸਾ, ਗੱਡੀ, ਘਰ ਬਾਰ ਇਹ ਇੱਥੇ ਰਹਿ ਜਾਂਦਾ ਜੀ। ਅਸਲ ਕਮਾਈ ਉਦੋਂ ਹੁੰਦੀ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੀ ਪਿੱਠ ਪਿੱਛੇ ਲੋਕ ਕਹਿਣ ਕਿ ਯਾਰ ਕਮਾਲ ਦਾ ਬੰਦਾ ਸੀਗਾ। ਜੀ ਬਿਲਕੁਲ। ਅਤੇ ਅੱਜ ਮੈਂ ਕਿਤੇ ਵੀ ਜਾਣਾ ਆ, ਕਿਤੇ ਵੀ, ਚਾਹੇ ਉਹ ਨਵੀਂ ਜਗ੍ਹਾ ਹੈ ਚਾਹੇ ਉਹ ਪੁਰਾਣੀ ਜਗ੍ਹਾ ਹੈ, ਕਿਸੇ ਨਵੇਂ ਚਿਹਰੇ ਨੂੰ ਮਿਲਦਾ, ਉਹ ਮੈਨੂੰ ਮਿਲਦਾ ਕਿੱਦਾਂ ਹੈ, ਇਹ ਮੈਂ ਚੀਜ਼ ਹਮੇਸ਼ਾ ਨੋਟ ਕਰਦਾ ਹੁੰਦਾ। ਇੱਕ ਮੇਰੇ ਖਿਆਲ ਨਾਲ ਸ਼ਾਇਦ ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਣੀ ਹੈ, ਕੋਈ ਵੀ ਇਨਸਾਨ ਮਿਲਦਾ ਚਾਹੇ ਉਹ ਮਿਊਜ਼ਿਕ ਦੇ ਨਾਲ ਤਾਲੁਕਾਤ ਰੱਖਦਾ ਜਾਂ ਨਹੀਂ ਰੱਖਦਾ, ਉਹ ਹਮੇਸ਼ਾ ਅਕਸਰ ਇਹ ਕਹਿ ਕੇ ਮਿਲਦਾ ਕਿ ਗੁਰੂ ਜੀ ਦਾ ਬਹੁਤ ਮਾੜਾ ਹੋਇਆ, ਉਸਤਾਦ ਜੀ ਦਾ ਬਹੁਤ ਮਾੜਾ ਹੋਇਆ। ਔਰ ਗੁਰੂ ਜੀ ਲਫ਼ਜ਼ ਜਾਂ ਉਸਤਾਦ ਜੀ ਲਫ਼ਜ਼ ਜਿਹੜਾ ਹੈ ਉਹ ਉਹੀ ਲੋਕ ਬੋਲਦੇ ਆ ਜਿਨ੍ਹਾਂ ਦੀ ਉਹਨਾਂ ਦੇ ਨਾਲ ਰਸਮ ਹੋਈ ਹੋਵੇ ਜਾਂ ਜਿਹੜੇ ਗੁਣੀ ਲੋਕ ਹੋਣ। ਲੇਕਿਨ ਇੱਕ ਕਈ ਲੋਕ ਐਸੇ ਆ ਜਿਹੜੇ ਮਿਊਜ਼ਿਕ ਦੇ ਨਾਲ ਦੂਰ ਦੂਰ ਤੱਕ ਰਿਸ਼ਤਾ ਨਹੀਂ ਰੱਖਦੇ, ਲੇਕਿਨ ਮੈਨੂੰ ਜਦੋਂ ਮਿਲਦੇ ਆ ਕਿ ਭਾਜੀ ਗੁਰੂ ਜੀ ਦਾ ਬਹੁਤ ਮਾੜਾ ਹੋਇਆ, ਉਹਨਾਂ ਦਾ, ਗੁਰੂ ਜੀ ਦਾ ਆਹ ਗਾਣਾ ਸੁਣਾ ਦਿਓ, ਉਸਤਾਦ ਜੀ ਦਾ ਆਹ ਗਾਣਾ ਸੁਣਾ ਦਿਓ, ਮੈਨੂੰ ਇਸ ਚੀਜ਼ ਦੀ ਬਹੁਤ ਉਹ ਹੁੰਦੀ ਹੈ ਕਿ ਯਾਰ ਅਕਸਰ ਹਮੇਸ਼ਾ ਉਹ ਲੜਦੇ ਹੁੰਦੇ ਸੀਗੇ ਮੇਰੇ ਨਾਲ ਕਿ ਤੂੰ ਮੇਰੇ ਨਾਲ ਉੱਠਦਾ ਬੈਠਦਾ ਨਹੀਂ, ਮੇਰੇ ਨਾਲ ਗਾਣਾ ਵਜਾਣਾ, ਤੂੰ ਮੇਰੇ ਨਾਲ ਬੈਠਦਾ ਨਹੀਂ, ਮੈਨੂੰ ਕਹਿੰਦਾ ਨਹੀਂ ਤੂੰ ਆ ਸਿਖਾਓ ਡੈਡੀ ਆ ਸਿਖਾਓ ਜੀ। ਅਗਰ ਅੱਜ ਉਹ ਹੁੰਦੇ, ਠੀਕ ਆ, ਅਸੀਂ ਦੋਨੋਂ ਭਰਾ ਕਰ ਰਹੇ ਹਾਂ, ਛੋਟਾ ਸਟੂਡੀਓ ਵਰਕ ਕਰ ਰਿਹਾ, ਮੈਂ ਸਟੇਜ ਦਾ ਕੰਮ ਕਰ ਰਿਹਾ, ਹੈ ਨਾ, ਸੰਭਾਲ ਰਿਹਾ। ਅੱਜ ਸਾਨੂੰ ਉਸ ਚੀਜ਼ ਦਾ ਬਹੁਤ ਹੌਸਲਾ ਹੁੰਦਾ, ਉਸ ਚੀਜ਼ ਦਾ ਮੈਂ ਸਮਝਦਾ ਬਹੁਤ ਸਹਾਰਾ ਹੁੰਦਾ ਕਿ ਅੱਜ ਉਹ ਸਿਰਫ ਸਾਡੇ ਕੋਲ ਬੈਠੇ ਹੁੰਦੇ ਜੀ। ਕੰਮ ਤਾਂ ਅਸੀਂ ਕਰ ਹੀ ਲੈਣਾ ਸੀਗਾ। ਜਦੋਂ ਮੈਂ ਇਸ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਜਨਮ ਹੋਇਆ, ਉਹ ਤਾਂ ਉਦੋਂ ਹੀ ਪਰਮਾਤਮਾ ਨੇ ਡਿਊਟੀ ਲਾਤੀ ਸੀਗੀ ਵੀ ਸਾਰਾ ਕੁਛ ਅੱਗੇ ਮੈਂ ਹੀ ਸੰਭਾਲਣਾ ਜੀ ਜੀ। ਪਰ ਹਾਂ, ਇਸ ਚੀਜ਼ ਦਾ ਗਿਲਟ ਮੈਨੂੰ ਸਾਰੀ ਜ਼ਿੰਦਗੀ ਰਹੇਗਾ ਕਿ ਅਗਰ ਮੈਨੂੰ ਪਤਾ ਹੁੰਦਾ ਕਿ ਉਹਨਾਂ ਨੇ 52 ਸਾਲ ਦੀ ਉਮਰ 'ਚ ਚਲੇ ਜਾਣਾ ਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਹਨਾਂ ਦੇ ਨਾਲ ਬਿਤਾਉਂਦਾ। ਆਈ ਕੈਨ ਅੰਡਰਸਟੈਂਡ ਐਲੈਕਸ, ਬਟ ਹੁਣ ਸਮਾਂ ਜਿਹੜਾ ਹੈਗਾ ਬਹੁਤ ਵੈਲਿਊਏਬਲ ਹੈ, ਬਹੁਤ। ਔਰ ਮੈਂ ਤਾਂ ਇਹੀ ਚਾਹਾਂਗੀ ਔਰ ਮੇਰੀ ਇਹੀ ਦੁਆ ਹੈ ਕਿ ਉਹਨਾਂ ਦੇ ਨਾਮ ਦੇ ਨਾਲ ਤੁਸੀਂ ਆਪਣੀ ਪਹਿਚਾਣ ਬਣਾਓ, ਕਿ ਆਉਣ ਵਾਲੇ ਟਾਈਮ 'ਚ ਸਾਰੇ ਕਹਿਣ ਕਿ ਹਾਂਜੀ ਉਸਤਾਦ ਜੀ ਔਰ ਗੁਰੂ ਜੀ ਦੀ ਔਲਾਦ ਅਜਿਹੀ ਹੋਏਗੀ, ਸਾਨੂੰ ਪਤਾ ਸੀ, ਔਰ ਅੱਜ ਸਾਡੇ ਸਾਹਮਣੇ ਉਹਨਾਂ ਦੀ ਰੂਹ ਜਾਂ ਉਹਨਾਂ ਦਾ ਹੀ ਅੰਸ਼ ਖੜਾ ਹੈ। ਜ਼ਿੰਦਗੀ ਇੱਕ ਸੰਘਰਸ਼ ਹੈ ਜੀ, ਜ਼ਿੰਦਗੀ ਦਾ ਨਾਮ ਹੀ ਲੜਦੇ ਰਹਿਣਾ, ਅਕਸਰ ਕਹਿੰਦੇ ਹੁੰਦੇ ਸੀਗੇ। ਔਰ ਮੈਨੂੰ ਉਹਨਾਂ ਨੇ ਇਹੀ ਕਿਹਾ ਕਿ ਬੇਟਾ ਜਿੰਨਾ ਸਟਰਗਲ ਤੁਹਾਨੂੰ ਕਰਨਾ ਪੈਣਾ ਸੀ ਉਹਦੇ ਤੋਂ ਅੱਧੇ ਤੋਂ ਜ਼ਿਆਦਾ ਤੇ ਤੁਹਾਡੇ ਪਿਓ ਨੇ ਤੁਹਾਡੇ ਲਈ ਕਰ ਹੀ ਲਿਆ। ਔਰ ਮੈਨੂੰ ਡੈਡੀ ਦੀ ਡੈਥ ਤੋਂ ਬਾਅਦ ਜਦੋਂ ਕਈ ਲੋਕ ਮਿਲਦੇ ਸੀਗੇ, ਕਈ ਲੋਕ ਚਲੋ ਉਹਨਾਂ ਦੀ ਭਾਵਨਾ ਨਹੀਂ ਹੁੰਦੀ, ਬਟ ਉਹ ਲਫ਼ਜ਼ ਇੱਦਾਂ ਦਾ ਵਰਤ ਜਾਂਦੇ ਆ ਕਿ ਉਹ ਸਾਹਮਣੇ ਵਾਲੇ ਨੂੰ ਓਫੈਂਡ ਕਰ ਦਿੰਦਾ। ਇੱਕ ਸਿਆਣੇ ਅੰਕਲ ਸੀਗੇ, ਉਹ ਕਰਨ ਤਾਂ ਮੇਰੇ ਕੋਲ ਚਲੋ ਅਫਸੋਸ ਆਏ ਸੀਗੇ, ਬਟ ਉਹਨਾਂ ਕੋਲ ਗੱਲ ਮਜਬੂਰੀ ਇੱਦਾਂ ਦੀ, ਸਮਾਂ ਹੁੰਦਾ, ਗੱਲ ਉਹਨਾਂ ਕੋਲੋਂ ਇੱਦਾਂ ਦੀ ਕਰ ਹੋ ਗਈ, ਮੈਨੂੰ ਥੋੜ੍ਹਾ ਜਿਹਾ ਗੁੱਸਾ ਆ ਗਿਆ ਉਹਨਾਂ 'ਤੇ। ਉਹਨਾਂ ਨੇ ਕਿਹਾ ਵੀ ਯਾਰ ਸਾਬਰਕੋਟੀ ਸਾਹਿਬ ਦਾ ਨਾਮ ਬਹੁਤ ਸੀਗਾ, ਬਹੁਤ ਗੁਣੀ ਲੋਕਾਂ 'ਚ ਉਹਨਾਂ ਦਾ ਨਾਮ ਗਿਣਿਆ ਜਾਂਦਾ ਸੀਗਾ, ਬਟ ਉਹਨਾਂ ਨੂੰ ਬੱਚਿਆਂ ਲਈ ਕੁਝ ਕਰਕੇ ਜਾਣਾ ਚਾਹੀਦਾ ਸੀਗਾ। ਮੇਰਾ ਪਾਰਾ 0 ਤੋਂ ਸਿੱਧਾ 100 'ਤੇ ਚੜ੍ਹ ਗਿਆ ਉਦੋਂ। ਮੈਂ ਕਿਹਾ ਜੀ ਤੁਸੀਂ ਬਹੁਤ ਸਿਆਣੇ ਆ, ਤੁਹਾਡੀ ਉਮਰ ਅਤੇ ਤੁਹਾਡਾ ਜ਼ਿੰਦਗੀ ਦਾ ਤਜਰਬਾ ਓਨਾ ਨਹੀਂ ਹੋਣਾ ਜਿੰਨੀ ਮੇਰੀ ਉਮਰ ਹੈ, ਪਰ ਮੈਂ ਕਿਹਾ ਤੁਸੀਂ ਗੱਲ ਬਹੁਤ ਕੱਚੀ ਕਰ ਗਏ ਆ, ਇਹ ਗੱਲ ਤੁਹਾਡੇ ਮੂੰਹੋਂ ਚੰਗੀ ਨਹੀਂ ਲੱਗੀ। ਕਹਿੰਦੇ ਯਾਰ ਮੈਂ ਕਿਹੜੀ ਗੱਲ ਗਲਤ ਕਹਿਤੀ? ਮੈਂ ਕਿਹਾ ਜੀ ਬਿਲਕੁਲ ਤੁਸੀਂ ਗੱਲ ਗਲਤ ਕਹੀ ਹੈ। ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਦੋਂ ਸਾਬਰਕੋਟੀ ਸਾਹਿਬ ਕਿਤੇ ਪਰਫੋਰਮ ਕਰਦੇ ਸੀ ਨਾ, ਲੋਕ ਦੂਰੋਂ ਸਿਰਫ ਦੇਖਣ ਆਉਂਦੇ ਸੀ ਕਿ ਸਾਬਰਕੋਟੀ ਸਾਹਿਬ ਦਾ ਗਾਣਾ ਕਿੱਦਾਂ ਦਾ। ਮੈਂ ਕਿਹਾ ਮੈਂ ਤਾਂ ਉਸ ਘਰ 'ਚ ਪੈਦਾ ਹੋਇਆ ਅਤੇ ਮੈਂ ਸਮਝਦਾ ਕਿ ਮੇਰੇ ਲਈ ਸਭ ਤੋਂ ਵੱਡਾ ਖਜ਼ਾਨਾ ਹੀ ਇਹ ਹੈ ਕਿ ਉਹਨਾਂ ਨੇ ਮੈਨੂੰ ਆਪਣਾ ਨਾਮ ਦੇ ਦਿੱਤਾ। ਬਿਲਕੁਲ। ਅਗਰ ਸਾਰਾ ਕੁਛ ਹੀ ਉਹ ਕਰਨਗੇ ਤਾਂ ਅਸੀਂ ਕੀ ਕਰਾਂਗੇ ਜੀ? ਅਤੇ ਜੇ ਸਾਰਾ ਕੁਛ ਹੀ ਅਸੀਂ ਕਰਾਂਗੇ ਤਾਂ ਗਾਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਕੀ ਕਰੇਗੀ? ਔਰ ਵੈਸੇ ਵੀ ਪਰਮਾਤਮਾ ਨੇ ਇੰਡੀਵਿਜੂਅਲੀ ਹਰ ਇੱਕ ਨੂੰ ਰੂਹ ਦਿੱਤੀ ਹੈ, ਸੋ ਸਾਡੇ ਕਰਮ ਅਸੀਂ ਹੀ ਕਰਾਂਗੇ। ਬਿਲਕੁਲ। ਬਟ ਓਬਵੀਅਸ ਹੈ, ਬਟ ਖੁਦਾ ਦੀ ਬਹੁਤ ਵੱਡੀ ਰਹਿਮਤ ਹੈ ਕਿ ਤੁਹਾਡੇ ਨਾਲ ਬਹੁਤ ਵੱਡਾ ਨਾਮ ਜੁੜਿਆ ਹੋਇਆ ਹੈ ਜੀ। ਬਹੁਤ ਪਹੁੰਚੀ ਹੋਈ ਸੱਚੀ ਸੁੱਚੀ ਰੂਹ ਸੀਗੇ ਉਹ, ਸੋ ਤੁਹਾਡੇ ਨਾਲ ਉਹਨਾਂ ਦਾ ਨਾਮ ਜੁੜਿਆ। ਐਂਡ ਆਈ ਵਿਸ਼ ਕਿ ਤੁਸੀਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਪਾਓ, ਆਪਣੀ ਪਛਾਣ ਉਹਨਾਂ ਦੇ ਨਾਮ ਦੇ ਨਾਲ ਬਣਾ ਪਾਓ। ਸੋ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਔਰ ਉਮੀਦ ਕਰਦੇ ਹਾਂ ਕਿ ਬਹੁਤ ਜਲਦ
ਫਿਰ ਬਹੁਤ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਲੇਗਾ। ਜ਼ਰੂਰ ਜੀ, ਜ਼ਰੂਰ। ਸੋ ਥੈਂਕ ਯੂ ਸੋ ਮਚ ਐਲੈਕਸ ਐਂਡ ਆਲ ਦ ਵੈਰੀ ਬੈਸਟ। ਥੈਂਕ ਯੂ, ਥੈਂਕ ਯੂ। ਸੋ ਸਾਡੇ ਨਾਲ ਸੀਗੇ ਐਲੈਕਸ। ਅਜਿਹਾ ਲੱਗ ਰਿਹਾ ਸੀਗਾ ਕਿ ਇੱਕ ਵਾਰ ਫਿਰ ਤੋਂ ਉਹ ਜ਼ਿੰਦਗੀ ਅਸੀਂ ਜੀ ਰਹੇ ਹਾਂ ਜਦੋਂ ਸਾਬਰਕੋਟੀ ਸਾਹਿਬ ਖੁਦ ਇਸ ਦੁਨੀਆ ਦੇ ਵਿੱਚ ਸੀਗੇ। ਖੈਰ, ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਗੀਤ ਔਰ ਫਿਰ ਉਹਨਾਂ ਦੀਆਂ ਗੱਲਾਂ ਅਸੀਂ ਹਮੇਸ਼ਾ ਉਸ ਦੇ ਜ਼ਰੀਏ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਤੇ ਉਹ ਵੀ ਸਾਡੇ ਵਿੱਚ ਇੱਦਾਂ ਹੀ ਜ਼ਿੰਦਾ ਰਹਿਣਗੇ। ਔਰ ਐਲੈਕਸ ਨੂੰ ਵੱਧ ਤੋਂ ਵੱਧ ਸਪੋਰਟ ਦੀ ਜ਼ਰੂਰਤ ਹੈ, ਪਿਆਰ ਦੀ ਜ਼ਰੂਰਤ ਹੈ। ਔਰ ਹਰ ਇੱਕ ਇਨਸਾਨ ਜੋ ਗਾਇਕੀ ਨੂੰ ਪਿਆਰ ਕਰਦਾ ਹੈ, ਜਿਨ੍ਹਾਂ ਨੇ ਸਾਬਰਕੋਟੀ ਸਾਹਿਬ ਨੂੰ ਦਿਲੋਂ ਪਿਆਰ ਕੀਤਾ ਹੈ, ਉਹਨਾਂ ਦੀ ਰੂਹ ਦੇ ਨਾਲ ਮੁਹੱਬਤ ਕੀਤੀ ਹੈ, ਸੰਗੀਤ ਦੇ ਨਾਲ ਮੁਹੱਬਤ ਕੀਤੀ ਹੈ, ਮੈਨੂੰ ਲੱਗਦਾ ਹੈ ਅਜਿਹੀ ਗਾਇਕੀ ਇੱਕ ਵਾਰ ਫਿਰ ਤੋਂ ਸੁਣਨ ਨੂੰ ਮਿਲੇਗੀ। ਜੀ ਬਿਲਕੁਲ, ਆਪਣਾ ਪਿਆਰ ਇਸੇ ਤਰ੍ਹਾਂ ਬਣਾਏ ਰੱਖੋ। ਵੇਖਦੇ ਰਹੋ ਸਿਨੇ ਪੰਜਾਬੀ। ਇੱਥੇ ਤੁਹਾਨੂੰ ਐਂਟਰਟੇਨਮੈਂਟ ਦੀ ਓਬਵੀਅਸਲੀ ਹਰ ਇੱਕ ਅਪਡੇਟ ਮਿਲੇਗੀ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।